ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੀਕੇ ਦੀ ਜੋ ਮੌਕ ਟੈਸਟ ਸੀਰੀਜ਼ ਚਲਾਈ ਹੋਈ ਹੈ ਉਹਦਾ ਫਰਦਰ ਅੱਗੇ ਜਿਹੜਾ ਟੈਸਟ ਹੈ ਉਹ ਕਰਾਂਗੇ, ਜਿਹੜਾ ਕਿ ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗਾ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਆਫਲਾਈਨ ਤਿਆਰੀ ਵੀ ਕਰਵਾਉਂਦੀ ਹੈ ਅਤੇ ਔਨਲਾਈਨ ਵੀ ਆਪਾਂ ਵੀਡੀਓਜ਼ ਅਤੇ ਨਵੇਂ ਲੈਕਚਰਸ ਨੇ ਉਹ ਅਪਲੋਡ ਕਰ ਰਹੇ ਹਾਂ। ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਹ ਵੀਡੀਓ ਦੇ ਵਿੱਚ ਬੇਸਿਕਲੀ 20 ਕੁਐਸਚਨ ਹੁੰਦੇ ਨੇ, ਪਰ ਇੱਥੇ ਤੁਹਾਨੂੰ ਕੀ ਹੈ ਜੀ 20 ਕੁਐਸਚਨਸ ਨਹੀਂ ਮਤਲਬ 50 ਤੋਂ 60 ਕੁਐਸਚਨ ਜਿਹੜੇ ਉਹ ਫਰਦਰ ਦੇਖਣ ਨੂੰ ਮਿਲਣਗੇ। ਠੀਕ ਹੈ ਜੀ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰਿਓ ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ। ਠੀਕ ਹੈ ਜੀ। ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਹੂ ਮੰਗ ਦਾ ਫੋਲੋਇੰਗ ਗੈਸਸ ਇਜ਼ ਨੋਨ ਐਜ਼ ਲਾਫਿੰਗ ਗੈਸ। ਦੇਖੋ ਜੀ, ਸਾਇੰਸ ਦਾ ਕੁਐਸਚਨ ਹੈ, ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ ਕਿ ਕਿਹੜੀ ਗੈਸ ਨੂੰ ਜਿਹੜਾ ਲਾਫਿੰਗ ਗੈਸ ਕਿਹਾ ਜਾਂਦਾ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਨਾਈਟ੍ਰੋਸ ਆਕਸਾਈਡ। ਨਾਈਟ੍ਰੋਸ ਆਕਸਾਈਡ ਹੈ ਜਿਹੜੀ ਉਹ ਲਾਫਿੰਗ ਗੈਸ ਹੈ ਜੀ। ਠੀਕ ਹੈ। ਤੁਹਾਨੂੰ ਥੋੜ੍ਹਾ ਜਿਹਾ ਮੈਂ ਦੱਸਦਾ ਜੀ ਗੈਸਾਂ ਦੇ ਬਾਰੇ। ਦੇਖੋ, ਪੇਪਰ 'ਚ ਪੁੱਛੇ ਲਾਈਟੈਸਟ ਗੈਸ ਕਿਹੜੀ ਹੈ ਜੀ, ਪੇਪਰ 'ਚ ਤੁਹਾਨੂੰ ਪੁੱਛੇ ਲਾਈਟੈਸਟ ਗੈਸ ਕਿਹੜੀ ਹੈ ਤਾਂ ਤੁਸੀਂ ਕਹੋਗੇ ਜੀ ਹਾਈਡਰੋਜਨ। ਠੀਕ ਹੈ ਜੀ। ਜੇ ਪੁੱਛੇ ਹੈਵੀਐਸਟ ਗੈਸ ਕਿਹੜੀ ਹੈ, ਭਾਰੀ ਗੈਸ ਕਿਹੜੀ ਹੈ ਜੀ, ਸਿੰਪਲ ਕੁਐਸਚਨ ਇਹ ਪੇਪਰ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਂਦੇ ਨੇ, ਤਾਂ ਫਿਰ ਤੁਸੀਂ ਕਹੋਗੇ ਜੀ ਰੈਡੋਨ, RADON, ਰੈਡੋਨ। ਠੀਕ ਹੈ ਜੀ। ਹੁਣ ਤੀਜੀ ਗੱਲ ਇਹ ਹੈ, ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲਏ ਕਿ ਜਿਹੜੇ ਬੈਲੂਨ ਹੁੰਦੇ ਨੇ, ਠੀਕ ਹੈ, ਗੁਬਾਰੇ ਹੁੰਦੇ ਨੇ, ਉਹਨਾਂ ਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ, ਤਾਂ ਬਹੁਤੇ ਜਾਣੇ ਕਹਿਣਗੇ ਵੀ ਹਾਈਡਰੋਜਨ ਭਰੀ ਜਾਂਦੀ ਹੈ। ਕਿਉਂ? ਕਿਉਂਕਿ ਉਹ ਹਲਕੀ ਹੁੰਦੀ ਹੈ। ਨਹੀਂ ਜੀ, ਹਾਈਡਰੋਜਨ ਨਹੀਂ ਭਰੀ ਜਾਂਦੀ ਕਿਉਂਕਿ ਉਹ ਛੇਤੀ ਅੱਗ ਫੜ ਲੈਂਦੀ ਹੈ। ਤਾਂ ਬਲੂਨ ਦੇ ਵਿੱਚ ਕਿਹੜੀ ਗੈਸ ਹੈ ਜਿਹੜੀ ਭਰੀ ਹੁੰਦੀ ਹੈ ਜੀ, ਉਹ ਭਰੀ ਜਾਂਦੀ ਹੈ ਹੀਲੀਅਮ। ਠੀਕ ਹੈ ਜੀ। ਧਿਆਨ ਰੱਖਿਓ, ਹੀਲੀਅਮ ਹੈ ਜਿਹੜੀ ਉਹ ਬੈਲੂਨ ਦੇ ਵਿੱਚ ਭਰੀ ਜਾਂਦੀ ਹੈ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਜੀ। ਇੱਕ ਹੁੰਦੀ ਹੈ ਜੀ ਗ੍ਰੀਨ ਹਾਊਸ ਗੈਸਿਸ। ਜੀਓਗ੍ਰਾਫੀ ਦਾ ਕੁਐਸਚਨ ਹੈ ਜੀ, ਗ੍ਰੀਨ ਹਾਊਸ ਗੈਸਿਸ। ਪੇਪਰ 'ਚ ਤੁਹਾਨੂੰ ਪੁੱਛ ਲੈਣਗੇ ਇਹਨਾਂ ਵਿੱਚੋਂ ਕਿਹੜੀਆਂ ਗੈਸਾਂ ਨੇ ਜਿਹੜੀਆਂ ਉਹ ਗ੍ਰੀਨ ਹਾਊਸ ਗੈਸਿਸ ਦੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ। ਇੱਕ ਹੈਗੀ ਜੀ ਤੁਹਾਡੀ ਨਾਈਟ੍ਰੋਸ ਆਕਸਾਈਡ, ਜਿਹੜਾ ਮੈਂ ਕੁਐਸਚਨ ਦੇ ਵਿੱਚ ਦੱਸ ਰਿਹਾ। ਕਾਰਬਨ ਡਾਈਆਕਸਾਈਡ, ਇਹ ਵੀ ਕਿਹੜੀ ਗੈਸ ਹੈ ਜੀ, ਗ੍ਰੀਨ ਹਾਊਸ ਗੈਸ ਹੈ ਜੀ। ਠੀਕ ਹੈ। ਤੁਹਾਡੇ ਕਲੋਰੋਫਲੋਰੋਕਾਰਬਨਸ, ਕਲੋਰੋਫਲੋਰੋਕਾਰਬਨਸ ਕੀ ਨੇ ਜੀ, ਇਹ ਵੀ ਕਾਹਦੇ 'ਚ ਆਉਂਦੇ ਨੇ, ਗ੍ਰੀਨ ਹਾਊਸ ਗੈਸਿਸ 'ਚ ਆਉਂਦੇ ਨੇ। ਵਾਟਰ ਵੇਪਰ। ਠੀਕ ਹੈ। ਤਾਂ ਸਾਰੇ ਕੀ ਨੇ ਜੀ, ਗ੍ਰੀਨ ਹਾਊਸ ਗੈਸਾਂ ਦੇ ਵਿੱਚ ਇਹ ਗੈਸਾਂ ਜਿਹੜੀਆਂ ਆਉਂਦੀਆਂ ਨੇ। ਐਟਮੋਸਫੀਅਰ ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜੀ ਗੈਸ ਪਾਈ ਜਾਂਦੀ ਹੈ ਉਹ ਕਿਹੜੀ ਪਾਈ ਜਾਂਦੀ ਹੈ, ਨਾਈਟ੍ਰੋਜਨ ਪਾਈ ਜਾਂਦੀ ਹੈ। ਪੇਪਰ ਦੇ ਵਿੱਚ ਆਇਆ ਕੁਐਸਚਨ ਹੈ ਜੀ, 78% ਪਾਈ ਜਾਂਦੀ ਹੈ ਨਾਈਟ੍ਰੋਜਨ। ਠੀਕ ਹੈ ਜੀ। ਹੁਣ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ ਜੀ ਸਲਫਰ ਤੋਂ ਮੈਨੂੰ ਯਾਦ ਆ ਗਿਆ, ਪੇਪਰ 'ਚ ਤੁਹਾਨੂੰ ਪੁੱਛ ਲਏ ਓਨੀਅਨ ਹੁੰਦਾ ਜਿਹੜਾ, ਗੰਡਾ ਕਹਿ ਦਿੰਦੇ ਜਿਹਨੂੰ ਆਪਾਂ, ਪਿਆਜ਼ ਕਹਿ ਦਿੰਦੇ ਹਾਂ। ਪਿਆਜ਼ ਦੇ ਜਦੋਂ ਚੀਰਦੇ ਆਪਾਂ ਆਪਣੇ ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਠੀਕ ਹੈ। ਉਹ ਕਾਹਦੇ ਕਾਰਨ ਆਉਂਦੇ ਨੇ, ਪੇਪਰ 'ਚ ਪੁੱਛ ਸਕਦਾ ਤਾਂ ਤੁਸੀਂ ਕਹੋਗੇ ਜੀ ਸਲਫਰ ਦੇ ਕਾਰਨ ਆਉਂਦੇ ਆ। ਠੀਕ ਹੈ। ਸਲਫਰ ਹੁੰਦਾ ਜੀ ਉਹਦੇ ਵਿੱਚ, ਤਾਂ ਉਹਦੇ ਕਰਕੇ ਸਾਡੇ ਕੀ ਹੈ ਜੀ, ਅਥਰੂ ਆ ਜਾਂਦੇ ਨੇ। ਤਾਂ ਠੀਕ ਹੈ, ਲਾਫਿੰਗ ਗੈਸ ਕਿਹਨੂੰ ਕਿਹਾ ਜਾਂਦਾ ਹੈ, ਨਾਈਟ੍ਰਸ ਆਕਸਾਈਡ। ਬੀ ਆਪਸ਼ਨ ਇਹਦਾ ਸਹੀ ਆਨਸਰ ਹੈ। ਠੀਕ ਹੈ ਜੀ। ਹੁਣ ਥੋੜ੍ਹਾ ਜਿਹਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ। ਇੱਕ ਆਪਣੇ ਨਾ ਇਨਵਾਇਰਮੈਂਟ ਨੂੰ ਲੈ ਕੇ ਕੁਇਟੋ ਪ੍ਰੋਟੋਕੋਲ ਹੈ। ਕਿਊਟੋ ਪ੍ਰੋਟੋਕੋਲ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਦੋਂ ਹੋਇਆ। ਠੀਕ ਹੈ। ਤਾਂ 1997 ਦੇ ਵਿੱਚ ਹੋਇਆ। ਕਿੱਥੇ ਹੋਇਆ ਜੀ, ਜਾਪਾਨ ਦੇ ਵਿੱਚ। ਮਤਲਬ ਨਾ ਇੱਕ ਇਹ ਸੰਸਥਾ ਕਹਿ ਦਈਏ ਆਪਾਂ, ਜਾਂ ਇੱਕ ਮੀਟਿੰਗ ਕਹਿ ਦਈਏ, ਜੋ ਕਿ ਕਾਹਦੇ ਰਿਲੇਟਡ ਸੀਗੀ, ਓਜ਼ੋਨ ਲੇਅਰ ਨੂੰ ਪ੍ਰੋਟੈਕਟ ਕਰਨ ਵਾਸਤੇ। ਠੀਕ ਹੈ। ਓਜ਼ੋਨ ਲੇਅਰ ਨੂੰ ਕੀ ਕਰਨ ਵਾਸਤੇ, ਮਤਲਬ ਸੇਫ ਰੱਖਣ ਵਾਸਤੇ, ਕਿਉਂਕਿ ਉਹਦੇ ਵਿੱਚ ਕੀ ਹੋਈ ਜਾਂਦੇ ਨੇ, ਸ਼ੇਕ ਹੋਈ ਜਾਂਦੇ ਨੇ ਗ੍ਰੀਨ ਹਾਊਸ ਗੈਸਿਸ ਦੇ ਨਾਲ। ਠੀਕ ਹੈ ਜੀ। ਤਾਂ ਕਰਕੇ ਕੀ ਹੈ ਜੀ, ਗਰਮੀ ਜ਼ਿਆਦਾ ਵੱਧ ਰਹੀ ਹੈ। ਤਾਂ ਇਹ ਗੱਲ ਦੇ ਵਿੱਚ ਧਿਆਨ ਦੇ ਵਿੱਚ ਰੱਖਣੀ ਹੈ ਜੀ। ਕਿਊਟੋ ਪ੍ਰੋਟੋਕੋਲ ਕਦੋਂ ਹੋਇਆ, 1997 ਦੇ ਵਿੱਚ। ਠੀਕ ਹੈ। ਕੀ ਇਹਦੇ ਵਿੱਚ ਬੇਸਿਕ ਟਾਰਗੇਟ ਕੀ ਸੀਗਾ ਜੀ, ਓਜ਼ੋਨ ਲੇਅਰ ਦੇ ਵਾਸਤੇ ਇਹ ਜਿਹੜਾ ਪ੍ਰੋਟੋਕੋਲ ਸੀਗਾ ਹੋਇਆ ਸੀਗਾ। ਠੀਕ ਹੈ। ਅਤੇ ਹੋਰ ਤੁਹਾਨੂੰ ਕੀ ਯਾਦ ਰੱਖ ਸਕਦੇ ਹੋ ਤੁਸੀਂ, ਓਜ਼ੋਨ ਡੇ ਕਦੋਂ ਬਣਾਇਆ ਜਾਂਦਾ ਜੀ, 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਚੱਲਦੇ ਹਾਂ ਦੂਜੇ ਕੁਐਸਚਨ ਵੱਲ। ਰਾਜ ਸਭਾ ਕੈਨ ਵਿਦ ਹੋਲਡ ਮਨੀ ਬਿਲਸ ਫॉर ਅ ਪੀਰੀਅਡ ਆਫ। ਰਾਜ ਸਭਾ ਜਿਹੜੀ ਮਨੀ ਬਿੱਲ ਹੈ ਉਹ ਕਿੰਨੇ ਚਿਰ ਲਈ ਰੱਖ ਸਕਦੀ ਹੈ। ਠੀਕ ਹੈ। ਤਾਂ ਹੁਣ ਬਹੁਤੇ ਬੱਚਿਆਂ ਦੇ ਨਾ ਮਨ 'ਚ ਕੁਐਸਚਨ ਉੱਠਣਗੇ ਕਿ ਰਾਜ ਸਭਾ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ ਹੁੰਦਾ ਮਨੀ ਬਿੱਲ ਦਾ। ਕਿਉਂ? ਕਿਉਂਕਿ ਉਹਨਾਂ ਨੇ ਕੁਐਸਚਨ ਪੜ੍ਹਿਆ ਹੁੰਦਾ ਹੈ, ਹੂ ਟੈਲਸ ਦੈਟ ਬਿੱਲ ਇਜ਼ ਮਨੀ ਬਿੱਲ ਔਰ ਨਾਟ, ਵੀ ਬਿੱਲ ਹੈ ਜਿਹੜਾ ਉਹ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ। ਤਾਂ ਉਹ ਲੋਕ ਸਭਾ ਦੱਸਦੀ ਹੈ। ਬਟ ਇੱਥੇ ਕਈ ਬੱਚੇ ਕਹਿਣਗੇ ਵੀ ਰਾਜ ਸਭਾ ਤਾਂ ਇਹਦੇ ਵਿੱਚ ਹੈ ਹੀ ਨਹੀਂਗਾ। ਠੀਕ ਹੈ। ਤਾਂ ਕਨਫਿਊਜ਼ ਹੋ ਜਾਣਗੇ। ਤਾਂ ਬੇਸਿਕਲੀ ਕੁਐਸਚਨ ਨੂੰ ਸਮਝੋ,
ਜਿਹੜਾ ਰਾਜ ਸਭਾ ਹੈ ਉਹ ਕਿੰਨੇ ਦਿਨ ਰੱਖ ਸਕਦੀ ਹੈ? 14 ਦਿਨਾਂ ਲਈ ਰੱਖ ਸਕਦੀ ਹੈ। ਇਹਦਾ ਆਨਸਰ ਤਾਂ ਹੈਗਾ ਜੀ ਏ ਆਪਸ਼ਨ 14 ਦਿਨ। ਹੁਣ ਮੈਂ ਤੁਹਾਨੂੰ ਸਮਝਾਉਣਾ ਥੋੜ੍ਹੀ ਜਿਹੀ ਗੱਲ। ਮਣੀ ਬਿੱਲ ਹੈ ਜਿਹੜਾ ਆਪਣਾ, ਇਹ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਆਉਂਦਾ? ਪਹਿਲਾ ਕੁਐਸਚਨ ਤਾਂ ਇਹ ਆਉਂਦਾ ਜੀ ਤੁਹਾਡਾ 110 ਨੰਬਰ ਆਰਟੀਕਲ ਦੇ ਵਿੱਚ। ਪੇਪਰ 'ਚ ਤੁਹਾਨੂੰ ਪੁੱਛ ਲੇ ਕੌਣ ਹੈ ਜਿਹੜਾ ਦੱਸਦਾ ਹੈ ਵੀ ਬਿੱਲ ਹੈ ਜਿਹੜਾ ਮਣੀ ਬਿੱਲ ਹੈ ਜਾਂ ਕੋਈ ਹੋਰ ਬਿੱਲ ਹੈ, ਤਾਂ ਇਹ ਦੱਸਦਾ ਜੀ ਸਪੀਕਰ ਆਫ ਲੋਕ ਸਭਾ। ਸਪੀਕਰ ਆਫ ਲੋਕ ਸਭਾ ਜਿਹੜਾ ਉਹ ਦੱਸਦਾ ਬਿੱਲ ਹੈ ਜਿਹੜਾ ਮਣੀ ਬਿੱਲ ਹੈ ਜਾਂ ਕੋਈ ਹੋਰ ਬਿੱਲ ਹੈ। ਠੀਕ ਹੈ, ਇਹ 'ਚ ਮਤਲਬ ਸਾਰੇ ਮਣੀ ਬਿੱਲ ਦੇ ਵਿੱਚ ਕੀ ਹੁੰਦਾ, ਬੇਸਿਕਲੀ ਸਾਰੇ ਜਿੰਨੇ ਲੋਨ ਵਗੈਰਾ ਨੇ ਜਾਂ ਖਰਚੇ ਵਗੈਰਾ ਨੇ, ਜਿੰਨੀ ਇਨਕਮ ਹੈ ਸਰਕਾਰ ਨੂੰ ਹੋਈ ਤਾਂ ਉਹ ਸਾਰੀ ਇਹਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਦੂਜੀ ਗੱਲ, ਹੁਣ ਜਿਹੜਾ ਲੋਕ ਸਭਾ ਇਹਨੂੰ ਪਾਸ ਕਰਦੀ ਹੈ, ਠੀਕ ਹੈ ਨਾ ਗੱਲ। ਉਦੋਂ ਬਾਅਦ ਕੀ ਹੈ, ਲੋਕ ਸਭਾ ਨੇ ਕੀ ਕਰਨਾ ਹੁੰਦਾ, ਸਿੰਪਲ ਉਹਨਾਂ ਨੂੰ ਰਾਜ ਸਭਾ ਵਾਲਿਆਂ ਨੂੰ ਦਿਖਾਉਣਾ ਹੁੰਦਾ। ਠੀਕ ਹੈ, ਵੀ ਤੁਸੀਂ ਦੇਖ ਲਓ ਉਹ ਅਮੈਂਡਮੈਂਟ ਕੁਛ ਵੀ ਨਹੀਂ ਕਰ ਸਕਦੇ। ਕੌਣ? ਰਾਜ ਸਭਾ ਵਾਲੇ। ਉਹ ਪਾਵਰ ਕਿਹਦੇ ਕੋਲੇ ਹੈ? ਲੋਕ ਸਭਾ ਕੋਲੇ ਹੈ। ਠੀਕ ਹੈ ਜੀ। ਰਾਜ ਸਭਾ ਵਾਲੇ ਕੁਛ ਵੀ ਨਹੀਂ ਕਰ ਸਕਦੇ। ਜੇ ਉਹਨਾਂ ਨੇ ਮਤਲਬ ਕੀ ਹੈ ਕਹਿ ਵੀ ਦਿੱਤਾ ਵੀ ਇੱਥੇ ਆਹ ਚੀਜ਼ ਅਮੈਂਡ ਕਰਨ ਦੀ ਲੋੜ ਹੈ, ਤਾਂ ਉਹ ਲੋਕ ਸਭਾ ਦੀ ਮਰਜ਼ੀ ਹੈ ਵੀ ਉਹ ਕਰਨ ਚਾਹੇ ਨਾ ਕਰਨ, ਕੋਈ ਕੰਪਲਸ਼ਨ ਨਹੀਂ ਹੈਗੀ। ਠੀਕ ਹੈ ਜੀ। ਤਾਂ 14 ਦਿਨ ਹੈ ਜਿਹੜੀ ਉਹ ਰਾਜ ਸਭਾ ਉਹ ਮਨੀ ਬਿੱਲ ਨੂੰ ਲੇਟ ਕਰ ਸਕਦੀ ਹੈ, 14 ਦਿਨ ਆਪਦੇ ਕੋਲ ਰੱਖ ਸਕਦੀ ਹੈ। ਮਤਲਬ ਉਦੋਂ ਬਾਅਦ ਉਹਨਾਂ ਨੂੰ ਦੇਣਾ ਹੀ ਪਊਗਾ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਤੁਸੀਂ ਆ ਜਾਓ ਆਰਟੀਕਲ 110 ਮੈਂ ਦੱਸ ਚੁੱਕਿਆ ਜੀ ਮਨੀ ਬਿੱਲ ਹੈ। ਆਰਟੀਕਲ 108 ਵੀ ਤੁਸੀਂ ਯਾਦ ਰੱਖਿਓ। ਇਹ ਤਿੰਨ ਆਰਟੀਕਲ ਨਾ ਇਕੱਠੇ ਯਾਦ ਰੱਖਿਓ। ਇੱਕ ਆਰਟੀਕਲ ਤੁਸੀਂ ਯਾਦ ਰੱਖ ਲਓ ਜੀ 112। ਠੀਕ ਹੈ। ਆਰਟੀਕਲ 108 ਕਿਹਦੇ ਬਾਰੇ ਦੱਸਦਾ ਜੀ? ਜੁਆਇੰਟ ਸੈਸ਼ਨ, ਜੁਆਇੰਟ ਸੈਸ਼ਨ ਆਫ ਪਾਰਲੀਮੈਂਟ। ਠੀਕ ਹੈ। ਤਾਂ ਤਿੰਨ ਜਿਹੜੇ ਸੈਸ਼ਨ ਹੁੰਦੇ ਨੇ ਆਪਣੇ, ਕਿਹੜੇ ਕਿਹੜੇ ਹੁੰਦੇ ਨੇ ਜੀ? ਇੱਕ ਹੁੰਦਾ ਤੁਹਾਡਾ ਸਮਰ ਸੈਸ਼ਨ, ਇੱਕ ਹੁੰਦਾ ਜੀ ਤੁਹਾਡਾ ਵਿੰਟਰ ਸੈਸ਼ਨ, ਇੱਕ ਹੁੰਦਾ ਜੀ ਤੁਹਾਡਾ ਮੌਨਸੂਨ ਸੈਸ਼ਨ। ਸਮਰ ਸੈਸ਼ਨ ਹੁੰਦਾ ਜਿਹੜਾ ਪੇਪਰ ਦੇ ਵਿੱਚ ਪੁੱਛ ਲੈਣਗੇ ਕਦੋਂ ਤੋਂ ਕਦੋਂ ਤੱਕ ਹੁੰਦਾ ਜੀ, ਤਾਂ ਇਹ ਹੁੰਦਾ ਜੀ ਫੈਬ ਟੂ ਮਈ। ਠੀਕ ਹੈ ਜੀ, ਫੈਬ ਟੂ ਮਈ ਤੱਕ ਹੁੰਦਾ ਜੀ ਸਮਰ ਸੈਸ਼ਨ। ਵਿੰਟਰ ਸੈਸ਼ਨ ਹੁੰਦਾ ਜਿਹੜਾ ਨਵੰਬਰ ਦਸੰਬਰ ਦੇ ਵਿੱਚ ਹੁੰਦਾ ਜੀ। ਠੀਕ ਹੈ। ਅਤੇ ਤੁਹਾਡਾ ਮੌਨਸੂਨ ਸੈਸ਼ਨ ਹੁੰਦਾ ਜੀ ਜੁਲਾਈ ਅਗਸਤ ਦੇ ਵਿੱਚ। ਠੀਕ ਹੈ। 6 ਮੰਥ ਤੋਂ ਵੱਧ ਦਾ ਜਿਹੜਾ ਗੈਪ ਹੈ ਉਹ ਦੋ ਸੈਸ਼ਨ ਦੇ ਵਿਚਕਾਰ ਨਹੀਂ ਹੋਣਾ ਚਾਹੀਦਾ। ਪੇਪਰ ਦੇ ਵਿੱਚ ਪੁੱਛਦੇ ਨੇ ਕਿੰਨੇ ਮੰਥ ਤੋਂ? 6 ਮੰਥ ਤੋਂ। ਠੀਕ ਹੈ ਜੀ। ਯਾਦ ਰੱਖਿਓ 112 ਦੇ ਵਿੱਚ ਕੀ ਦੱਸਿਆ ਹੋਇਆ ਜੀ? ਬਜਟ। ਦੇਖੋ ਹੁਣ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੁੰਦਾ ਵੀ ਆਰਟੀਕਲ 112 ਕਾਹਦਾ ਜੀ? ਬਜਟ ਦਾ। ਠੀਕ ਹੈ, ਹੈਗਾ ਜੀ ਬਿਲਕੁਲ ਬਜਟ ਦਾ। ਪਰ ਸੰਵਿਧਾਨ ਦੇ ਵਿੱਚ ਇਹ ਬ੍ਰੈਕਟ ਦੇ ਵਿੱਚ ਪਾਇਆ ਹੋਇਆ 112। ਠੀਕ ਹੈ, ਮਤਲਬ ਬਜਟ ਨੂੰ ਬ੍ਰੈਕਟ ਦੇ ਵਿੱਚ ਪਾਇਆ ਹੋਇਆ। ਐਕਚੁਅਲ ਦੇ ਵਿੱਚ ਕੀ ਲਿਖਿਆ ਹੋਇਆ ਜੀ? ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਠੀਕ ਹੈ ਜੀ। ਯਾਦ ਰੱਖਿਓ, ਇੰਪੋਰਟੈਂਟ ਗੱਲ ਹੈ। ਹੁਣ ਆ ਜਾਓ ਜੀ ਤੁਸੀਂ, ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸਦਾ ਜੀ। ਰਾਜ ਸਭਾ ਹੁੰਦੀ ਹੈ ਜੀ ਅਤੇ ਆਪਣੀ ਇੱਕ ਲੋਕ ਸਭਾ ਹੁੰਦੀ ਹੈ। ਠੀਕ ਹੈ। ਠੀਕ ਹੈ ਜੀ। ਤਾਂ ਦੇਖੋ ਜੇ ਰਾਜ ਸਭਾ ਦਾ ਤੁਹਾਨੂੰ ਆਰਟੀਕਲ ਪੁੱਛਣ ਤਾਂ ਤੁਸੀਂ ਕਹੋਗੇ ਜੀ ਆਰਟੀਕਲ 80 ਕਿਹਦਾ ਜੀ? ਰਾਜ ਸਭਾ ਦਾ। ਤੁਹਾਨੂੰ ਲੋਕ ਸਭਾ ਦਾ ਆਰਟੀਕਲ ਪੁੱਛਣਾ ਤੁਸੀਂ ਕਹੋਗੇ ਜੀ 81 ਹੈ। ਠੀਕ ਹੈ। ਅਤੇ ਜੇ ਪੇਪਰ ਪੁੱਛ ਲੈਣ ਆਰਟੀਕਲ 79 ਕਾਹਦੇ ਬਾਰੇ ਦੱਸਦਾ ਜੀ? ਤਾਂ ਇਹ ਦੱਸਦਾ ਜੀ ਤੁਹਾਡਾ ਪਾਰਲੀਮੈਂਟ ਬਾਰੇ। ਠੀਕ ਹੈ। ਪਾਰਲੀਮੈਂਟ ਕਾਹਦੀ ਬਣੀ ਹੁੰਦੀ ਹੈ? ਮਤਲਬ ਪਾਰਲੀਮੈਂਟ ਕੰਸਿਸਟਸ ਆਫ, ਕੁਐਸਚਨ ਪੇਪਰ ਦੇ ਵਿੱਚ ਪੁੱਛਣਗੇ, ਆਇਆ ਹੋਇਆ ਕੁਐਸਚਨ ਹੈ ਜੀ ਪਾਰਲੀਮੈਂਟ ਕੰਸਿਸਟਸ ਆਫ, ਮਤਲਬ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਹੁੰਦਾ ਜੀ? ਤੁਹਾਨੂੰ ਪਤਾ ਹੈ ਲੋਕ ਸਭਾ ਹੁੰਦੀ ਹੈ, ਤੁਹਾਨੂੰ ਪਤਾ ਰਾਜ ਸਭਾ ਹੁੰਦੀ ਹੈ। ਠੀਕ ਹੈ। ਇੱਕ ਪੇਪਰ ਦੇ ਵਿੱਚ ਨਾ ਉਹ ਗਲਤ ਆਪਸ਼ਨ ਪਾ ਦਿੰਦਾ, ਉਹ ਪਾ ਦਿੰਦਾ ਜੀ ਪ੍ਰਾਈਮ ਮਿਨਿਸਟਰ। ਨਹੀਂ ਜੀ, ਪਾਰਲੀਮੈਂਟ ਜਿਹੜੀ ਮਿਲਾ ਕੇ ਬਣਦੀ ਆ ਉਹ ਪ੍ਰਾਈਮ ਮਿਨਿਸਟਰ ਨਹੀਂ ਹੋਊਗਾ। ਤੀਜਾ ਪ੍ਰੈਜ਼ੀਡੈਂਟ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਠੀਕ ਹੈ। ਤਾਂ ਪ੍ਰੈਜ਼ੀਡੈਂਟ, ਲੋਕ ਸਭਾ ਅਤੇ ਰਾਜ ਸਭਾ ਕੀ ਹੁੰਦੀ ਹੈ ਜੀ? ਇਹਦੇ ਵਿੱਚ ਕੀ ਹੈ ਜੀ? ਪਾਰਲੀਮੈਂਟ ਕੰਸਿਸਟ ਆਫ। ਠੀਕ ਹੈ। ਕੁਐਸਚਨ ਸਮਝੇ? ਤਾਂ ਪੇਪਰ 'ਚ ਤੁਹਾਨੂੰ ਪੁੱਛ ਲੂਗਾ ਪਾਰਲੀਮੈਂਟ ਕੰਸਿਸਟਸ ਆਫ, ਤੁਸੀਂ ਕਹੋਗੇ ਜੀ ਲੋਕ ਸਭਾ, ਰਾਜ ਸਭਾ ਐਂਡ ਪ੍ਰੈਜ਼ੀਡੈਂਟ। ਠੀਕ ਹੈ। ਇੱਦੋਂ ਇਲਾਵਾ ਤੁਹਾਨੂੰ ਉਹ ਲੋਕ ਸਭਾ ਦੇਊਗਾ, ਰਾਜ ਸਭਾ ਦੇਊ, ਨਾਲ ਪ੍ਰਾਈਮ ਮਿਨਿਸਟਰ ਦੇ ਦੂ, ਲੋਕ ਸਭਾ ਦੇਊ, ਰਾਜ ਸਭਾ ਦੇਊ ਇਕੱਲੀ। ਠੀਕ ਹੈ। ਤਾਂ ਉਹ ਇਸ ਤਰ੍ਹਾਂ ਕੁਐਸਚਨ ਬਣਾ ਸਕਦਾ, ਪਰ ਤੁਸੀਂ ਕੀ ਹੈ ਜੀ ਆਹ ਵਾਲਾ ਜਿਹੜਾ ਇਹ ਸਹੀ ਮੰਨਿਆ ਜਾਊਗਾ। ਠੀਕ ਹੈ। ਧਿਆਨ ਰੱਖਿਓ, ਇੰਪੋਰਟੈਂਟ ਹੈ। 3 ਮੰਥ ਤੋਂ ਮੈਨੂੰ ਯਾਦ ਆਇਆ ਜੀ, ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ। ਚੈੱਕ ਹੁੰਦਾ ਜਿਹੜਾ ਆਪਣਾ ਚੈੱਕ, ਜਿਹੜਾ ਆਪਾਂ ਚੈੱਕ ਲਾ ਕੇ ਉਹਨਾਂ ਨੇ ਬੈਂਕ ਦੇ ਵਿੱਚ, ਤਾਂ ਉਹਦੀ ਵੈਲਿਡਿਟੀ ਕਿੰਨੀ ਹੁੰਦੀ ਹੈ ਜੀ? 3 ਮੰਥ ਹੁੰਦੀ ਹੈ ਜੀ। ਠੀਕ ਹੈ। 3 ਮੰਥ ਹੁੰਦੀ ਹੈ ਚੈੱਕ ਦੀ ਵੈਲਿਡਿਟੀ। ਠੀਕ ਹੈ ਜੀ। ਤਾਂ ਧਿਆਨ ਰੱਖਿਓ, ਇੰਪੋਰਟੈਂਟ ਗੱਲ ਹੈ। ਹੂ ਕੰਡਕਟਸ ਦਾ ਪੀਰੀਓਡਿਕਲ ਸੈਂਪਲ ਸਰਵੇ ਫॉर ਐਸਟੀਮੇਟਿੰਗ ਦਾ ਪਾਵਰਟੀ ਲਾਈਨ ਇੰਡੀਆ, ਪਾਵਰਟੀ ਲਾਈਨ ਇਨ ਇੰਡੀਆ। ਦੇਖੋ ਜੀ ਸੈਂਪਲ ਸਰਵੇ ਕਰਦਾ। ਠੀਕ ਹੈ। ਪਾਵਰਟੀ, ਗਰੀਬੀ, ਮਤਲਬ ਗਰੀਬੀ ਰੇਖਾ ਤੋਂ ਕਿਹੜੇ ਲੋਕ ਥੱਲੇ ਨੇ ਜਾਂ ਕਿਵੇਂ ਹੈ। ਠੀਕ ਹੈ। ਸਾਰੇ ਮਤਲਬ ਇਹਦਾ ਡਾਟਾ ਐਨਾਲਿਸਿਸ ਕਰਦਾ ਜੀ। ਕੌਣ ਕਰਦਾ? ਤਾਂ ਇਹ ਇੱਕ ਮਤਲਬ ਪ੍ਰੋਪਰ ਡਿਪਾਰਟਮੈਂਟ ਹੈ ਜੀ। ਤਾਂ ਇਹ ਹੈਗਾ ਜੀ NSSO। ਠੀਕ ਹੈ। ਤਾਂ ਇਹਦੀ ਫੁੱਲ ਫਾਰਮ ਪੇਪਰ ਦੇ ਵਿੱਚ ਪੁੱਛ ਸਕਦੇ ਨੇ, ਨੈਸ਼ਨਲ
सैंपल सर्वे ऑर्गेनाइजेशन। ठीक है, इन्नी गल याद रखोगे। नैशनल सैंपल सर्वे ऑर्गेनाइजेशन इसकी फुल फॉर्म है। ठीक है, CSO की फुल फॉर्म है जी सेंट्रल स्टैटिकल ऑर्गेनाइजेशन। ठीक है, ठीक है जी। तो हुण देखो NSSO का काम की है जी, मतलब सर्वे करती है। CSO का की काम है, ये पेपर के बहुत पूछा जाता है, टू पबलिश नैशनल इनकम। नैशनल इनकम ਨੂੰ ਜਿਹੜੀ ਪਬਲਿਸ਼ ਕਰਦੀ ਹੈ ਉਹ ਕੀ ਕਰਦੀ ਹੈ ਜੀ, ਕੌਣ ਕਰਦੀ ਹੈ, ਤਾਂ CSO ਕਰਦੀ ਹੈ। ਹੁਣ NSSO ਤੇ CSO ਦੋਨੇ ਕੀ ਕਰ ਦਿੱਤੇ ਨੇ ਜੀ, ਮਰਜ ਕਰਤੇ ਨੇ, ਦੋਨੇ ਮਿਲਾ ਦਿੱਤੇ ਗਏ ਨੇ। ਇਹ ਵੀ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਨੀਤੀ ਆਯੋਗ ਤੋਂ ਮੈਨੂੰ ਯਾਦ ਆਇਆ ਜੀ, ਨੈਸ਼ਨਲ ਇੰਸਟੀਚਿਊਟ ਫਾਰ ਟਰਾਂਸਫਾਰਮਿੰਗ ਇੰਡੀਆ। ਠੀਕ ਹੈ, ਪੇਪਰ ਦੇ ਵਿੱਚ ਪੁੱਛ ਲੈਂਦੇ ਨੀਤੀ ਆਯੋਗ ਕਦੋਂ ਬਣਿਆ, ਤਾਂ ਤੁਸੀਂ ਕਹੋਗੇ ਜੀ 1 ਜਨਵਰੀ 2015 ਨੂੰ ਕੀ ਹੈ ਜੀ ਨੀਤੀ ਆਯੋਗ ਬਣਿਆ। ਪਹਿਲਾਂ ਇਹਨੂੰ ਕੀ ਕਹਿੰਦੇ ਸੀ ਜੀ, ਪਲੈਨਿੰਗ ਕਮਿਸ਼ਨ ਕਹਿੰਦੇ ਸੀ। ਠੀਕ ਹੈ, ਨੌਨ ਸਟੈਚੂਟਰੀ ਬੋਡੀ ਸੀ, ਮਤਲਬ ਪੇਪਰ 'ਚ ਪੁੱਛ ਲੈਂਦੇ ਨੇ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਜਿਹੜੀ ਬੋਡੀ ਆ ਉਹ ਸੰਵਿਧਾਨ ਦੇ ਵਿੱਚ ਨਹੀਂ ਦਰਜ, ਤਾਂ ਤੁਸੀਂ ਕਹਿੰਦੇ ਸੀਗੇ ਜੀ ਪਲੈਨਿੰਗ ਕਮਿਸ਼ਨ। ਠੀਕ ਹੈ, ਤਾਂ ਪਲੈਨਿੰਗ ਕਮਿਸ਼ਨ ਦਾ ਹੁਣ ਨਾਮ ਚੇਂਜ ਕਰਕੇ ਕੀ ਬਣਾਤਾ, ਨੈਸ਼ਨਲ ਇੰਸਟੀਚਿਊਟ ਫਾਰ ਟਰਾਂਸਫਾਰਮਿੰਗ ਇੰਡੀਆ। ਸਰਕਾਰ ਦੀ ਇਹ ਕਿਹੜੀ ਪਾਲਿਸੀ ਹੈ ਜੀ, ਥਿੰਕ ਟੈਂਕ ਪਾਲਿਸੀ ਹੈ। ਠੀਕ ਹੈ, ਯਾਦ ਰੱਖਿਓ ਥਿੰਕ ਟੈਂਕ ਪਾਲਿਸੀ ਹੈ ਜੀ। ਇੰਨੀ ਗੱਲ ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈ। ਹੁਣ ਤੁਹਾਨੂੰ ਪਲੈਨਿੰਗ ਕਮਿਸ਼ਨ ਤੋਂ ਮੈਨੂੰ ਪਤਾ ਲੱਗਿਆ ਜੀ, ਪਲੈਨਿੰਗ ਕਮਿਸ਼ਨ ਆਪਾਂ ਕੀ ਕੰਮ ਕਰਦਾ ਹੈ ਜੀ, 5 ਈਅਰ ਪਲਾਨ ਬਣਾਉਂਦਾ, 5 ਸਾਲਾ ਯੋਜਨਾਵਾਂ ਬਣਾਉਂਦੇ ਨੇ ਜੀ ਇਹ। ਠੀਕ ਹੈ, ਅਤੇ ਤੁਹਾਡਾ ਜਿਹੜਾ ਪਹਿਲਾ 5 ਈਅਰ ਪਲਾਨ ਸੀ ਉਹ ਕਦੋਂ ਤੋਂ ਕਦੋਂ ਤੱਕ ਸੀਗਾ ਜੀ, 1951 ਤੋਂ ਲੈ ਕੇ 1956 ਤੱਕ। ਦੂਜਾ ਸੀਗਾ ਜੀ 56 ਤੋਂ ਲੈ ਕੇ 1961 ਤੱਕ। ਠੀਕ ਹੈ, 61 ਤੋਂ ਲੈ ਕੇ ਫਿਰ 66 ਤੱਕ। ਠੀਕ ਹੈ, ਤਾਂ ਇੰਨੀ ਗੱਲ ਪਹਿਲਾਂ ਸਮਝੋ ਜੀ, ਪਹਿਲਾ ਸੀਗਾ 1951 56, ਦੂਜਾ ਸੀਗਾ ਜੀ 56 ਤੋਂ 61, ਤੀਜਾ ਸੀਗਾ ਜੀ 61 ਤੋਂ 66। ਪਹਿਲੇ 'ਚ ਜਿਹੜੀ ਪ੍ਰਾਇਓਰਿਟੀ ਦਿੱਤੀ ਗਈ ਜੀ ਉਹ ਐਗਰੀਕਲਚਰ ਨੂੰ ਦਿੱਤੀ ਗਈ। ਠੀਕ ਹੈ, ਦੂਜੇ 'ਚ ਕਿਹਨੂੰ ਦਿੱਤੀ ਗਈ ਜੀ, ਇੰਡਸਟਰੀ ਨੂੰ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤੀਜਾ ਜਿਹੜਾ ਪਲਾਨ ਹੈ ਜੀ ਉਹ ਕੀ ਨਾਂ ਨਾਲ ਜਾਣਿਆ ਜਾਂਦਾ ਜੀ, ਗਡਗਿਲ ਯੋਜਨਾ। ਠੀਕ ਹੈ, ਹੁਣ ਬਹੁਤੇ ਬੱਚਿਆਂ ਨੂੰ ਪੇਪਰ ਜਿਹੜਾ ਸੈੱਟ ਕਰਨ ਵਾਲਾ ਉਹ ਕਨਫਿਊਜ਼ ਕਰਦਾ, ਉਹ ਪੁੱਛ ਲੈਂਦਾ ਜੀ 4th 5 ਈਅਰ ਪਲਾਨ। ਤਾਂ ਕਈ ਬੱਚਿਆਂ ਨੂੰ ਪਹਿਲੇ 3 ਯਾਦ ਹੁੰਦੇ ਨੇ, ਮਤਲਬ 61 ਤੋਂ 66 ਤੱਕ, ਤਾਂ ਉਹ ਕੀ ਕਰਦੇ ਨੇ 66 ਤੋਂ 71 ਤੱਕ ਲਾ ਦਿੰਦੇ, ਜਿਹੜਾ ਕਿ ਗਲਤ ਹੋ ਜੂਗਾ। ਨਹੀਂ ਜੀ, ਤਾਂ 66 ਤੋਂ ਬਾਅਦ ਕੀ ਹੈ ਜੀ, 3 ਐਨੂਅਲ ਪਲਾਨ ਬਣੇ ਸੀਗੇ, ਸਾਲ ਵਾਲੇ ਮਤਲਬ ਪਲਾਨ ਬਣੇ ਸੀ, ਮਤਲਬ 66 ਤੋਂ 69 ਤੱਕ। ਠੀਕ ਹੈ, ਤਾਂ ਕੋਈ ਪ੍ਰੋਬਲਮ ਆ ਗਈ ਸੀਗੀ, ਤਾਂ ਕਰਕੇ ਤੁਸੀਂ ਯਾਦ ਰੱਖਿਓ ਜਿਹੜਾ ਚੌਥਾ 5 ਈਅਰ ਪਲਾਨ ਹੈ ਜੀ ਉਹ 69 ਤੋਂ ਲੈ ਕੇ 74 ਤੱਕ ਚੱਲਿਆ। ਠੀਕ ਹੈ, ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤੁਹਾਡਾ ਜਿਹੜਾ ਗ੍ਰੀਨ ਰੈਵੋਲਿਊਸ਼ਨ ਆਇਆ, ਗ੍ਰੀਨ ਰੈਵੋਲਿਊਸ਼ਨ ਪਤਾ ਸਭ ਨੂੰ, ਇਹ ਕਿਹੜੇ 5 ਈਅਰ ਦੇ ਵਿੱਚ ਆਇਆ ਜੀ, ਤੀਜੇ 5 ਈਅਰ ਪਲਾਨ ਦੇ ਵਿੱਚ ਆਇਆ। ਲਾਲ ਬਹਾਦਰ ਸ਼ਾਸਤਰੀ ਉਦੋਂ ਆਪਣੇ ਕੀ ਸੀਗੇ ਜੀ, PM ਸੀਗੇ। ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ ਜੀ, ਗਰੀਬੀ ਹਟਾਓ 5ਵਾਂ 5 ਈਅਰ ਪਲਾਨ ਸੀ ਜਿਹੜਾ, ਉਹਦੇ 'ਚ ਕੀ ਹੈ ਜੀ, ਸਲੋਗਨ ਸੀਗਾ ਗਰੀਬੀ ਹਟਾਓ। ਠੀਕ ਹੈ, ਕਿਹਨੇ ਦਿੱਤਾ ਸੀਗਾ ਜੀ, ਇਹ ਇੰਦਰਾ ਗਾਂਧੀ ਨੇ ਦਿੱਤਾ ਸੀਗਾ। ਠੀਕ ਹੈ, ਇੰਗਲਿਸ਼ ਦੇ ਵਿੱਚ ਵੀ ਇਹ ਪਾ ਸਕਦੇ ਨੇ, ਰਿਮੂਵਲ ਆਫ ਪਾਵਰਟੀ। ਠੀਕ ਹੈ, ਕਿਹੜੇ 5 ਈਅਰ ਪਲਾਨ ਦੇ ਵਿੱਚ ਸੀ, ਤਾਂ 5ਵੇਂ 5 ਈਅਰ ਪਲਾਨ ਦੇ ਵਿੱਚ ਸੀ। ਪਲਾਨ ਜਿਹੜਾ ਆਪਣਾ ਪਲਾਨ 5 ਈਅਰ ਪਲੈਨਿੰਗ ਲਈ ਆ ਉਹ ਕਿਤੋਂ ਲਈ ਹੈ ਜੀ, USSR ਤੋਂ, ਮਤਲਬ ਰਸ਼ੀਆ ਤੋਂ। ਠੀਕ ਹੈ, USSR ਤੋਂ ਰਸ਼ੀਆ ਕੀ ਟੁੱਟ ਗਿਆ ਸੀਗਾ ਜੀ, ਕਦੋਂ, 1992 ਦੇ ਵਿੱਚ। ਠੀਕ ਹੈ, ਤਾਂ ਗੱਲਾਂ ਬਹੁਤ ਨੇ, ਇਹ ਮੁੱਕਦੇ ਨਹੀਂ, ਲੈਕਚਰ ਲੰਬਾ ਹੋ ਜਾਊਗਾ। 4th ਕੁਐਸਚਨ, ਇਨ ਆਰਡਰ ਟੂ ਪ੍ਰੀਵੈਂਟ ਆਕਸੀਡੇਸ਼ਨ ਆਫ ਪੋਟੈਟੋ ਚਿਪਸ ਡਿਊਰਿੰਗ ਸਟੋਰੇਜ ਇਜ਼ ਸੀਲਡ ਬੈਗਸ, ਚਿਪ ਮੈਨੂਫੈਕਚਰਰਸ ਸੀਲ ਦਾ ਪੈਕਟ ਇਨ ਪ੍ਰੈਜ਼ੈਂਸ ਆਫ। ਦੇਖੋ ਜੀ, ਸਿੱਧੀ ਜੀ ਗੱਲ ਹੈ, ਕੁਛ ਨਹੀਂ ਲੰਬਾ ਬਣਾ ਕੇ ਪਾਇਆ ਹੋਇਆ ਹੈ, ਕੁਛ ਵੀ ਨਹੀਂ ਇਹ 'ਚ। ਜਿਹੜੀ ਤੁਹਾਡੀ ਚਿਪਸ ਹੁੰਦੀ ਹੈ, ਠੀਕ ਹੈ, ਪੋਟੈਟੋ ਚਿਪਸ ਹੁੰਦੀ ਹੈ, ਜਾਂ ਆਪਾਂ ਲੇਜ਼ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਉਹਦੇ ਵਿੱਚ ਜਿਹੜੀ ਉਹ ਫਿਲ ਕੀਤਾ ਹੁੰਦਾ, ਉਹ ਗੁਬਾਰਾ ਜਿਹਾ ਬਣਾਇਆ ਹੁੰਦਾ ਪੈਕਟ ਨੂੰ। ਠੀਕ ਹੈ, ਉਹਦੇ ਵਿੱਚ ਹਵਾ ਹੁੰਦੀ ਹੈ, ਤਾਂ ਉਹ ਕੀ ਹੁੰਦੀ ਹੈ ਜੀ, ਬੇਸਿਕਲੀ ਨਾਈਟ੍ਰੋਜਨ ਹੁੰਦੀ ਹੈ। ਠੀਕ ਹੈ, ਤਾਂ B ਆਪਸ਼ਨ ਇਹਦਾ ਕੀ ਹੈ ਜੀ, ਸਹੀ ਆਨਸਰ ਹੈ, ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਠੀਕ ਹੈ ਜੀ, ਹੁਣ ਮੈਨੂੰ ਆਕਸੀਡੇਸ਼ਨ ਤੋਂ ਯਾਦ ਆਇਆ ਜੀ, ਇੱਕ ਟਰਮ ਹੁੰਦੀ ਹੈ ਤੁਹਾਡੀ ਆਕਸੀਡੇਸ਼ਨ, ਇੱਕ ਹੁੰਦੀ ਹੈ ਜੀ ਤੁਹਾਡੀ ਰਿਡਕਸ਼ਨ। ਠੀਕ ਹੈ, ਥੋੜ੍ਹਾ ਜਿਹਾ ਆਪਾਂ ਪੜ੍ਹ ਲੈਂਦੇ ਹਾਂ, ਕਿਉਂਕਿ ਸਿੰਪਲ ਟੌਪਿਕ ਹੈ ਅਤੇ ਪੇਪਰ ਦੇ ਵਿੱਚ ਪੁੱਛਿਆ ਵੀ ਜਾਂਦਾ ਹੈ 2-3 ਗੱਲਾਂ। ਆਕਸੀਡੇਸ਼ਨ ਅਤੇ ਰਿਡਕਸ਼ਨ, ਆਕਸੀਡੇਸ਼ਨ ਦਾ ਮਤਲਬ ਕੀ ਹੁੰਦਾ ਹੈ ਅਤੇ ਰਿਡਕਸ਼ਨ ਦਾ ਮਤਲਬ ਕੀ ਹੁੰਦਾ। ਹੁਣ ਪਹਿਲਾਂ ਆਪਾਂ ਰਿਡਕਸ਼ਨ ਪੜ੍ਹਦੇ ਹਾਂ। ਬਹੁਤੇ ਬੱਚਿਆਂ ਨੂੰ ਰਿਡਕਸ਼ਨ ਤੋਂ ਪਤਾ ਲੱਗੂਗਾ ਵੀ ਰਿਡਕਸ਼ਨ ਮਤਲਬ ਰਿਡਿਊਸ ਕਰਨਾ। ਠੀਕ ਹੈ, ਰਿਡਿਊਸ ਕਰਨਾ ਮਤਲਬ ਕਿ ਇਹਨੂੰ ਇਲੈਕਟ੍ਰੋਨਸ ਨੂੰ। ਠੀਕ ਹੈ, ਮਤਲਬ ਰਿਡਕਟ ਕਰਨਾ, ਕਿਸੇ ਚੀਜ਼ 'ਚੋਂ ਘਟਣਾ। ਬਟ ਨਹੀਂ, ਰਿਡਕਸ਼ਨ ਕੀ ਹੁੰਦਾ ਜੀ,
ਅਬਜ਼ੋਰਬ ਕਰਦਾ ਇਲੈਕਟ੍ਰੋਨ, ਠੀਕ ਹੈ, ਇਲੈਕਟ੍ਰੋਨ ਲੈਂਦਾ, ਉਹਨੂੰ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਜੀ, ਰਿਡਕਸ਼ਨ ਕਿਹਾ ਜਾਂਦਾ। ਆਕਸੀਡੇਸ਼ਨ ਕੀ ਕਹਿੰਦਾ ਜੀ, ਲੂਜ਼ ਆਫ ਇਲੈਕਟ੍ਰੋਨ, ਠੀਕ ਹੈ, ਲੂਜ਼ ਆਫ ਇਲੈਕਟ੍ਰੋਨ ਕੀ ਹੁੰਦਾ ਜੀ, ਆਕਸੀਡੇਸ਼ਨ ਹੁੰਦਾ। ਤੇ ਗੇਨ ਆਫ ਇਲੈਕਟ੍ਰੋਨ ਕੀ ਹੁੰਦਾ ਜੀ, ਤੁਹਾਡਾ ਰਿਡਕਸ਼ਨ ਹੁੰਦਾ। ਠੀਕ ਹੈ ਜੀ, ਯਾਦ ਰੱਖਿਓ। ਹੁਣ ਮੈਨੂੰ ਤੁਹਾਡਾ ਪੋਟੈਟੋ ਤੋਂ ਵੀ ਯਾਦ ਆਇਆ ਜੀ, ਜਿਹਨੂੰ ਆਪਾਂ ਕਹਿੰਦੇ ਆਲੂ, ਪੋਟੈਟੋ ਰੈਵੋਲਿਊਸ਼ਨ, ਪੋਟੈਟੋ ਜਿਹੜਾ ਉਹ ਕਾਹਦੇ ਨਾਲ ਸੰਬੰਧਿਤ ਜਿਹੜਾ ਰੈਵੋਲਿਊਸ਼ਨ ਹੈ ਜੀ, ਉਹ ਹੈਗਾ ਜੀ ਤੁਹਾਡਾ ਰਾਊਂਡ ਰੈਵੋਲਿਊਸ਼ਨ। ਰਾਊਂਡ ਰੈਵੋਲਿਊਸ਼ਨ ਕਾਹਦੇ ਨਾਲ ਸੰਬੰਧਿਤ ਹੈ ਜੀ, ਪੋਟੈਟੋ ਦੇ ਨਾਲ ਹੈ। ਠੀਕ ਹੈ, ਤੇ ਤੁਹਾਡਾ ਪਿੰਕ ਰੈਵੋਲਿਊਸ਼ਨ ਪੁੱਛ ਲਏ ਜੀ, ਪਿੰਕ ਰੈਵੋਲਿਊਸ਼ਨ ਤੁਸੀਂ ਕਹੋਗੇ ਜੀ ਓਨੀਅਨ। ਠੀਕ ਹੈ, ਓਨੀਅਨ ਦੇ ਨਾਲ ਇੱਕ ਕੁਐਸਚਨ ਮੈਂ ਸੰਬੰਧਿਤ ਤੁਹਾਨੂੰ ਦੱਸ ਚੁੱਕਿਆ ਜੀ। ਓਨੀਅਨ ਦੇ ਵਿੱਚ ਜਿਹੜਾ ਆਪਾਂ ਕੱਟਦੇ ਹਾਂ, ਜਦੋਂ ਗੰਢੇ ਨੂੰ ਕੱਟਦੇ ਹਾਂ ਜਾਂ ਪਿਆਜ਼ ਨੂੰ ਕੱਟਦੇ ਹਾਂ, ਤਾਂ ਅੱਖਾਂ 'ਚ ਅੱਥਰੂ ਆ ਜਾਂਦੇ, ਉਹ ਕਾਹਦੇ ਕਾਰਨ ਆਉਂਦਾ ਜੀ, ਸਲਫਰ ਹੁੰਦਾ ਉਹਦੇ 'ਚ। ਠੀਕ ਹੈ, ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਪਿੰਕ ਰੈਵੋਲਿਊਸ਼ਨ ਓਨੀਅਨ ਦੀ ਨੂੰ ਕਹਿੰਦੇ ਨੇ ਜੀ ਗੋਲਡਨ ਫਾਈਬਰ। ਗੋਲਡਨ ਫਾਈਬਰ ਕਿਹੜੀ ਕਿਹਨੂੰ ਕਿਹਾ ਜਾਂਦਾ ਜੀ, ਕਿਹੜੀ ਗ੍ਰੰਥੀ ਨੂੰ ਕਿਹਾ ਜਾਂਦਾ, ਤਾਂ ਇਹ ਕਿਹਾ ਜਾਂਦਾ ਤੁਹਾਡਾ ਜੂਟ ਨੂੰ। ਠੀਕ ਹੈ ਜੀ, ਤੇ ਜੇ ਇਕੱਲਾ ਗੋਲਡਨ ਪੁੱਛ ਲਏ ਤਾਂ ਫਿਰ ਤੁਸੀਂ ਕਹੋਗੇ ਜੀ ਹਾਰਟੀਕਲਚਰ, ਓਵਰਆਲ ਹਾਰਟੀਕਲਚਰ। ਠੀਕ ਹੈ ਜੀ, ਤੁਹਾਡਾ ਜੇ ਪੁੱਛ ਲਏ ਪੇਪਰ ਦੇ ਵਿੱਚ ਤੁਹਾਨੂੰ ਬਲੂ ਰੈਵੋਲਿਊਸ਼ਨ, ਨੀਲੀ ਕ੍ਰਾਂਤੀ, ਤਾਂ ਤੁਸੀਂ ਕਹੋਗੇ ਜੀ ਫਿਸ਼। ਫਿਸ਼ ਦੀ ਪ੍ਰੋਡਕਸ਼ਨ ਨੂੰ ਕੀ ਹੈ ਜੀ, ਬਲੂ ਰੈਵੋਲਿਊਸ਼ਨ ਕਿਹਾ ਜਾਂਦਾ ਹੈ। ਤੇ ਸਿਲਵਰ ਪੁੱਛ ਲਏ, ਠੀਕ ਹੈ, ਸਿਲਵਰ ਕਾਹਦੀ ਹੁੰਦੀ ਹੈ ਜੀ ਤੁਹਾਡੀ, ਇਹ ਹੁੰਦੀ ਹੈ ਜੀ ਐਗ ਦੀ। ਠੀਕ ਹੈ, ਸਿਲਵਰ ਫਾਈਬਰ ਪੁੱਛ ਲਏ ਤਾਂ ਉਹ ਹੁੰਦੀ ਹੈ ਜੀ ਤੁਹਾਡੀ ਕਾਟਨ ਦੀ। ਠੀਕ ਹੈ, ਸਿਲਵਰ ਪੁੱਛੇ ਐਗ ਦੀ, ਸਿਲਵਰ ਫਾਈਬਰ ਨਾਲ ਲਾ ਦੇ ਤਾਂ ਕਾਟਨ ਦੀ। ਠੀਕ ਹੈ ਜੀ, ਦ ਕਾਉਂਸਿਲ ਆਫ ਮਿਨਿਸਟਰਸ ਐਟ ਯੂਨੀਅਨ ਰਿਮੇਨਸ ਇਨ ਆਫਿਸ ਐਜ਼ ਲੌਂਗ ਐਜ਼ ਇਟ ਇੰਜੋਇਜ਼ ਦ ਕੌਨਫੀਡੈਂਸ ਆਫ। ਦੇਖੋ ਜੀ, ਕਾਉਂਸਿਲ ਆਫ ਮਿਨਿਸਟਰ ਨੇ ਜਿਹੜੇ ਉਹ ਆਫਿਸ ਤੱਕ ਤਦ ਤੱਕ ਹੀ ਰਹਿ ਸਕਦੇ ਨੇ ਜਦੋਂ ਉਹਨਾਂ ਨੂੰ ਕੌਨਫੀਡੈਂਸ ਪ੍ਰਾਪਤ ਹੈ, ਬਹੁਮਤ ਪ੍ਰਾਪਤ ਹੈ। ਕੌਨਫੀਡੈਂਸ ਦਾ ਮਤਲਬ ਕਹਿੰਦਾ ਜੀ ਬਹੁਮਤ। ਠੀਕ ਹੈ, ਜਦੋਂ ਤੱਕ ਉਹਨਾਂ ਨੂੰ ਬਹੁਮਤ ਪ੍ਰਾਪਤ ਹੈ, ਕਿਹਦਾ, ਤਾਂ ਇਹ ਆਪਸ਼ਨ ਲੋਕ ਸਭਾ। ਕਿਉਂ, ਦੇਖੋ ਜੀ ਸਿੱਧਾ ਇਹੋ ਜਿਹੇ ਕੁਐਸਚਨ ਕੀ ਹੁੰਦੇ, ਲੌਜੀਕਲ ਹੁੰਦੇ ਨੇ। ਦੇਖੋ ਜੀ ਕਿਵੇਂ, ਦੇਖੋ ਕੀ ਆ, ਜਿਹੜੇ ਆਪਣੇ ਕਾਉਂਸਿਲ ਆਫ ਮਿਨਿਸਟਰਸ ਹੁੰਦੇ ਨੇ, ਠੀਕ ਹੈ, ਇਹਦੇ ਤੇ ਕੁਐਸਚਨ ਬਣਾਉਂਦਾ, ਕੀ ਬਣਾਉਂਦਾ, ਜਦੋਂ ਤਾਂ ਇਹ ਕਲੈਕਟਿਵਲੀ, ਮਤਲਬ ਇਕੱਠੇ, ਪੇਪਰ 'ਚ ਪੁੱਛ ਲਏ ਕਲੈਕਟਿਵਲੀ ਰਿਸਪੌਂਸਿਬਲ ਟੂ, ਕੀ ਕਾਉਂਸਿਲ ਆਫ ਮਿਨਿਸਟਰਸ ਨੇ ਜਿਹੜੇ ਇਕੱਠੇ ਕਿਹਨੂੰ ਰਿਸਪੌਂਸੀਬਲ ਨੇ, ਤਾਂ ਇਹ ਹੈਗੇ ਨੇ ਜੀ ਲੋਕ ਸਭਾ ਨੂੰ। ਸੁਪਰ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਲੋਕ ਸਭਾ ਨੂੰ ਰਿਸਪੌਂਸੀਬਲ ਨੇ, ਪਰ ਇੰਡੀਵਿਜੂਅਲੀ ਇਕੱਲੇ ਇਕੱਲੇ ਕਿਹਨੂੰ ਰਿਸਪੌਂਸੀਬਲ ਨੇ ਜੀ, ਇਹ ਹੈਗੇ ਨੇ ਫਿਰ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਯਾਦ ਰੱਖਿਓ, ਇੰਡੀਵਿਜੂਅਲੀ ਕਿਹਨੂੰ ਮਤਲਬ ਰਿਸਪੌਂਸੀਬਲ ਨੇ, ਜਵਾਬਦੇਹ ਨੇ ਪ੍ਰੈਜ਼ੀਡੈਂਟ ਨੂੰ। ਤੁਹਾਡੇ ਇਕੱਠੇ ਕਿਹਨੂੰ ਰਿਸਪੌਂਸੀਬਲ ਨੇ, ਲੋਕ ਸਭਾ ਨੂੰ। ਤਾਂ ਕਰਕੇ ਹੁਣ ਦੇਖੋ ਇੱਥੋਂ ਕੀ ਹੈ ਜੀ, ਤਾਂ ਲੋਕ ਸਭਾ ਦੇ ਨਾਲ ਹੀ ਕੀ ਹੈ ਜੀ, ਇਹ ਬਣ ਜਾਂਦੇ ਨੇ। ਅਤੇ ਉਦੋਂ ਬਾਅਦ ਜਿਹੜੀ ਕੌਨਫੀਡੈਂਸ ਜਿਹਨਾਂ ਨੂੰ ਮਤਲਬ ਬਹੁਮਤ ਪ੍ਰਾਪਤ ਹੋਊਗਾ ਕਿਹਦਾ, ਲੋਕ ਸਭਾ ਦਾ, ਤਦ ਤੱਕ ਇਹ ਕੀ ਹੈ ਜੀ, ਰਹਿਣਗੇ। ਠੀਕ ਹੈ ਜੀ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਪਾਰਲੀਮੈਂਟ ਆਪਸ਼ਨ ਦੇ ਵਿੱਚ ਤੁਹਾਨੂੰ ਦਿਸ ਰਿਹਾ ਜੀ ਇੱਕ ਆਰਟੀਕਲ ਕਿਹੜਾ ਜੀ, ਤਾਂ ਆਰਟੀਕਲ 79 ਹੈ। ਪਾਰਲੀਮੈਂਟ ਕਿਹਨੂੰ ਕਿਹਨੂੰ ਐਗਜ਼ਿਸਟ ਕਰਦੀ ਹੈ, ਲੋਕ ਸਭਾ ਨੂੰ ਕਰਦੀ ਹੈ, ਰਾਜ ਸਭਾ ਨੂੰ ਕਰਦੀ ਹੈ, ਅਤੇ ਤੁਹਾਡੇ ਪ੍ਰੈਜ਼ੀਡੈਂਟ ਨੂੰ ਕਰਦੀ ਹੈ। ਠੀਕ ਹੈ, ਲੋਕ ਸਭਾ ਦੇ ਵਿੱਚ ਲੋਕ ਸਭਾ ਕਿਹੜੀ ਆਰਟੀਕਲ ਦੇ ਵਿੱਚ ਹੈ ਜੀ, ਆਰਟੀਕਲ 81 ਦੇ ਵਿੱਚ ਹੈ। ਪ੍ਰੈਜ਼ੀਡੈਂਟ ਦਾ ਕਿਹੜਾ ਆਰਟੀਕਲ ਹੈ ਜੀ, ਆਰਟੀਕਲ 52 ਹੈ ਜੀ। ਪ੍ਰਾਈਮ ਮਿਨਿਸਟਰ ਦਾ ਕਿਹੜਾ ਆਰਟੀਕਲ ਹੈ ਜੀ, ਪ੍ਰਾਈਮ ਮਿਨਿਸਟਰ ਦਾ 75 ਨੰਬਰ ਆਰਟੀਕਲ ਹੈ। ਦੇਖੋ ਜੀ, ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਜੀ ਪਾਰਟ ਨੰਬਰ 5 ਬਾਰੇ। ਜੇ ਮੈਂ ਤੇਜ਼ ਬੋਲਦਾ ਵਾਂ ਤਾਂ ਮਾਫ ਕਰਿਓ। ਪਾਰਟ ਨੰਬਰ ਜਿਹੜਾ 5 ਹੈ ਉਹ ਕਿੱਥੋਂ ਤੋਂ ਕਿੱਥੋਂ ਤੱਕ ਹੈ ਜੀ, ਮਤਲਬ ਉਹ 'ਚ ਆਰਟੀਕਲ ਕਿੱਥੋਂ ਤੋਂ ਕਿੱਥੋਂ ਤੱਕ ਨੇ ਜੀ, 52 ਤੋਂ 151 ਤੱਕ ਕੀ ਨੇ ਜੀ ਆਰਟੀਕਲ ਹੈ। ਯਾਦ ਰੱਖਣੇ ਬਹੁਤ ਸੌਖੇ ਨੇ, ਇੱਕ ਵਾਰ ਥੋੜ੍ਹਾ ਜਿਹਾ ਤੁਸੀਂ ਪ੍ਰੈਕਟਿਸ ਕਰੋ। ਤਾਂ ਬਹੁਤੇ ਬੱਚੇ ਡਰਦੇ ਨੇ ਆਰਟੀਕਲ, ਉਹਨਾਂ ਦੇ ਯਾਦ ਨਹੀਂ ਹੁੰਦੇ। ਦੇਖੋ ਜੀ ਕਿਵੇਂ ਯਾਦ ਕਰਨੇ, ਪਾਰਟ 5 ਹੈ ਜਿਹੜਾ 52 ਤੋਂ 151 ਯਾਦ ਰੱਖਣਾ ਹੈ ਜੀ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਜੀ, ਇਹਦੇ ਚੈਪਟਰ ਬਣਾਏ ਹੋਏ ਨੇ। ਠੀਕ ਹੈ, ਪਾਰਟ 5 ਦੇ ਚੈਪਟਰ ਬਣਾਏ ਹੋਏ ਨੇ, ਮਤਲਬ ਆਰਟੀਕਲ 52 ਤੋਂ 78 ਤੱਕ ਦਾ ਇੱਕ ਚੈਪਟਰ ਹੈ, 79 ਤੋਂ 123 ਦਾ ਇੱਕ ਚੈਪਟਰ ਹੈ, 124 ਤੋਂ 147 ਦਾ ਇੱਕ ਚੈਪਟਰ ਹੈ, 148 ਤੋਂ ਲੈ ਕੇ 151 ਤੱਕ ਦਾ ਇੱਕ ਚੈਪਟਰ ਹੈ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਪੇਪਰ 'ਚ ਤੁਹਾਨੂੰ ਇਹ ਵੀ ਪੁੱਛ ਸਕਦਾ ਵੀ 52 ਤੋਂ 78 ਤੱਕ ਜਿਹੜਾ ਚੈਪਟਰ ਹੈ, ਮਤਲਬ ਜਿਹੜੇ ਆਰਟੀਕਲ ਨੇ ਉਹ ਕਿਹਦੀ ਗੱਲ ਕਰਦੇ ਨੇ, ਤਾਂ ਉਹ ਕਰਦੇ ਨੇ ਜੀ ਐਗਜ਼ੀਕਿਊਟਿਵ ਦੀ। ਠੀਕ ਹੈ, 79 ਤੋਂ 123 ਕਿਹਦੀ ਗੱਲ ਕਰਦੇ ਨੇ ਜੀ, ਇਹ ਲੈਜਿਸਲੇਚਰ ਦੀ, ਮਤਲਬ ਪਾਰਲੀਮੈਂਟ ਵਗੈਰਾ ਦੀ। ਠੀਕ ਹੈ, 124 ਤੋਂ 147 ਤੱਕ ਕਿਹਦੀ ਗੱਲ ਕਰਦੇ ਨੇ ਜੀ, ਇਹ ਜੁਡੀਸ਼ਰੀ ਦੀ।
ठीक है। 148 तो 151 की तक है सुपर इंपॉर्टेंट है जी, कैग दी स्टार ला लो, ठीक है, याद रखियो, ठीक है। ਹੁਣ ਮੈਂ ਤੁਹਾਨੂੰ ਥੋੜਾ ਦੱਸਦਾ ਪਾਰਟ 5 ਕਿਹਦੀ ਗੱਲ ਕਰਦਾ, ਆਰਟੀਕਲ 52 ਤੋਂ 151, ਇਹਦੇ ਵਿੱਚ ਦੱਸਿਆ ਕਿਹਦੇ ਬਾਰੇ ਹੈ ਜੀ, ਦਾ ਯੂਨੀਅਨ। ਦਾ ਯੂਨੀਅਨ ਮਤਲਬ ਸੈਂਟਰ ਦੀ ਗੱਲ ਕਰੂਗਾ, ਇਹਦੇ ਵਿੱਚ ਜਿੰਨੇ ਕੁ ਵੀ ਅਹੁਦੇ ਨੇ ਜਾਂ ਮਤਲਬ ਜਿੰਨੇ ਕੁ ਵੀ ਮਤਲਬ ਆਦਮੀ ਨੇ ਉਹ ਕਿਹਦੇ ਹੋਣਗੇ ਜੀ, ਸੈਂਟਰ ਦੇ ਹੋਣਗੇ। ਐਗਜ਼ੀਕਿਊਟਿਵ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਜੀ, ਕਾਰਜਪਾਲਿਕਾ ਕਹਿੰਦੇ ਨੇ, ਠੀਕ ਹੈ। ਲੈਜਿਸਲੇਚਰ ਕਹਿੰਦੇ ਨੇ, ਮੈਨੂੰ ਪੰਜਾਬੀ ਦੇ ਵਿੱਚ ਲੈਜਿਸਲੇਚਰ ਪਤਾ ਨਹੀਂ ਕਿਹਨੂੰ ਕਹਿੰਦੇ ਨੇ, ਸ਼ਾਇਦ ਜਿਵੇਂ ਆਪਾਂ ਕਹਿ ਦਈਏ ਨਾ ਸਟੇਟ ਦੇ ਵਿੱਚ ਕੀ ਹੁੰਦਾ ਜੀ ਤੁਹਾਡੇ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ, ਉਵੇਂ ਸੈਂਟਰ ਦੇ ਵਿੱਚ ਲੈਜਿਸਲੇਚਰ 'ਚ ਕੀ ਹੁੰਦਾ ਜੀ, ਲੋਕ ਸਭਾ ਅਤੇ ਰਾਜ ਸਭਾ, ਠੀਕ ਹੈ। ਲੈਜਿਸਲੇਚਰ ਤੁਹਾਡਾ ਵਿਧਾਨ ਪਾਲਿਕਾ ਕਹਿ ਲੈਜਿਸਲੇਚਰ ਕਹਿ ਦਈਏ ਜੀ, ਠੀਕ ਹੈ। ਤਾਂ ਮਾਫ ਕਰਿਓ ਜੇ ਮੈਂ ਪੰਜਾਬੀ 'ਚ ਦੱਸਣਾ ਚਾਹਾਂਗਾ, ਜੁਡੀਸ਼ਰੀ ਕੀ ਹੁੰਦੀ ਤੁਹਾਡੀ ਨਿਆਂਪਾਲਿਕਾ, ਠੀਕ ਹੈ। ਮਤਲਬ ਇਹ 'ਚ ਸੁਪਰੀਮ ਕੋਰਟ ਆ ਜੂਗਾ, ਠੀਕ ਹੈ, ਸੁਪਰੀਮ ਕੋਰਟ ਵਗੈਰਾ ਆ ਜੂਗਾ ਜੁਡੀਸ਼ਰੀ ਦੇ ਵਿੱਚ, ਠੀਕ ਹੈ। ਅਤੇ ਕੈਗ ਹੈ ਜਿਹੜਾ, ਕੈਗ ਦੇ ਬਾਰੇ ਸਾਨੂੰ ਪਤਾ ਹੀ ਹੈ ਜੀ, ਠੀਕ ਹੈ। ਤਾਂ ਤੁਹਾਨੂੰ ਮੈਂ ਇੱਥੇ ਸਾਰਾ ਕੁਛ ਨਹੀਂ ਦੱਸ ਸਕਦਾ, ਤਾਂ ਇੰਨਾ ਕੁ ਤੁਸੀਂ ਕੀ ਹੈ ਜੀ ਯਾਦ ਰੱਖ ਲਿਓ ਜੀ, ਠੀਕ ਹੈ ਜੀ। ਅਤੇ ਪ੍ਰਾਈਮ ਮਿਨਿਸਟਰ, ਇਹ ਜਿਹੜੇ ਪ੍ਰਾਈਮ ਮਿਨਿਸਟਰ ਹੈ ਇਹ ਵੀ ਐਗਜ਼ੀਕਿਊਟਿਵ 'ਚ ਆਉਂਦਾ, ਪ੍ਰੈਜ਼ੀਡੈਂਟ ਹੈ ਜਿਹੜਾ ਇਹ ਵੀ ਐਗਜ਼ੀਕਿਊਟਿਵ ਦੇ ਵਿੱਚ ਆਉਂਦਾ ਜੀ। ਅਤੇ ਤੁਹਾਡੇ ਹਾਂਜੀ ਦੋ ਇਹ ਕੀ ਹੈ ਜੀ, ਐਗਜ਼ੀਕਿਊਟਿਵ ਦੇ ਵਿੱਚ ਆਉਂਦੇ ਨੇ, ਠੀਕ ਹੈ ਜੀ। ਤਾਂ ਫਸਟ ਪ੍ਰੈਜ਼ੀਡੈਂਟ ਕੌਣ ਸੀ ਜੀ, ਆਪਣੇ ਰਜਿੰਦਰ ਪ੍ਰਸਾਦ ਸੀਗੇ, ਇਹ ਗੱਲ ਤੁਸੀਂ ਯਾਦ ਦੇ ਵਿੱਚ ਰੱਖਣੀ ਹੈ। ਅਤੇ ਜਿਹੜੇ ਕੌਂਸਲ ਆਫ ਮਿਨਿਸਟਰਸ ਹੁੰਦੇ ਨੇ ਇਹ 15% ਹੁੰਦੇ ਨੇ ਟੋਟਲ ਲੋਕ ਸਭਾ ਦਾ, ਮਤਲਬ ਜਿਹੜੇ ਮਿਨਿਸਟਰਸ ਬਣਨਗੇ ਗੌਰਮੈਂਟ ਦੇ ਵਿੱਚ, ਠੀਕ ਹੈ, ਉਹ ਕਿੰਨੇ ਪਰਸੈਂਟ ਹੋਣਗੇ ਟੋਟਲ ਲੋਕ ਸਭਾ ਦਾ, 15% ਹੋਣਗੇ, ਠੀਕ ਹੈ ਜੀ। ਹੂ ਵਿਚ ਅਮੰਗਸ ਦਾ ਫੋਲੋਇੰਗ ਕਰੰਸੀਜ਼ ਦਾ ਕੋਸਟੀਐਸਟ, ਠੀਕ ਹੈ ਜੀ, ਸਾਰਿਆਂ ਨਾਲੋਂ ਵੱਧ ਜਿਹੜੀ ਮਹਿੰਗੀ ਕਰੰਸੀ ਹੈ ਹੇਠਲੀਆਂ ਵਿੱਚੋਂ ਕਿਹੜੀ ਹੈ ਜੀ, ਤਾਂ ਉਹ ਹੈਗੀ ਹੈ ਡੀ ਆਪਸ਼ਨ ਪਾਊਂਡ, ਠੀਕ ਹੈ, ਪਾਊਂਡ ਸਟਰਲਿੰਗ, ਠੀਕ ਹੈ। ਇਹ ਕੀ ਹੈ ਜੀ, ਆਹ ਵਾਲੀ ਆਪਸ਼ਨ ਦੇ ਵਿੱਚੋਂ ਪਾਊਂਡ ਸਟਰਲਿੰਗ ਹੈ ਜਿਹੜੀ ਉਹ ਸਾਰਿਆਂ ਨਾਲੋਂ ਵੱਧ ਮਤਲਬ ਇਹਦੇ ਪੈਸੇ ਬਣਦੇ ਨੇ, ਠੀਕ ਹੈ, ਕੋਸਟਲੀਸਟ ਹੈ, ਠੀਕ ਹੈ। ਪਰ ਜੇ ਪੇਪਰ ਦੇ ਵਿੱਚ ਤੁਹਾਨੂੰ ਮਿਲਦਾ ਮਤਲਬ ਕੁਵੈਤੀ ਦਿਨਾਰ, ਠੀਕ ਹੈ, ਦਿਨਾਰ ਜੇ ਹੁੰਦੇ ਨੇ ਜੀ, ਠੀਕ ਹੈ, ਤਾਂ ਉਹ 200 ਦਾ ਇੱਕ ਹੁੰਦਾ ਜੀ, ਠੀਕ ਹੈ, 200 ਦਾ ਹੁੰਦਾ ਹੈ, ਮਤਲਬ ਉਹ ਕੈਨੇਡਾ ਅਮੈਰੀਕਾ ਦੇ ਨਾਲੋਂ ਵੀ ਕੀ ਆ ਬਹੁਤ ਮਹਿੰਗਾ ਹੈਗਾ, ਮਤਲਬ ਅਪਰੋਕਸੀਮੇਸ਼ਨ ਹੁਣ ਮੈਨੂੰ ਲੱਗਦਾ 210 ਦਾ ਹੋਊਗਾ ਜਾਂ 190 210 ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ। ਪਰ ਇਹ ਕੁਐਸਚਨ ਦਾ ਕੀ ਆਨਸਰ ਹੈ ਜੀ, ਪਾਊਂਡ ਸਟਰਲਿੰਗ। ਪਾਊਂਡ ਕਿੱਥੇ ਚੱਲਦਾ ਜੀ, ਯੂਕੇ ਦੇ ਵਿੱਚ ਚੱਲਦਾ, ਠੀਕ ਹੈ, ਯੂਕੇ ਦੇ ਵਿੱਚ ਕੀ ਚੱਲਦਾ ਜੀ, ਪਾਊਂਡ ਚੱਲਦਾ ਹੈ। ਇਹ ਗੱਲ ਵੀ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਅਤੇ ਆਪਣੇ ਜਿਹੜੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ, ਜਿਹੜਾ ਆਪਣਾ ਨਵਾਂ ਜਿਹੜਾ ਲੋਗੋ ਆਇਆ ਆਪਣੇ ਕਰੰਸੀ ਦੇ ਉੱਤੇ, ਠੀਕ ਹੈ, ਤਾਂ ਉਹ ਕਿਹਨੇ ਡਿਜ਼ਾਈਨ ਕੀਤਾ ਜੀ, ਤਾਂ ਉਹ ਕੀਤਾ ਜੀ ਡਾਕਟਰ ਉਦੈ ਕੁਮਾਰ ਨੇ, ਠੀਕ ਹੈ ਜੀ। ਪੇਪਰ 'ਚ ਪੁੱਛ ਸਕਦੇ ਕਿੱਥੋਂ ਦੇ, ਮਤਲਬ ਉਹ ਹੈਗੇ ਸੀਗੇ ਜੀ IIT ਬੰਬੇ ਦੇ, ਠੀਕ ਹੈ। ਸਰਕਾਰ ਨੇ ਉਹਨੂੰ ਕਦੋਂ ਮਾਨਤਾ ਦਿੱਤੀ ਹੈ, ਮਤਲਬ ਉਹਨੂੰ ਦਿੱਤੀ ਹੈ ਜੀ 15 ਜੁਲਾਈ 2010 ਨੂੰ, ਠੀਕ ਹੈ। ਜਿਹੜੇ ਤੁਸੀਂ ਆਪਣੇ ਕਰੰਸੀ ਦੇ ਉੱਤੇ ਲੋਗੋ ਬਣਿਆ ਹੁੰਦਾ ਨਾ, ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੁੰਦਾ ਮੈਨੂੰ ਲੱਗਦਾ, ਠੀਕ ਹੈ। ਤਾਂ ਯਾਦ ਰੱਖਿਓ ਇਹ ਕਿਹਨੇ ਡਿਜ਼ਾਈਨ ਕੀਤਾ, ਡਾਕਟਰ ਉਦੈ ਕੁਮਾਰ ਨੇ। ਅਤੇ IIT ਬੰਬੇ ਤੋਂ ਇਹ ਕੀ ਨੇ ਜੀ, ਹੈਗੇ ਨੇ, ਬਿਲੋਂਗ ਕਰਦੇ ਨੇ। 15 ਜੁਲਾਈ 2010 ਨੂੰ ਕੀ ਹੈ ਇਹ ਮਤਲਬ ਅਡੋਪਟ ਕਰ ਲਿਆ ਸੀ ਗੌਰਮੈਂਟ ਨੇ। ਆਪਣੇ ਜਿਹੜੇ ਕੁਆਇਨਸ ਨੇ, ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸਦਾ, ਕੁਆਇਨਸ ਸਿੱਕੇ ਵਗੈਰਾ ਨੇ, ਇਹ ਮੇਨਲੀ ਕਿੱਥੇ ਛਪਦੇ ਨੇ, ਸੌਰੀ ਬਣਦੇ ਨੇ, ਤਾਂ ਕਿੱਥੇ ਮਿੰਟ ਹੁੰਦੇ ਨੇ, ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਜੀ। ਮੁੰਬਈ, ਕੋਲਕਾਤਾ ਆਉਂਦਾ ਇਹ ਪੇਪਰ ਦੇ ਵਿੱਚ, ਠੀਕ ਹੈ ਜੀ, ਤਾਂ ਨੋਟ ਕਰੀ ਚੱਲਿਓ। ਹੈਦਰਾਬਾਦ, ਠੀਕ ਹੈ, ਨੋਇਡਾ, ਠੀਕ ਹੈ ਜੀ। ਇਹ ਚਾਰ ਦੇ ਵਿੱਚ ਕੀ ਹੈ ਜੀ ਬਣਦੇ ਨੇ, ਤਾਂ ਧਿਆਨ ਰੱਖਿਓ, ਇੰਪੋਰਟੈਂਟ ਹੈ ਜੀ, ਠੀਕ ਹੈ। ਆਪਣਾ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ, 5 ਰੁਪਏ ਦਾ ਜਿਹੜਾ ਨੋਟ ਹੁੰਦਾ ਸੀਗਾ ਜੀ, ਉਹਦੇ ਉੱਤੇ ਕਿਹਦੇ ਸਾਈਨ ਹੁੰਦੇ ਸੀ, ਤਾਂ ਉਹਦੇ ਉੱਤੇ ਹੁੰਦੇ ਸੀ ਫਾਈਨਾਂਸ ਸੈਕਟਰੀ ਦੇ, ਠੀਕ ਹੈ। 5 ਰੁਪਏ ਦਾ ਜਿਹੜਾ ਨੋਟ ਆਉਂਦਾ ਸੀ, ਠੀਕ ਹੈ, ਨੋਟ ਦੀ ਗੱਲ ਕਰ ਰਿਹਾ ਮੈਂ, ਉਹਦੇ ਉੱਤੇ ਕਿਹਦੀ ਮਤਲਬ ਕਿਹਦੇ ਸਾਈਨ ਹੁੰਦੇ ਸੀ, ਫਾਈਨਾਂਸ ਸੈਕਟਰੀ ਦੇ ਹੁੰਦੇ ਸੀ, ਠੀਕ ਹੈ ਜੀ। ਵਿਚ ਇਜ਼ ਦਾ ਅਰਲੀਐਸਟ ਇੰਜੀਨੀਅਰਿੰਗ ਐਜੂਕੇਸ਼ਨਲ ਇੰਸਟੀਟਿਊਸ਼ਨ ਇਨ ਇੰਡੀਆ, ਸਾਰਿਆਂ ਨਾਲੋਂ ਪੁਰਾਣਾ ਜਿਹੜਾ ਸਭ ਤੋਂ ਪਹਿਲਾਂ ਵਾਲਾ ਜਿਹੜਾ ਇੰਜੀਨੀਅਰਿੰਗ ਐਜੂਕੇਸ਼ਨਲ ਇੰਸਟੀਟਿਊਟ ਹੈ ਇੰਡੀਆ ਦਾ, ਉਹ ਕਿਹੜਾ ਜੀ, ਤਾਂ ਉਹ ਹੈਗਾ ਜੀ IIT ਰੁੜਕੀ ਕਹਿੰਦੇ ਨੇ ਉਹਨੂੰ, ਰੁੜਕੀ ਇੰਜੀਨੀਅਰਿੰਗ ਕਾਲਜ, ਠੀਕ ਹੈ। ਸੀ ਆਪਸ਼ਨ ਇਹਦਾ ਕੀ ਹੈ ਜੀ, ਸਹੀ ਆਨਸਰ ਹੈ, ਠੀਕ ਹੈ। ਤਾਂ ਇਹ ਤੁਸੀਂ ਕੀ ਹੈ ਵਨ ਲਾਈਨਰ ਹੈ, ਇਹਨੂੰ ਯਾਦ ਰੱਖੋਗੇ। ਸਾਰਿਆਂ ਨਾਲੋਂ ਪਹਿਲੀਆਂ ਜਿਹੜੀਆਂ ਯੂਨੀਵਰਸਿਟੀਜ਼ ਬਣੀਆਂ ਸੀਗੀਆਂ ਉਹ ਕਿਹਨੇ ਬਣਾਈਆਂ ਸੀ, ਤਾਂ ਉਹ ਬਣਾਈਆਂ ਸੀ ਲਾਰਡ ਕੈਨਿੰਗ ਨੇ। ਕਦੋਂ, 1857। ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਦਾ ਪੇਪਰ ਹੋਇਆ ਸੀਗਾ ਪਿਛਲੇ ਮਤਲਬ ਸਾਲ ਜਾਂ 2 ਸਾਲ ਹੋ ਗਏ, ਤਾਂ ਉਦੋਂ ਪੇਪਰ 'ਚ ਪੁੱਛਿਆ ਸੀਗਾ। ਤਾਂ ਉਹਨੇ ਕੀ ਪੁੱਛਿਆ ਸੀ, ਕਿਹੜੀ ਯੂਨੀਵਰਸਿਟੀ ਸਾਰਿਆਂ ਨਾਲੋਂ ਪਹਿਲਾਂ ਬਣੀ ਜੀ, ਕਲਕੱਤਾ। ਥੋੜ੍ਹਾ ਜਿਹਾ ਪਹਿਲਾਂ ਧਿਆਨ ਨਾਲ ਸੁਣੋ ਇਹ ਗੱਲ ਨੂੰ, ਕਲਕੱਤਾ, ਉਦੋਂ ਬਾਅਦ ਬੰਬੇ, ਠੀਕ ਹੈ ਜੀ, ਫਿਰ ਆਈ ਜੀ ਬੰਦਰਾਸ,
ਇੰਨੀ ਗੱਲ ਕਲੀਅਰ ਹੈ। ਠੀਕ ਹੈ, ਹੁਣ ਇਹ ਤਿੰਨੇ ਤਾਂ ਬਣੀਆਂ 1857 ਤੋਂ, ਬਟ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਬਣੀ ਹੈ ਉਹ ਕਿਹੜੀ ਬਣੀ ਹੈ ਜੀ? ਕਲਕੱਤਾ ਬਣੀ ਹੈ। ਠੀਕ ਹੈ, ਤਾਂ ਕਲਕੱਤਾ ਕੀ ਹੈ ਜੀ, ਮਤਲਬ ਥੋੜ੍ਹੇ ਥੋੜ੍ਹੇ ਡਿਫਰੈਂਸ ਦੇ ਨਾਲ ਕੀ ਹੈ 1857 ਦੇ ਵਿੱਚ ਬਣੀਆਂ ਹੋਣਗੀਆਂ, ਪਰ ਸਾਰਿਆਂ ਨਾਲੋਂ ਪਹਿਲੀ ਕਿਹੜੀ ਹੈ ਜੀ? ਕਲਕੱਤਾ ਹੈ। ਠੀਕ ਹੈ, ਧਿਆਨ ਰੱਖਿਓ ਲਾਰਡ ਕੈਨਿੰਗ 1857 ਦੇ ਵਿਦਰੋਹ ਦੇ ਵੇਲੇ ਆਪਣਾ ਕੀ ਸੀਗਾ ਜੀ, ਗਵਰਨਰ ਜਨਰਲ ਵਾਇਸਰਾਏ ਸੀਗਾ। ਠੀਕ ਹੈ, ਗਵਰਨਰ ਜਨਰਲ ਦੀ ਪੋਸਟ ਸੀਗੀ, ਉਸ ਤੋਂ ਬਾਅਦ ਕੀ ਬਣਾਤੇ ਸੀਗੇ ਜੀ? ਵਾਇਸਰਾਏ ਬਣਾਤੇ ਸੀ। ਠੀਕ ਹੈ, ਤਾਂ IPC ਇੰਡੀਅਨ ਪੈਨਲ ਕੋਡ ਵੀ ਕੌਣ ਲੈ ਕੇ ਆਇਆ? ਲਾਰਡ ਕੈਨਿੰਗ ਲੈ ਕੇ ਆਇਆ, ਯੂਨੀਵਰਸਿਟੀ ਵੀ ਲੈ ਕੇ ਆਇਆ। ਤੇ ਲਾਰਡ ਕੈਨਿੰਗ ਕੀ ਸੀਗਾ ਜੀ? ਫਸਟ ਟੂ ਇੰਟਰੋਡਿਊਸ ਬਜਟ, ਪੇਪਰ 'ਚ ਪੁੱਛ ਸਕਦਾ ਕਿਹਨੇ ਇੰਟਰੋਡਿਊਸ ਕੀਤਾ ਜੀ? ਤਾਂ ਲਾਰਡ ਕੈਨਿੰਗ ਨੇ ਇੰਟਰੋਡਿਊਸ ਕੀਤਾ। ਠੀਕ ਹੈ ਜੀ। ਵੈਨ ਵਾਜ ਦਾ ਫਸਟ ਕਾਮਨਵੈਲਥ ਗੇਮਸ ਹੈਲਡ, ਪਹਿਲੀਆਂ ਕਾਮਨਵੈਲਥ ਗੇਮਾਂ ਜਿਹੜੀਆਂ ਉਹ ਕਦੋਂ ਹੋਈਆਂ? ਤਾਂ ਕਦੋਂ ਹੋਈਆਂ ਜੀ? 1930 ਦੇ ਵਿੱਚ ਪਹਿਲੀਆਂ ਕਾਮਨਵੈਲਥ ਗੇਮਾਂ ਹੋਈਆਂ ਜੀ। ਠੀਕ ਹੈ, ਤਾਂ 1930 ਦੇ ਵਿੱਚ ਹੋਈਆਂ, ਪਹਿਲੀ ਗੱਲ। ਦੂਜੀ ਗੱਲ ਕੀ ਹੈ ਜੀ, ਜਿਹੜਾ ਕਾਮਨਵੈਲਥ ਜਿਹੜੀਆਂ ਪਹਿਲਾਂ ਗੇਮਾਂ ਹੋਈਆਂ ਸੀ ਉਹ ਕਿੱਥੇ ਹੋਈਆਂ ਸੀ? ਉਹ ਹੋਈਆਂ ਸੀ ਹੈਮਿਲਟਨ। ਪੁੱਛਿਆ ਜਾਣ ਵਾਲਾ ਕੁਐਸਚਨ ਹੈ ਜੀ ਇਹ, ਹੈਮਿਲਟਨ ਕਿੱਥੇ? ਕੈਨੇਡਾ ਦੇ ਵਿੱਚ। ਠੀਕ ਹੈ, ਹੈਮਿਲਟਨ ਦੇ ਵਿੱਚ ਹੋਈਆਂ ਸੀ, ਕੈਨੇਡਾ ਦੇ ਵਿੱਚ। ਕੈਨੇਡਾ ਦੀ ਰਾਜਧਾਨੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਓਟਾਵਾ। ਇਹ ਪੇਪਰ ਦੇ ਵਿੱਚ ਪੁੱਛ ਲੈਂਦਾ। ਪੰਜਾਬ ਦੇ ਵਿੱਚ ਤਾਂ ਬੇਸਿਕਲੀ ਕੁਐਸਚਨ ਕੀ ਨੇ, ਉਹ ਈਜ਼ੀ ਟੂ ਮਤਲਬ ਟਫ ਕਰਦਾ ਹੁੰਦਾ। ਕਈ ਵਾਰ ਬਹੁਤ ਔਖਾ ਕੁਐਸਚਨ ਪਾ ਜਾਂਦਾ, ਕਈ ਵਾਰ ਬਹੁਤ ਸੌਖਾ ਪਾ ਜਾਂਦਾ। ਠੀਕ ਹੈ, ਪਰ ਕਈ ਵਾਰ ਪੇਪਰ 'ਚ ਬੱਚਿਆਂ ਨੂੰ ਓਟਾਵਾ ਵੀ ਨਹੀਂ ਪਤਾ ਹੁੰਦਾ, ਉਹਨਾਂ ਨੂੰ ਕੈਨੇਡਾ ਦਾ ਲੱਗਦਾ ਵੀ ਕੀ ਹੈ, ਵੈਨਕੂਵਰ ਕੀ ਹੈ, ਕੈਪੀਟਲ ਆ, ਬਟ ਨਹੀਂ, ਕੈਨੇਡਾ ਦੀ ਜਿਹੜੀ ਕੈਪੀਟਲ ਉਹ ਕੀ ਹੈ ਜੀ? ਓਟਾਵਾ। ਹੁਣ ਕਾਮਨਵੈਲਥ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਦੱਸ ਦਿੰਦਾ। ਕਾਮਨਵੈਲਥ ਉਹ ਗੇਮਾਂ ਹੁੰਦੀਆਂ ਨੇ ਜਿਹੜੀ ਗੇਮਾਂ ਕਹਿ ਗਿਆ ਮੈਂ, ਸੌਰੀ। ਕਾਮਨਵੈਲਥ ਕੀ ਹੁੰਦਾ ਜੀ? ਜਿਹੜੇ ਦੇਸ਼ ਕੀ ਹੈ ਮਤਲਬ ਬ੍ਰਿਟਿਸ਼ ਗੌਰਮੈਂਟ, ਬ੍ਰਿਟਿਸ਼ਰਸ ਦੇ ਅੰਡਰ ਰਹੇ ਹੋਣ ਉਹ ਮੁਲਕ ਨੇ ਜਿਹੜੇ ਉਹ ਕਾਮਨਵੈਲਥ ਦੇ ਮਤਲਬ ਵਿੱਚ ਆਉਂਦੇ ਨੇ। ਠੀਕ ਹੈ, ਤਾਂ ਕਾਮਨਵੈਲਥ ਦੇ ਵਿੱਚ ਪੇਪਰ 'ਚ ਪੁੱਛ ਸਕਦਾ ਕਿੰਨੇ ਦੇਸ਼ ਆਉਂਦੇ ਨੇ? 53 ਦੇਸ਼ ਨੇ ਜਿਹੜੇ ਉਹ ਕਾਮਨਵੈਲਥ ਦੇ ਵਿੱਚ ਆਉਂਦੇ ਨੇ। ਠੀਕ ਹੈ, 53 ਦੇਸ਼ ਨੇ ਜਿਹੜੇ ਉਹ ਕਾਮਨਵੈਲਥ ਦੇ ਵਿੱਚ ਆਉਂਦੇ ਨੇ। ਅਤੇ ਪੇਪਰ 'ਚ ਪੁੱਛ ਸਕਦੇ ਨੇ ਕਾਮਨਵੈਲਥ ਦਾ ਜਿਹੜਾ ਕਾਮਨਵੈਲਥ ਕੰਟਰੀਜ਼ ਦਾ ਜਿਹੜਾ ਹੈੱਡਕੁਆਟਰ ਉਹ ਕਿੱਥੇ ਹੈ ਜੀ? ਤਾਂ ਉਹ ਹੈਗਾ ਜੀ ਤੁਹਾਡਾ ਲੰਡਨ ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, 53 ਦੇਸ਼ ਨੇ ਇਹਦੇ। ਅਤੇ ਹੋਰ ਤੁਹਾਨੂੰ ਮੈਂ ਦੱਸ ਸਕਦਾ ਕਾਮਨਵੈਲਥ ਜਿਹੜੀ ਟਰਮ ਦਿੱਤੀ ਉਹ ਕਿਹਨੇ ਦਿੱਤੀ ਜੀ? ਐਨੀ ਬੇਸੰਤ ਨੇ। ਠੀਕ ਹੈ ਜੀ, ਐਨੀ ਬੇਸੰਤ ਨੇ ਕੀ ਹੈ ਜੀ? ਕਾਮਨਵੈਲਥ ਟਰਮ ਦਿੱਤੀ। ਹੁਣ ਥੋੜ੍ਹਾ ਜਿਹਾ ਕਾਮਨਵੈਲਥ ਗੇਮਾਂ ਤੋਂ ਹਟ ਕੇ ਇੱਕ ਤੁਹਾਨੂੰ ਕਾਮਨਵੈਲਥ ਦੇ ਹੋਰ ਕੁਐਸਚਨ ਦੱਸ ਦਿੰਦਾ ਜੀ। 24 ਮਾਰਚ, 24 ਅਪ੍ਰੈਲ, 24 ਮਈ। ਠੀਕ ਹੈ, 24 ਮਈ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਜੀ? ਕਾਮਨਵੈਲਥ ਡੇ ਮਨਾਇਆ ਜਾਂਦਾ। ਪੇਪਰ 'ਚ ਪੁੱਛ ਸਕਦਾ ਕਦੋਂ ਮਨਾਇਆ ਜਾਂਦਾ ਜੀ? 24 ਮਈ ਨੂੰ। ਠੀਕ ਹੈ, ਤੁਸੀਂ 3 ਇਕੱਠੇ ਯਾਦ ਰੱਖਣੇ, ਕਿਹੜੇ ਕਿਹੜੇ? ਇੱਕ ਤੁਹਾਡਾ ਹੈਗਾ ਜੀ 24 ਮਾਰਚ, ਇੱਕ ਤੁਸੀਂ ਯਾਦ ਰੱਖਣਾ ਜੀ 24 ਅਪ੍ਰੈਲ, ਇੱਕ ਤੁਸੀਂ ਇਕੱਠਾ ਯਾਦ ਰੱਖਣਾ 24 ਮਈ। 24 ਮਾਰਚ ਨੂੰ ਕੀ ਹੁੰਦਾ ਜੀ? TB ਡੇ ਹੁੰਦਾ। ਠੀਕ ਹੈ, 24 ਅਪ੍ਰੈਲ ਨੂੰ ਕੀ ਹੁੰਦਾ ਜੀ? ਪੰਚਾਇਤ ਦਿਵਸ ਹੁੰਦਾ ਜੀ। 24 ਮਈ ਨੂੰ ਕੀ ਹੁੰਦਾ ਜੀ? ਕਾਮਨਵੈਲਥ ਡੇ ਹੁੰਦਾ। ਠੀਕ ਹੈ, ਹੁਣ ਤੀਜੀ ਗੱਲ ਮੈਂ ਤੁਹਾਨੂੰ, ਇੱਕ ਕਾਮਨਵੈਲਥ ਗੇਮਾਂ ਹੁੰਦੀਆਂ, ਇੱਕ ਏਸ਼ੀਅਨ ਗੇਮ। ਇਹ ਕਾਨਗੋ ਦੇ ਵਿੱਚ ਕੁਐਸਚਨ ਆਇਆ ਹੋਇਆ। ਪਹਿਲੀਆਂ ਏਸ਼ੀਅਨ ਗੇਮਸ ਕਦੋਂ ਹੋਈਆਂ? ਤਾਂ ਇਹ ਹੋਈਆਂ ਜੀ ਤੁਹਾਡੀਆਂ 1951 ਦੇ ਵਿੱਚ। ਇੰਨੀ ਗੱਲ ਕਲੀਅਰ ਹੈ। ਪੇਪਰ 'ਚ ਪੁੱਛ ਸਕਦੇ ਨੇ ਕਿੱਥੇ ਹੋਈਆਂ? ਤਾਂ ਤੁਸੀਂ ਕਹੋਗੇ ਜੀ ਨਿਊ ਦਿੱਲੀ ਦੇ ਵਿੱਚ ਹੋਈਆਂ। ਠੀਕ ਹੈ ਜੀ, ਨਿਊ ਦਿੱਲੀ ਦੇ ਵਿੱਚ ਹੋਈਆਂ। ਦਿੱਲੀ ਆਪਣੀ ਕੈਪੀਟਲ ਬਾਅਦ 'ਚੋਂ ਬਣੀ ਹੈ। ਕਦੋਂ ਬਣੀ ਹੈ? 1911 ਦੇ ਵਿੱਚ ਬਣੀ ਹੈ। ਪਹਿਲਾਂ ਆਪਣੀ ਜਿਹੜੀ ਕੈਪੀਟਲ ਹੁੰਦੀ ਸੀ ਉਹ ਕਲਕੱਤਾ ਹੁੰਦੀ ਸੀਗੀ। ਠੀਕ ਹੈ, ਇਹ ਵੀ ਤੁਸੀਂ ਗੱਲ ਯਾਦ ਰੱਖਣੀ ਹੈ। ਜਿਹੜੀ ਇਹ ਕੈਪੀਟਲ ਬਣਾਈ ਕਿਹਨੇ ਜਾਂ ਸ਼ਿਫਟ ਕਿਹਨੇ ਕੀਤੀ? ਹਾਰਡਿੰਗ, ਲਾਰਡ ਹਾਰਡਿੰਗ ਨੇ। ਵਾਇਸਰਾਏ ਸੀਗਾ ਲਾਰਡ ਹਾਰਡਿੰਗ, ਉਦੋਂ ਦਿੱਲੀ ਦਰਬਾਰ ਲੱਗਿਆ ਸੀਗਾ। ਠੀਕ ਹੈ, ਦਿੱਲੀ ਦਰਬਾਰ ਲੱਗਿਆ ਸੀਗਾ। ਤਾਂ ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਬਹੁਤ ਪੁੱਛਿਆ ਜਾਣ ਵਾਲਾ ਕੁਐਸਚਨ, ਥੋਮਸ ਕੱਪ ਇਜ਼ ਰਿਲੇਟਡ ਟੂ, ਥੋਮਸ ਕੱਪ ਹੈ ਜਿਹੜਾ ਇਹ ਕਿਹੜੀ ਗੇਮ ਦੇ ਨਾਲ ਜਿਹੜਾ ਇਹ ਸੰਬੰਧਿਤ ਹੈ? ਤਾਂ ਬੈਡਮਿੰਟਨ ਦੇ ਨਾਲ ਹੈ ਜੀ ਜਿਹੜਾ ਇਹ ਥੋਮਸ ਕੱਪ ਹੈ ਜਿਹੜਾ ਸੰਬੰਧਿਤ ਹੈ। ਇੱਕ ਕੱਪ ਹੋਰ ਯਾਦ ਰੱਖ ਲਓ, ਊਬਰ ਕੱਪ। ਊਬਰ ਕੱਪ ਵੀ ਕਾਹਦੇ ਨਾਲ ਸੰਬੰਧਿਤ ਹੈ ਜੀ? ਬੈਡਮਿੰਟਨ ਦੇ ਨਾਲ ਸੰਬੰਧਿਤ ਹੈ। ਬੈਡਮਿੰਟਨ ਪੇਪਰ ਦੇ ਵਿੱਚ ਪੁੱਛ ਲੈਣ ਕਿਹੜੇ ਦੇਸ਼ ਦੀ ਗੇਮ ਹੈ ਜੀ? ਠੀਕ ਹੈ, ਤਾਂ ਕਿਹੜੇ ਦੇਸ਼ ਦੀ ਹੈ ਜੀ? ਇੰਡੋਨੇਸ਼ੀਆ। ਇੰਡੋਨੇਸ਼ੀਆ ਦੀ ਕੀ ਹੈ ਜੀ ਗੇਮ ਹੈ ਬੈਡਮਿੰਟਨ। ਅਤੇ ਤੁਹਾਡੀ ਜਿਵੇਂ ਹਾਕੀ ਕਿਹੜੇ ਦੇਸ਼ ਦੀ ਗੇਮ ਹੈ ਜੀ? ਆਪਣੇ ਇੰਡੀਆ ਦੀ। ਠੀਕ ਹੈ, ਉਵੇਂ ਇੰਡੋਨੇਸ਼ੀਆ ਦੀ ਕਿਹੜੀ ਗੇਮ ਹੈ ਜੀ? ਬੈਡਮਿੰਟਨ ਹੈ। ਅਤੇ ਕ੍ਰਿਕਟ ਕਿਹਦੀ ਹੈ ਜੀ? ਬੇਸਿਕਲੀ ਇੰਗਲੈਂਡ ਅਤੇ ਆਸਟ੍ਰੇਲੀਆ ਦੋਨੇ ਕੀ ਹੈ ਮੰਨਦੇ ਨੇ, ਮਤਲਬ ਕਿਹਦੀ ਗੇਮ ਹੈ ਇਹ? ਇੰਗਲੈਂਡ ਅਤੇ ਆਸਟ੍ਰੇਲੀਆ। ਠੀਕ ਹੈ, ਅਤੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਟੈਸਟ ਮੈਚ ਹੋਇਆ ਸੀ ਉਹ ਆਸਟ੍ਰੇਲੀਆ 'ਚ ਹੋਇਆ ਸੀ। ਠੀਕ ਹੈ, ਬਹੁਤ ਜਾਣੇ ਕਹਿੰਦੇ ਨੇ ਵੀ ਇੰਗਲੈਂਡ 'ਚ ਹੋਇਆ ਸੀ, ਇੰਗਲੈਂਡ ਦੇ ਲਾਰਡਸ ਦੇ ਮੈਦਾਨ 'ਚ। ਨਹੀਂ ਜੀ, ਜਿਹੜਾ ਪਹਿਲਾ ਟੈਸਟ ਮੈਚ ਹੋਇਆ ਸੀ ਉਹ ਆਸਟ੍ਰੇਲੀਆ ਹੋਇਆ ਸੀ, ਮੈਲਬੌਰਨ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਇਆ ਸੀਗਾ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਆਸਟ੍ਰੇਲੀਆ ਦੀ ਜਿਹੜੀ ਕੈਪੀਟਲ ਉਹ ਕੀ ਹੈ ਜੀ? ਕੈਨਬਰਾ। ਠੀਕ ਹੈ ਜੀ, ਅਤੇ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ ਜੀ?
ਟੈਨਿਸ ਕਿੱਥੇ ਖੇਡਿਆ ਜਾਂਦਾ ਜੀ? ਕੋਰਟ 'ਤੇ, ਟੈਨਿਸ ਕੋਰਟ ਕਹਿੰਦੇ ਨੇ, ਠੀਕ ਹੈ। ਜਿਵੇਂ ਕ੍ਰਿਕਟ ਕੀ ਹੈ ਜੀ, ਪਿੱਚ 'ਤੇ ਖੇਡਿਆ ਜਾਂਦਾ, ਕ੍ਰਿਕਟ ਖੇਡਦੇ ਹਾਂ ਆਪਾਂ ਪਿੱਚ 'ਤੇ ਖੇਡਦੇ ਹਾਂ, ਠੀਕ ਹੈ। ਤਾਂ ਉਵੇਂ ਟੈਨਿਸ ਕੀ ਹੈ ਜੀ, ਟੈਨਿਸ ਕੋਰਟ 'ਤੇ, ਠੀਕ ਹੈ ਜੀ। ਟੈਨਿਸ ਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਜੀ, 4 ਗ੍ਰੈਂਡ ਸਲੈਮ ਹੁੰਦੇ ਨੇ ਟੈਨਿਸ ਦੇ, ਠੀਕ ਹੈ। ਤਾਂ 2020 ਦੇ ਵਿੱਚ ਵੀ ਮੈਂ ਕੀ ਹੈ ਜੀ, ਕਰੰਟ ਅਫੇਅਰਸ ਦੇ ਵਿੱਚ ਕਰਵਾਉਣਾ ਇਹ, ਤਾਂ ਹੁਣ ਨਹੀਂ ਦੱਸ ਸਕਦੇ। 4 ਸੀਗੇ, ਸੌਰੀ 4 ਹੁੰਦੇ ਨੇ ਜਿਹੜੇ ਗ੍ਰੈਂਡ ਸਲੈਮ ਹੁੰਦੇ ਨੇ ਟੈਨਿਸ ਦੇ। ਪਹਿਲਾ ਹੁੰਦਾ ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਓਪਨ, ਠੀਕ ਹੈ। ਫਿਰ ਹੁੰਦਾ ਜੀ ਫਰੈਂਚ ਓਪਨ, ਠੀਕ ਹੈ। ਫਿਰ ਹੁੰਦਾ ਜੀ ਵਿੰਬਲਡਨ, ਫਿਰ ਹੁੰਦਾ ਜੀ US ਓਪਨ, ਠੀਕ ਹੈ। 4 ਹੁੰਦੇ ਨੇ। ਆਸਟ੍ਰੇਲੀਆ ਓਪਨ ਹੈ ਜਿਹੜਾ, ਇਹ ਕਾਹਦੇ 'ਤੇ ਖੇਡਿਆ ਜਾਂਦਾ ਜੀ? ਇਹ ਖੇਡਿਆ ਜਾਂਦਾ ਹਾਰਡ ਕੋਰਟ 'ਤੇ, ਠੀਕ ਹੈ। ਫਰੈਂਚ ਓਪਨ ਖੇਡਿਆ ਜਾਂਦਾ ਹੈ ਮਿੱਟੀ 'ਤੇ, ਮਤਲਬ ਕਲੇ 'ਤੇ। ਤੁਸੀਂ ਜੇ ਦੇਖਿਆ ਹੋਵੇ TV ਦੇ ਵਿੱਚ ਦੇਖ ਸਕਦੇ ਹੋ, ਅਤੇ ਚੱਲੀ ਜਾਂਦੇ ਹੁੰਦੇ ਨੇ ਟੈਨਿਸ ਦੇ ਕਈ ਜਗ੍ਹਾ 'ਤੇ ਕੀ ਹੈ ਜੀ, ਉਹ ਪੱਕੇ ਥਾਂ 'ਤੇ ਖੇਡਦੇ ਨੇ, ਮਤਲਬ ਹਾਰਡ ਕੋਰਟ 'ਤੇ ਖੇਡਦੇ ਨੇ। ਜਿਵੇਂ ਕਈ ਕਲੇ 'ਤੇ ਖੇਡਦੇ ਨੇ, ਮਿੱਟੀ 'ਤੇ ਖੇਡਦੇ ਨੇ, ਠੀਕ ਹੈ। ਕਈ ਗਰਾਸ 'ਤੇ ਖੇਡਦੇ ਨੇ, ਠੀਕ ਹੈ। ਤਾਂ ਯਾਦ ਰੱਖਿਓ, ਆਸਟ੍ਰੇਲੀਆ ਓਪਨ ਹਾਰਡ ਕੋਰਟ 'ਤੇ ਖੇਡਿਆ ਜਾਂਦਾ ਹੈ, ਫਰੈਂਚ ਓਪਨ ਕਲੇ 'ਤੇ ਖੇਡਿਆ ਜਾਂਦਾ ਹੈ, ਵਿੰਬਲਡਨ ਹੈ ਜਿਹੜਾ ਇਹ ਕਿਸੇ ਕਾਹਤੇ ਖੇਡਿਆ ਜਾਂਦਾ ਜੀ, ਇਹ ਗਰਾਸ 'ਤੇ ਖੇਡਿਆ ਜਾਂਦਾ, ਘਾਹ 'ਤੇ ਖੇਡਿਆ ਜਾਂਦਾ। US ਓਪਨ ਵੀ ਹਾਰਡ ਕੋਰਟ 'ਤੇ ਖੇਡਿਆ ਜਾਂਦਾ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸ ਸਕਦਾ, ਕੀ ਦੱਸ ਸਕਦਾ? ਦੇਖੋ, ਚੈਸ ਦੇ ਨਾਲ ਜੁੜੀਆਂ ਹੋਈਆਂ ਟਰਮਾਂ ਪੇਪਰ ਦੇ ਵਿੱਚ ਪੁੱਛ ਸਕਦਾ ਹੈ। ਚੈੱਕਮੇਟ ਤੇ ਸਟੇਲਮੇਟ, 2 ਟਰਮਾਂ ਨੇ ਜੀ, ਕਾਹਦੇ ਨਾਲ ਸੰਬੰਧਿਤ ਨੇ? ਪੇਪਰ ਦੇ ਵਿੱਚ ਪੁੱਛ ਸਕਦੇ ਨੇ, ਚੈਸ ਦੇ ਨਾਲ ਸੰਬੰਧਿਤ ਨੇ, ਠੀਕ ਹੈ। ਜਿਵੇਂ ਪੇਪਰ 'ਚ ਪੁੱਛ ਲੈਣ ਤੁਹਾਨੂੰ ਗੁਗਲੀ, ਬਹੁਤੇ ਬੱਚਿਆਂ ਨੂੰ ਪਤਾ ਹੁੰਦਾ। ਗੁਗਲੀ ਕੀ ਹੁੰਦੀ ਹੈ ਜੀ, ਕਾਹਦੇ 'ਚ ਹੁੰਦੀ ਹੈ? ਕ੍ਰਿਕਟ 'ਤੇ ਹੁੰਦੀ ਹੈ, ਪਤਾ ਹੁੰਦਾ ਸਾਰਿਆਂ ਨੂੰ, ਠੀਕ ਹੈ। LBW ਪਤਾ ਹੁੰਦਾ ਸਾਰਿਆਂ ਨੂੰ, ਐਗਜ਼ਾਮੀਨਰ ਨੂੰ ਪਤਾ ਹੈ ਵੀ ਕ੍ਰਿਕਟ ਦੇ ਨਾਲ ਸੰਬੰਧਿਤ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਉਹ ਕੀ ਕਰਦਾ? ਚੈੱਕਮੇਟ ਪਾ ਦੂਗਾ, ਤਾਂ ਬੱਚੇ ਕੀ ਹੈ ਜੀ, ਉੱਥੇ ਉਲਝੀ ਜਾਂਦੇ ਰਹਿੰਦੇ ਨੇ। ਤਾਂ ਚੈਸ ਦੀ ਹੈ ਜਿਹੜੀ, ਮਤਲਬ ਇੱਕ ਇਹ ਟਰਮ ਆ ਗਈ, ਚੈਸ 'ਚ ਯੂਜ਼ ਹੁੰਦੀ ਹੈ, ਸਟੇਲਮੇਟ ਯੂਜ਼ ਹੁੰਦੀ ਹੈ, ਠੀਕ ਹੈ। ਜਿਵੇਂ ਹੁਣ ਫੁੱਟਬਾਲ ਹੈ ਜੀ, ਫੁੱਟਬਾਲ ਦੇ ਵਿੱਚ ਕੀ ਹੁੰਦਾ ਤੁਹਾਡਾ, ਆਪਾਂ ਕਹਿੰਦੇ ਹਾਂ ਪੈਨਲਟੀ ਲੱਗ ਗਈ, ਠੀਕ ਹੈ, ਹੈਂਡਬਾਲ ਹੋ ਗਈ, ਫ੍ਰੀ ਕਿੱਕ ਲਾਤੀ, ਤਾਂ ਬੱਚਿਆਂ ਨੂੰ ਪਤਾ ਹੁੰਦਾ। ਫੁੱਟਬਾਲ ਦਾ, ਹਾਕੀ ਦਾ ਅਤੇ ਕ੍ਰਿਕਟ ਦਾ ਤਾਂ ਮੋਸਟਲੀ ਬੱਚਿਆਂ ਨੂੰ ਪਤਾ ਹੁੰਦਾ, ਪਰ ਐਗਜ਼ਾਮੀਨਰ ਹੋਰ ਹਟ ਕੇ ਪਾਉਂਦਾ, ਠੀਕ ਹੈ। ਚੈਸ ਦਾ ਪਤਾ, ਜਿਵੇਂ ਚੈੱਕਮੇਟ, ਸਟੈਲਮੇਟ ਪੇਪਰ 'ਚ ਪਾ ਦੂਗਾ ਤੁਹਾਡਾ। ਬੇਸਬਾਲ ਦਾ ਪਾ ਦੂਗਾ ਜਿਵੇਂ ਕੋਈ, ਠੀਕ ਹੈ। ਬੇਸਬਾਲ ਦੇ ਵਿੱਚ ਕੀ ਹੁੰਦਾ ਜੀ, ਹੋਮ ਰਨ ਹੁੰਦਾ ਇੱਕ, ਹੋਮ ਰਨ, ਠੀਕ ਹੈ। ਤਾਂ ਪੇਪਰ 'ਚ ਪੁੱਛ ਲੂ ਹੋਮ ਰਨ ਕਿਹੜੀ ਖੇਡ ਦੀ ਜਿਹੜੀ ਟਰਮ ਹੈ, ਉਹ ਹੈਗੀ ਹੈ ਬੇਸਬਾਲ ਦੀ, ਠੀਕ ਹੈ। ਹੁਣ ਬੇਸਬਾਲ ਕਾਹਦੇ 'ਤੇ ਖੇਡਿਆ ਜਾਂਦਾ ਜੀ? ਉਹਨੂੰ ਕਹਿੰਦੇ ਨੇ, ਜਿਹੜਾ ਗਰਾਊਂਡ ਹੁੰਦਾ ਉਹ ਡਾਇਮੰਡ ਕਹਿੰਦਾ ਜੀ ਉਹਨੂੰ, ਠੀਕ ਹੈ। ਤਾਂ ਉਹਨੂੰ ਡਾਇਮੰਡ ਕਹਿੰਦੇ ਨੇ। ਮੈਂ ਪੇਪਰ ਦੇ ਸੌਰੀ ਇਹਦੇ ਨਾਲ ਰਿਲੇਟਡ ਇੱਕ ਵੀਡੀਓ ਪਾਈ ਹੋਈ ਹੈ, ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਜਾਣਕਾਰੀ ਬਹੁਤ ਜ਼ਿਆਦਾ ਚੈਸ ਦੀ। ਜਿਵੇਂ ਦੇਖੋ, ਹੁਣ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ, ਦੇਖੋ ਫੁੱਟਬਾਲ ਹੈ, ਠੀਕ ਹੈ। ਫੁੱਟਬਾਲ ਹੈ, ਇੱਕ ਚੈਸ ਹੈ, ਠੀਕ ਹੈ। ਕਿਵੇਂ ਕੁਐਸਚਨ ਬਣੂਗਾ ਜੀ ਇੱਥੇ ਦੇਖੋ, ਹੁਣ ਫੁੱਟਬਾਲ ਦੀ ਜਿਹੜੀ ਬਾਡੀ ਆ ਉਹ ਹੁੰਦੀ ਹੈ ਜੀ FIFA, ਠੀਕ ਹੈ। ਕਹਿੰਦੇ ਫਿਫਾ ਹੈਗਾ, ਹੈ ਨਾ। ਫਿਫਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਫੁੱਟਬਾਲ ਨਾਲ ਸੰਬੰਧਿਤ ਹੈ। ਪਰ ਫਿਡੇ ਪੁੱਛ ਲਏ ਪੇਪਰ ਦੇ ਵਿੱਚ, ਫਿਡੇ ਤਾਂ ਉਹ ਕਾਹਦੀ ਹੈ ਜੀ, ਚੈਸ ਦੀ ਬਾਡੀ ਹੈ, ਠੀਕ ਹੈ। ਫਿਫਾ ਦਾ ਜਿਹੜਾ ਹੈੱਡਕੁਆਟਰ ਉਹ ਕਿੱਥੇ ਹੈ ਜੀ? ਯੂਰਿਕ, ਠੀਕ ਹੈ। ਸਵਿਟਜ਼ਰਲੈਂਡ ਯੂਰਿਕ ਦੇ ਵਿੱਚ ਜਿਹੜਾ ਫਿਫਾ ਦਾ ਹੈੱਡਕੁਆਟਰ ਆ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਮੈਂ ਤੁਹਾਨੂੰ ਹੋਰ ਦੱਸਣਾ ਸੀਗਾ ਕੁਛ, ਚੈਸ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਸਕਦਾ, ਜਿਵੇਂ ਹੁਣ ਪਤਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਚੈਸ ਦੇ ਵਿੱਚ ਕੀ ਹੁੰਦੇ ਨੇ, ਘੋੜੇ ਹੁੰਦੇ ਨੇ, ਹਾਥੀ ਹੁੰਦੇ ਨੇ, ਠੀਕ ਹੈ। ਤਾਂ ਉੱਥੇ ਕੀ ਹੈ, ਜਿਹੜੇ ਉਹ ਘੋੜੇ ਹਾਥੀ ਨੇ, ਉਹਨਾਂ ਨੂੰ ਇਹ ਨਹੀਂ ਹੈਗਾ ਵੀ ਇੰਗਲਿਸ਼ ਦੇ ਵਿੱਚ ਕੀ ਕਹਿ ਦੋਗੇ ਤੁਸੀਂ, ਕੈਮਲ ਕਹਿ ਦੋਗੇ, ਹਾਰਸ ਕਹਿ ਦੋਗੇ, ਨਹੀਂ, ਉਹਨਾਂ ਵਾਸਤੇ ਸਪੈਸ਼ਲ ਟਰਮ ਯੂਜ਼ ਕੀਤੀ ਜਾਂਦੀ ਹੈ। ਦੇਖੋ, ਜੇ ਤਾਂ ਹੈਗੇ ਨੇ ਘੋੜੇ, ਘੋੜਿਆਂ ਨੂੰ ਕੀ ਕਿਹਾ ਜਾਂਦਾ ਜੀ? ਤਾਂ ਉਹ ਕਿਹਾ ਜਾਂਦਾ ਜੀ ਨਾਈਟ, KNIGHT, ਘੋੜਿਆਂ ਨੂੰ ਕੀ ਕਿਹਾ ਜਾਂਦਾ ਜੀ? ਨਾਈਟ ਕਿਹਾ ਜਾਂਦਾ ਹੈ। ਹਾਥੀ ਨੂੰ ਕੀ ਕਿਹਾ ਜਾਂਦਾ ਜੀ? ਰੁੱਖ, ROK, ਹਾਥੀ ਨੂੰ ਕਿਹਾ ਜਾਂਦਾ ਜੀ, ਠੀਕ ਹੈ। ਊਠ ਨੂੰ ਕੀ ਕਿਹਾ ਜਾਂਦਾ ਜੀ? ਬਿਸ਼ੌਪ, ਠੀਕ ਹੈ। ਸੈਨਿਕ ਨੂੰ ਕੀ ਕਿਹਾ ਜਾਂਦਾ ਜੀ? ਪੌਨ, ਠੀਕ ਹੈ। ਇੰਪੋਰਟੈਂਟ ਜਾਣਕਾਰੀ ਹੈ, ਪੇਪਰ ਦੇ ਵਿੱਚ ਤੁਹਾਨੂੰ ਅਗਲੇ ਫਰਦਰ ਦੇਖਣ ਨੂੰ ਮਿਲਣਗੇ, ਠੀਕ ਹੈ। ਤੇ ਰਾਜਾ ਰਾਣੀ ਨੂੰ ਕੀ ਕਿਹਾ ਜਾਂਦਾ? ਬੇਸਿਕਲੀ ਉਹਨਾਂ ਨੂੰ ਕਿੰਗ ਤੇ ਕੁਈਨ ਹੀ ਕਿਹਾ ਜਾਂਦਾ, ਠੀਕ ਹੈ। ਤਾਂ ਕੁਐਸਚਨ ਲੰਬਾ ਹੋ ਜਾਊਗਾ। 10th ਕੁਐਸਚਨ, ਵੰਸ ਇਲੈਕਟਡ ਆ ਫੁੱਲ ਟਰਮ ਆ ਜੱਜ ਸਰਵਿਸ ਔਨ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਦੇਖੋ ਜੀ, ਜਿਹੜਾ ਇਹਦਾ ਸਹੀ ਆਨਸਰ ਆ ਉਹ ਕੀ ਹੈ ਜੀ? 9 years। ਹੁਣ ਇਹਨੇ ਕੁਐਸਚਨ ਬਣਾਇਆ ਕੀ ਹੈ ਜੀ? ਇਹਨੇ ਬਣਾਇਆ ਹੋਇਆ ਕੁਐਸਚਨ ਜੀ ICJ ਤੋਂ, ਜਿਹਨੂੰ ਕਹਿੰਦੇ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਕਿਹਦੀ ਬਾਡੀ ਆ? ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ, ਯੂਨਾਈਟਡ ਨੇਸ਼ਨ ਆਰਗੇਨਾਈਜੇਸ਼ਨ ਦੀ ਇਹ ਬਾਡੀ ਆ, ਠੀਕ ਹੈ। ਔਰਗਨ ਹੈ ਜਾਂ ਪੇਪਰ 'ਚ ਪੁੱਛ ਲੈਂਦੇ ਨੇ। UNO ਦੇ ਕਿੰਨੇ ਔਰਗਨ ਨੇ? ਤਾਂ ਤੁਸੀਂ ਕਹੋਗੇ ਜੀ 6 ਔਰਗਨ ਨੇ UNO ਦੇ, ਠੀਕ ਹੈ। ਜਿਨ੍ਹਾਂ ਦੇ ਵਿੱਚੋਂ ਕੀ ਹੈ ਜੀ, ਇੱਕ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਸ ਤੋਂ ਇਲਾਵਾ ਹੋਰ 5 ਕਿਹੜੇ ਨੇ ਜੀ? TC ਹੈ, ਠੀਕ ਹੈ, ਜਿਹਨੂੰ ਕਹਿੰਦੇ ਨੇ ਟਰਸਟੀਸ਼ਿਪ ਕਾਊਂਸਲ ਕਹਿੰਦੇ ਨੇ, ਠੀਕ ਹੈ। ਐਸਕੋਸ ਆ ਜੀ, ਠੀਕ ਹੈ।
ਤੁਹਾਡਾ ਜਨਰਲ ਅਸੈਂਬਲੀ ਹੈ ਜੀ, ਠੀਕ ਹੈ, ਜਨਰਲ ਅਸੈਂਬਲੀ ਹੈ, ਤੇ ਤੁਹਾਡਾ ਸਿਕਿਉਰਿਟੀ ਕਾਊਂਸਲ ਹੈ, ਠੀਕ ਹੈ, ICJ ਹੈ, ਠੀਕ ਹੈ। ਤਾਂ ਪੰਜਵਾਂ ਮੈਨੂੰ ਇੱਕ ਮੇਰੇ ਦਿਮਾਗ ਚੋਂ ਨਿਕਲ ਚੁੱਕਿਆ ਜੀ, ਠੀਕ ਹੈ। ਤਾਂ ਜੇ ਯਾਦ ਆ ਗਿਆ ਮੈਂ ਤੁਹਾਨੂੰ ਦੱਸ ਦੂੰਗਾ, ਠੀਕ ਹੈ। ਇੱਕ ਛੇਵਾਂ ਹੋਰ ਹੈ ਜੀ। ਤਾਂ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ। ਹੁਣ ਜਿਹੜੇ ਆਹ ਵਾਲੇ ਪੰਜ ਨੇ, ਬਾਕੀ ਕੀ ਤੋਂ ਇਲਾਵਾ, ICJ ਤੋਂ ਇਲਾਵਾ, ਇਹਨਾਂ ਸਾਰਿਆਂ ਦੇ ਹੈੱਡਕੁਆਟਰ ਨੇ ਉਹ ਕਿੱਥੇ ਨੇ ਜੀ? ਨਿਊਯਾਰਕ ਦੇ ਵਿੱਚ ਨੇ, USA ਦੇ ਵਿੱਚ, ਠੀਕ ਹੈ। ਜਿੱਥੇ UNO ਦਾ ਹੈੱਡਕੁਆਟਰ ਹੈ ਉਹ ਵੀ ਕਿੱਥੇ ਹੈ ਜੀ? ਨਿਊਯਾਰਕ ਦੇ ਵਿੱਚ। ਜਿਹੜੇ ਆਹ ਪੰਜ ਨੇ ਇਹਨਾਂ ਦਾ ਵੀ ਕਿੱਥੇ ਹੈ ਜੀ? ਨਿਊਯਾਰਕ ਦੇ ਵਿੱਚ, ਠੀਕ ਹੈ। ਜੇ ਪੇਪਰ 'ਚ ਪੁੱਛ ਲੈਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ ਜੀ? ਤਾਂ ਉਹ ਹੈਗਾ ਨੈਦਰਲੈਂਡ ਹੌਗ ਦੇ ਵਿੱਚ, ਠੀਕ ਹੈ। ਇਹ ਵੀ ਗੱਲ ਤੁਸੀਂ ਕੀ ਹੈ ਜੀ? ਯਾਦ ਰੱਖਣੀ ਹੈ, ਠੀਕ ਹੈ। ਨੈਦਰਲੈਂਡ ਹੌਗ। ਹੁਣ ਨੈਦਰਲੈਂਡ ਤੋਂ ਮੈਨੂੰ ਯਾਦ ਆਇਆ, ਨੈਦਰਲੈਂਡ ਦੀ ਪੇਪਰ 'ਚ ਕੈਪੀਟਲ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਹੌਗ ਹੈ। ਨਹੀਂ, ਨੈਦਰਲੈਂਡ ਦੀ ਕੈਪੀਟਲ ਹੌਗ ਨਹੀਂ ਹੈਗੀ। ਤਾਂ ਨੈਦਰਲੈਂਡ ਦੀ ਕੈਪੀਟਲ ਕੀ ਹੈ ਜੀ? ਐਮਸਟਰਡੈਮ। ਐਮਸਟਰਡੈਮ ਕੀ ਹੈ ਜੀ? ਨੈਦਰਲੈਂਡ ਦੀ ਕੈਪੀਟਲ ਹੈ, ਠੀਕ ਹੈ ਜੀ। ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜਿਹੜੇ ਜੱਜ ਦਾ ਟਨਿਓਰ ਹੁੰਦਾ ਜੀ ਉਹ ਕਿੰਨਾ ਹੁੰਦਾ ਜੀ? 9 ਸਾਲ ਤੱਕ ਹੁੰਦਾ ਹੈ। ਟੋਟਲ ਪੇਪਰ 'ਚ ਪੁੱਛ ਲੈਣ, ਇਹ ਪੁੱਛਿਆ ਹੋਇਆ ਕੁਐਸਚਨ ਹੈ ਜੀ, ਕਿੰਨੇ ਜੱਜ ਹੁੰਦੇ ਨੇ? 15 ਜੱਜ ਹੁੰਦੇ ਨੇ। ਟਨਿਓਰ ਕਿੰਨਾ ਹੁੰਦਾ ਜੀ? 9 ਸਾਲਾਂ ਦਾ ਹੁੰਦਾ ਹੈ। ਤੇ ਜੱਜ ਹੁੰਦੇ ਕਿੰਨੇ ਨੇ ਜੀ? 15 ਹੁੰਦੇ ਨੇ। ਤੇ ਜਿਹੜਾ ਸਾਡਾ ਪਹਿਲਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹੜਾ ਇੰਡੀਅਨ ਜੱਜ ਸੀ ਤਾਂ ਉਹ ਕੌਣ ਸੀਗਾ ਜੀ? ਨਰਿੰਦਰ ਸਿੰਘ, ਨਗੇਂਦਰ ਸਿੰਘ, ਠੀਕ ਹੈ ਜੀ, ਨਗੇਂਦਰ ਸਿੰਘ, ਠੀਕ ਹੈ। ਧਿਆਨ ਦੇ ਵਿੱਚ ਤੁਸੀਂ ਇਹ ਗੱਲ ਰੱਖਣੀ ਹੈ। UNO ਕਦੋਂ ਬਣਿਆ ਜੀ? 24 ਅਕਤੂਬਰ 1945 ਨੂੰ ਕੀ ਹੈ? UNO ਬਣਿਆ। 24 ਅਕਤੂਬਰ ਨੂੰ UN ਡੇ ਬਣਾਇਆ ਜਾਂਦਾ ਹੈ। UNO ਦੀ ਜਿਹੜੀ UNO ਦੀ ਬਿਲਡਿੰਗ ਬਣਨ ਵਾਸਤੇ ਜਿਹੜੀ ਜਗ੍ਹਾ ਡੋਨੇਟ ਕੀਤੀ ਸੀ ਉਹ ਕਿਹਨੇ ਕੀਤੀ ਸੀ ਜੀ? ਜੌਹਨ ਡੀ ਰੌਕਫੈਲਰ ਨੇ। ਜੌਨ ਡੀ ਰੌਕਫੈਲਰ ਨੇ, ਠੀਕ ਹੈ ਜੀ। ਤੇ ਇਹਨੂੰ ਡਿਜ਼ਾਈਨ ਕਿਹਨੇ ਕੀਤਾ ਸੀ? ਮਤਲਬ ਆਰਕੀਟੈਕਟ ਕੌਣ ਸੀਗਾ? ਪੇਪਰ 'ਚ ਪੁੱਛ ਸਕਦੇ ਨੇ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਵੈਲਸ ਡੀ ਹੈਰੀਸਨ, ਠੀਕ ਹੈ। ਤਾਂ ਜਾਣਕਾਰੀ ਹੋਰ ਵੀ ਬਹੁਤ ਜ਼ਿਆਦਾ ਹੈ, ਤਾਂ ਮਤਲਬ ਕੀ ਹੈ, ਫਿਰ ਲੈਕਚਰ ਲੰਬਾ ਹੋ ਜਾਂਦਾ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਰਾਈਡਰ ਕੱਪ ਇਜ਼ ਐਸੋਸੀਏਟਡ ਵਿਦ, ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ। ਰਾਈਡਰ ਕੱਪ ਜਿਹੜਾ ਹੈ ਕਿਹੜੀ ਗੇਮ ਦੇ ਨਾਲ ਸੰਬੰਧਿਤ ਹੈ? ਤਾਂ ਤੁਸੀਂ ਕਹੋਗੇ ਜੀ ਗੋਲਫ ਨਾਲ, ਠੀਕ ਹੈ। ਤਾਂ ਗੋਲਫ ਨਾਲ ਕੀ ਹੈ ਜੀ? ਰਾਈਡਰ ਕੱਪ ਸੰਬੰਧਿਤ ਹੈ। ਗੋਲਫ ਮਿਲਖਾ ਸਿੰਘ ਦਾ ਮੁੰਡਾ ਕੌਣ ਖੇਡਦਾ ਜੀ? ਮਿਲਖਾ ਸਿੰਘ ਦਾ ਬੇਟਾ ਜਿਹੜਾ ਉਹ ਗੋਲਫ ਖੇਡਦਾ, ਜਿਹਦਾ ਨਾਮ ਹੈ ਜੀ ਜੀਵ ਮਿਲਖਾ ਸਿੰਘ, ਠੀਕ ਹੈ, ਯਾਦ ਰੱਖਿਓ। ਠੀਕ ਹੈ। ਮਿਲਖਾ ਸਿੰਘ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਫਲਾਈਂਗ ਸਿੱਖ ਦੇ ਨਾਲ ਜਾਣਿਆ ਜਾਂਦਾ। ਫਲਾਈਂਗ ਸਿੱਖ ਕਿਹਨੂੰ ਕਿਹਾ ਜਾਂਦਾ? ਮਿਲਖਾ ਸਿੰਘ ਨੂੰ ਕਿਹਾ ਜਾਂਦਾ ਹੈ। ਰਾਈਡਰ ਕੱਪ ਦੇ ਨਾਲ ਸਿਰਫ ਮਿਲਦਾ ਜੁਲਦਾ ਇੱਕ ਹੋਰ ਕੱਪ ਹੈ ਜੀ, ਜਿਹਨੂੰ ਕਹਿੰਦੇ ਨੇ ਰੋਵਰ ਕੱਪ। ਪੇਪਰ 'ਚ ਪੁੱਛ ਲੈਣਾ ਰੋਵਰ ਕੱਪ ਕਿਹੜੀ ਖੇਡ ਨਾਲ ਸੰਬੰਧਿਤ ਹੈ? ਤੁਸੀਂ ਕਹੋਗੇ ਜੀ ਫੁੱਟਬਾਲ ਨਾਲ, ਠੀਕ ਹੈ। ਰਾਈਡਰ ਕੱਪ ਕਿਹਦੇ ਨਾਲ ਸੰਬੰਧਿਤ ਹੈ ਜੀ? ਗੋਲਫ ਨਾਲ ਸੰਬੰਧਿਤ ਹੈ। ਰੋਵਰ ਕੱਪ ਕਿਹਦੇ ਨਾਲ ਸੰਬੰਧਿਤ ਹੈ ਜੀ? ਫੁੱਟਬਾਲ ਦੇ ਨਾਲ ਸੰਬੰਧਿਤ ਹੈ, ਠੀਕ ਹੈ। ਧਿਆਨ ਰੱਖਿਓ ਬੈਡਮਿੰਟਨ ਕਿਹਦੇ ਦੇਸ਼ ਦੀ ਗੇਮ ਹੈ ਜੀ? ਇੰਡੋਨੇਸ਼ੀਆ, ਠੀਕ ਹੈ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੰਡੋਨੇਸ਼ੀਆ ਬਾਰੇ ਮੈਨੂੰ ਯਾਦ ਆ ਗਿਆ। ਇੰਡੋਨੇਸ਼ੀਆ ਜਿਹੜਾ ਦੇਸ਼ ਹੈ ਇਹਦੀ ਸਾਰਿਆਂ ਨਾਲੋਂ ਵੱਡੀ ਲਾਰਜੈਸਟ ਆਰਕੀਓਪਲੋਜੀ ਹੈ, ਠੀਕ ਹੈ। ਆਰਕੀਓਪਲੋਜੀ, ਠੀਕ ਹੈ। ਸਪੈਲਿੰਗ ਮਾੜੇ ਚੈੱਕ ਕਰ ਲਿਓ। ਆਰਕੀਓਪਲੋਜੀ, ਦੇਖੋ ਆਰਕੀਓਪਲੋਜੀ ਕੀ ਮਤਲਬ ਹੁੰਦਾ? ਗਰੁੱਪ ਆਫ ਆਈਲੈਂਡ, ਗਰੁੱਪ ਆਫ ਆਈਲੈਂਡ, ਟਾਪੂਆਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਜੀ? ਆਰਕੀਓਪਲੋਜੀ ਕਿਹਾ ਜਾਂਦਾ। ਇੰਡੋਨੇਸ਼ੀਆ ਦੀ ਜੇ ਪੇਪਰ 'ਚ ਪੁੱਛ ਲੈਣ ਸਾਰਿਆਂ ਨਾਲੋਂ ਵੱਡੀ ਆਰਕੀਓਪਲੋਜੀ ਕਿਹਦੀ ਹੈ? ਤਾਂ ਇੰਡੋਨੇਸ਼ੀਆ ਦੀ ਹੈ, ਠੀਕ ਹੈ। ਹੁਣ ਮੈਨੂੰ ਇੰਡੋਨੇਸ਼ੀਆ ਦਾ ਕੀ ਯਾਦ ਆ ਗਿਆ? ਜਿਹੜੀ ਕੈਪੀਟਲ ਹੈ ਇੰਡੋਨੇਸ਼ੀਆ ਦੀ ਜਕਾਰਤਾ, ਬਹੁਤੇ ਬੱਚਿਆਂ ਨੂੰ ਪਤਾ ਹੋਊਗੀ, ਪਰ ਨਹੀਂ। ਹੁਣ ਪਹਿਲਾਂ ਜਕਾਰਤਾ ਸੀ, ਹੁਣ ਜਿਹੜੀ ਚੇਂਜ ਕਰਕੇ ਇੰਡੋਨੇਸ਼ੀਆ ਦੀ ਕੈਪੀਟਲ ਕੀ ਕਰਤੀ ਜੀ? ਈਸਟ ਕਾਲੀਆਮੰਤਨ, ਠੀਕ ਹੈ। ਇਹ ਗੱਲ ਤੁਸੀਂ ਵੀ ਯਾਦ ਰੱਖਣੀ ਹੈ। ਇੰਡੋਨੇਸ਼ੀਆ ਦੇ ਵਿੱਚ ਕੀ ਹੈ ਜੀ? ਹੈੱਡਕੁਆਟਰ ਸੀ ਕਿਹਦਾ? ਆਸੀਆਨ ਦਾ, ਠੀਕ ਹੈ। ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਕਿੱਥੇ? ਜਕਾਰਤਾ ਦੇ ਵਿੱਚ। ਆਸੀਆਨ ਦਾ ਪੇਪਰ 'ਚ ਪੁੱਛ ਲੈਣਾ ਹੈੱਡਕੁਆਟਰ ਕਿੱਥੇ ਹੈ ਜੀ? ਤਾਂ ਇੰਡੋਨੇਸ਼ੀਆ ਜਕਾਰਤਾ ਦੇ ਵਿੱਚ ਹੈ, ਠੀਕ ਹੈ ਜੀ। ਤੇ ਹਾਕੀ ਸਾਡੀ ਕਿਹਦੀ ਗੇਮ ਹੈ ਜੀ? ਪਾਕਿਸਤਾਨ ਅਤੇ ਇੰਡੀਆ ਦੀ ਜਿਹੜੀ ਨੈਸ਼ਨਲ ਗੇਮ ਹੈ ਉਹ ਕਿਹੜੀ ਹੈ ਜੀ? ਹਾਕੀ ਹੈ। ਹਾਕੀ ਦਾ ਜਾਦੂਗਰ ਕਿਹਨੂੰ ਕਿਹਾ ਜਾਂਦਾ ਜੀ? ਧਿਆਨ ਚੰਦ ਨੂੰ ਕਿਹਾ ਜਾਂਦਾ ਹੈ। ਧਿਆਨ ਚੰਦ ਨੂੰ ਕਿਹਾ ਜਾਂਦਾ। ਧਿਆਨ ਚੰਦ ਪੇਪਰ 'ਚ ਪੁੱਛ ਲੈਣ ਕਿੱਥੋਂ ਬਿਲੋਂਗ ਕਰਦੇ ਸੀਗੇ? ਉੱਤਰ ਪ੍ਰਦੇਸ਼ ਤੋਂ। ਉੱਤਰ ਪ੍ਰਦੇਸ਼ ਤੋਂ ਇਲਾਹਾਬਾਦ ਤੋਂ। ਇਲਾਹਾਬਾਦ ਦਾ ਨਵਾਂ ਨਾਮ ਕੀ ਹੈ ਜੀ? ਪ੍ਰਯਾਗਰਾਜ, ਠੀਕ ਹੈ। ਕੁਐਸਚਨ ਤਾਂ ਬਣਦੇ ਹੀ ਤੁਰੇ ਜਾਂਦੇ ਨੇ। 29 ਅਗਸਤ ਨੂੰ ਕੀ ਹੈ ਜੀ? ਨੈਸ਼ਨਲ ਸਪੋਰਟਸ ਡੇ ਹੈ ਜਿਹੜਾ 29 ਅਗਸਤ ਨੂੰ ਮਨਾਇਆ ਜਾਂਦਾ, ਠੀਕ ਹੈ ਜੀ। 12ਵਾਂ ਕੁਐਸਚਨ ਦਾ ਸਿਕਿਉਰਿਟੀ ਕਾਊਂਸਲ ਆਫ UN ਕੰਸਿਸਟਸ ਆਫ, ਜਿਹੜਾ ਸਿਕਿਉਰਿਟੀ ਕਾਊਂਸਲ ਹੈ ਇਹ ਕੀ ਮਤਲਬ ਇਹਦਾ ਜਿਹੜਾ ਸਟਰਕਚਰ ਹੁੰਦਾ ਉਹ ਕੀ ਹੁੰਦਾ ਜੀ? ਤਾਂ ਇਹਦੇ ਵਿੱਚ ਕੀ ਹੁੰਦਾ ਜੀ? 5
परमानेंट मैंबर होंगे ने जी, तो 10 की है जी नॉन परमानेंट मैंबर होंगे ने। टोटल कितने मैंबर होंगे ने? 15 होंगे। ठीक है, 5 जोड़े होंगे ने वो परमानेंट होंगे ने। ठीक है, तो 10 ने जोड़े वो की होंगे ने जी नॉन परमानेंट मैंबर होंगे ने। परमानेंट मैंबर जोड़े है ने पेपर के पूछ सकते हैं किहड़े किहड़े ने जी? यूके, US, रशिया, चाइना तो फ्रांस। ठीक है, तो पेपर के पूछ रहे हैं इंडिया परमानेंट मैंबर है? नहीं जी, इंडिया नॉन परमानेंट मैंबर है। तो परमानेंट मैंबरस कोले ही की होंगी है जी? वीटो पावर है जी, वो परमानेंट मैंबरस के कोले होंगी है। ध्यान रखियो। तो तुहाडा जिहड़ा UN है इहदियां कितनियां लैंगुएजेस ने? वो है जी तुहाडियां 6 लैंगुएजेस ने। ठीक है, किहड़ियां फ्रेंच है जी तुहाडी। ठीक है, रशियन है। ठीक है जी, स्पैनिश है। ठीक है जी, तुहाडी इंग्लिश है, चाइनीज़ आ ते अरेबिक है। पेपर पूछ लेना सारे नालों लास्ट ते एड की? अरेबियन या अरेबिक। ठीक है, अरेबिक लैंगुएज की गई। 6 लैंगुएजेस ने ਜਿਹੜੀਆਂ वर्किंग लैंगुएजेस ने ਜਿਹੜੀਆਂ ਵਰਤੀਆਂ ਜਾਂਦੀਆਂ ਨੇ। पेपर 'ਚ ਪੁੱਛ ਸਕਦਾ ਕਿੰਨੀਆਂ लैंगुएज ने? तो वो 2 ने। ठीक है, ਇੱਥੇ क्वेश्चन बहुत मतलब एग्जामिनर सैट कर दिंदा। टोटल तो 6 ने, तुसीं कहोगे जे टोटल पूछे तो 6 ने, जे पूछ ले वर्किंग लैंगुएजेस कितनियां ने तो 2 ने जी। किहड़ियां? इंग्लिश ते फ्रेंच, ਜਿਹੜੀਆਂ 2 ਵਰਤੀਆਂ ਜਾਂਦੀਆਂ लैंगुएजेस ने। ठीक है जी, 24 अक्तूबर 1945 ਨੂੰ ਕਿ UN ਬਣਿਆ ਤਾਂ ਉਦੋਂ USA ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਕੌਣ ਸੀਗਾ ਜੀ? ਤੁਹਾਡਾ डी ਰੋਜ਼ਵੈਲਟ। ठीक है, दूजी वर्ल्ड वार है जी वो 1939 तो लैके 1945 ਦੇ ਵਿੱਚ ਕੀ ਹੈ ਜੀ ਚੱਲੀ, ਜਿਹਨੂੰ ਖਤਮ ਕੀਤਾ ਕਿਹਨੇ? UN ਨੇ। ਠੀਕ है, ਤਾਂ ਸੰਧੀ ਹੋ ਗਈ ਸੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਉਹਦੇ ਕਿੰਨੇ ਮੈਂਬਰ ਨੇ पेपर ਦੇ ਵਿੱਚ ਪੁੱਛ ਸਕਦੇ ਨੇ ਹੁਣ ਐਟ ਪ੍ਰੈਜ਼ੈਂਟ? 193 ਨੇ। ਲਾਸਟ ਜਿਹੜਾ ਮੈਂਬਰ ਹੈ ਉਹ ਕਿਹੜਾ ਜੀ? ਤਾਂ ਇੱਥੇ ਦੇਖੋ ਕਿਹੜਾ ਜੀ पेपर 'ਚ ਪੁੱਛ ਸਕਦੇ ਨੇ? ਸਾਊਥ ਸੁਡਾਨ। ठीक है, जी कैपिटल की है जी ਇਹਦੀ? ਜੂਬਾ। ठीक है, साउथ सुडान है जोड़ा 193वां मैंबर है जी कहदा? UN ਉਹਦਾ। वट इज़ द टन्योर ऑफ चीफ इलैक्शन कमिश्नर ऑफ इंडिया? चीफ इलैक्शन कमिश्नर का जोड़ा टन्योर होंगे जी वो कितना होंगे जी? 6 ईयर और 65 ईयर। ठीक है, 6 साल तक या 65 ईयर्स तक। ठीक है, तो ध्यान दे विच रखियो। देखो चीफ इलैक्शन कमिश्नर देखो आर्टिकल किहड़ा? पहली गल तो आर्टिकल है जी 324। इन्नी गल क्लीयर है। देखो यदा पैटर्न की होंगे 1+2 का कॉम्बीनेशन होंगे जी। एक है जोड़ा वो की होंगे जी चीफ इलैक्शन कमिश्नर होंगे, 2 की होंगे ने जी इलैक्शन कमिश्नर। ठीक है, तो फस्ट चीफ इलैक्शन कमिश्नर ऑफ इंडिया कौन सी जी? तो वो जी सुकुमार सेन। ठीक है जी, सुकुमार सेन सीगा जी। तो ये गल तुसीं याद रखनी है। तो एक क्वेश्चन होर पेपर के आया सी इलैक्शन पटीशन, जे इलैक्शन पटीशन पै जाए तो वह कित्थे सॉल्व होंदी है? तो वह होंदी है जी हाई कोर्ट दे विच। ठीक है, इत्थों मैनूं होर क्वेश्चन याद आ गया। देखो जी एक होंदा जी आर्टिकल 32। ठीक है, जिहदे तहत अपने जे फंडामेंटल राइट ने, अपने मौलिक अधिकार ने जे वायलट हो जाण, उन्हां दी उलंघना हो जाए तो असीं कित्थे जा सकते हैं? सुप्रीम कोर्ट दे विच जा सकते हैं। ठीक है, तो ये होगी सेंटर की गल। जे असीं मतलब हाई कोर्ट दे विच जा सकते हैं तो वो किहड़े आर्टिकल दे नाल जा सकते हैं? तो आर्टिकल 226। ठीक है, तो हाई कोर्ट दे विच जा सकते हैं आर्टिकल 226 दे नाल। आर्टिकल 32 दे नाल असीं जा सकते हैं सुप्रीम कोर्ट दे विच जा सकते हैं। BR अंबेडकर ने इहनूं की कहा सीगा जी? हार्ट एंड सोल ऑफ इंडियन कॉन्स्टिट्यूशन तो आर्टिकल 32। ठीक है जी, तो होर मैं तुहानूं की दस सकदा जी? एक आर्टिकल 326 याद रख लियो। ठीक है, ये भी इलैक्शन के नाल संबंधित है जी। अडल्ट फ्रेंचाइजी, अडल्ट फ्रेंचाइजी। ठीक है, जिहदे विच की है जी जिहड़ी एज आ बच्चे की वो कितनी दसी गई जी? 18 साल। ठीक है, तो 18 साल का बच्चा जिहड़ा वो 18 साल की उम्र के वोट पा सकते हैं। पहला जी उम्र होंगी सी 21 साल होंगी सी। ठीक, 21 तो घटा के 18 करती तो अमेंडमेंट कि हुई जी? 61st अमेंडमेंट। याद रखनी है, इंपॉर्टेंट है। ठीक है, तो कमेटी पूछ लैन पेपर के आउंदी नहीं वैसे कमेटी पेपर च तारकुंडे कमेटी सी। ठीक है, तो यह भी तुसीं गल याद रख सकते हो। पोंगल इज़ आ फेमस फैसटीवल ऑफ विच स्टेट? पोंगल है जोड़ा ये किहड़े स्टेट का जोड़ा फैसटीवल आ? तो ये है जी तुहाडा तमिलनाडु का। ठीक है, फैसटीवल तुसीं याद रखने आ। पोंगल है जोड़ा वो किहदा जी? तमिलनाडु का। एक जलीकट्टू, जलीकट्टू पेपर के पूछ लैन किहदा जी? ये भी तुहाडा की है जी?
तमिलनाडु का। करनाटका का जिहड़ा फोक डांस है वो की है जी, फोक डांस की मैं गल कर रहा तो है जी यक्षगान। ठीक है। केरला का है जी कथक कली, कथक कली पेपर के पूछ सकते हैं केरला का। एक है जी केरला का मोनी अट्टम। ठीक है, फोक डांस, ये भी तुसी गल याद रखनी है। तो हरियाणे का तुसी याद रख सकते हो जी, हरियाणे का है जी तुहाडा घूमर। ठीक है। राजस्थान का है जी तुहाडा झूमर। ठीक है। हरियाणे का है जी तुहाडा घूमर, ते राजस्थान का है जी तुहाडा झूमर। ठीक है। घूमर हरियाणे का जी झूमर हैगा। ठीक है, ये कन्फ्यूजन होगी। तो राजस्थान का है जी घूमर। ठीक है, याद रखियो। तो एक कन्फ्यूजिंग पार्ट है, देखो मैं भी कन्फ्यूज हो गया थे तो देखे। ठीक है जी, तो याद रखियो हरियाणे का है झूमर, राजस्थान का है जी घूमर। दोबारा ही लिख देना। ठीक है जी। तो जम्मू कश्मीर का पूछ लेना तो वो है जी रौफ। ठीक है, जम्मू कश्मीर हुण की है जी यूटी बन चुकी है जी, तो याद रखियो। हू वाज द फर्स्ट फीमेल रूलर ऑफ इंडिया। फर्स्ट फीमेल रूलर इंडिया की कौन सी, तो सारे पता जी रजिया सुल्तान। ठीक है, रजिया सुल्तान की सी जी फर्स्ट फीमेल रूलर सी जी। तो सलेव डायनैसटी तो की सीगा जी ये मतलब बिलोंग करती सी। सलेव डायनैसटी है जी वो चली कदों है जी 1206 तो लैके 1290 तक चली है जी। ठीक है, यदा जो फाउंडर सीगा वो कौन सीगा जी कुतुब दीन ऐबक। ठीक है, ये गल तुसी याद रखनी है, कुतुबदीन ऐबक। तो उदू बाद कौन आया जी इल्तुतमिश। इल्तुतमिश नूं की कहा जाता जी रियल फाउंडर ऑफ दिल्ली सल्तनत किहनूं कहा जाता जी इल्तुतमिश नूं कहा जाता है। तो क्योंकि इन्हें की कीता सीगा जी जिहड़ी कैपीटल सी वो लाहौर तो कित्थे शिफ्ट करती सी जी दिल्ली दे विच शिफ्ट करती सी इल्तुतमिश ने। एकता सिस्टम किहने चलाया पेपर च पूछ सकते हैं, तो यह भी इल्तुतमिश ने चलाया। तो इन्हें दो मतलब कॉइनस चलाए सी सिल्वर जिन्हों टंका कह देंगे ने, एक चलाए से इन्हें कॉपर के जिन्हों कह देंगे ने जित्तल। ठीक है जी, ये गल तुसी भी याद रख सकते हो। स्लेव ऑफ स्लेव्स, स्लेव ऑफ स्लेव्स पेपर च पूछ लैन किहनूं कहा जाता जी इल्तुतमिश नूं। दासियां दा दासी किहनूं कहा जाता जी इल्तुतमिश नूं कहा जाता है। राणी लक्ष्मी बाई, राणी लक्ष्मी बाई की सी जी झांसी दे विच की है अंग्रेज़ों के नाल लोहा लैंदे इन्हां दी की हो गई सी जी डैथ हो गई सी 1857 के विद्रोह वेले। इन्हां दा जिहड़ा ओरिजिनल नेम है जी वो की है जी मनी कर्णिका तांबे। ठीक है जी। तो इन्हां दे खिलाफ जिहड़ा अंग्रेज सीगा जी जिहड़ा ब्रिटिश सुप्रैसर सीगा जिहड़ा इन्हां दे विद्रोह नूं दबाउण वास्ते अंग्रेज सीगा वो कौन सीगा जी ह्यूज रोस। ठीक है, इंपॉर्टेंट हैगा जी। तो ह्यूज रोज ने इन्हां दी मतलब इन्हां बारे एक गल भी बोली सी राणी लक्ष्मी बाई, राणी लक्ष्मी बाई बारे कि ये ब्रेवेस्ट मिलटरी लीडर सीगी जी उस टाइम की, तो बहुत बहादरी के नाल ये लड़े सीगे जी। ठीक है। तो नूरजहां, नूरजहां तुहानूं पता है जी जहांगीर की की सीगी जी वाइफ सीगी। जहांगीर ने इनू ऑफिशियल पादशाह बेगम का जिहड़ा टाइटल दिता सी। ठीक है, ये विडो सीगी। ठीक है, विडो सीगी किहदी शेर अफगानी दी। ठीक है, ਇਹਦਾ ਜਿਹੜਾ ओरिजिनल नेम सी नूरजहां का वो सीगा जी मेहर उन निसा। ठीक है, मेहर उन निसा की नाम सीगा जी ओरिजिनल नूरजहां का। ठीक है, याद रखियो इन्होंने आपदे जिहड़े नाम के कॉइनस भी चलाए सी जहांगीर ते नूरजहां के नाम दे। ठीक है जी। जहांगीर दे वेले एक पेंटर बहुत मशहूर सीगा जी जिहदा नाम सीगा उस्ताद मंसूर। ठीक है, ये भी तुसी की है जी याद रखना है। बाबर, हमायूं, अकबर। ठीक है, उदू बाद जहांगीर
ਤੇ ਫਿਰ ਸ਼ਾਹਜਹਾਂ, ਠੀਕ ਹੈ ਜੀ। ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ, ਠੀਕ ਹੈ। ਤਾਂ ਇਹ ਕੀ ਹੈ ਜੀ, ਸਾਰਾ ਮੁਗਲ ਪੀਰੀਅਡ ਆ। ਇੰਨੀ ਕੁ ਇਨਫੋਰਮੇਸ਼ਨ ਕਾਫੀ ਆ। ਹੂ ਗੇਵ ਦਾ ਸਲੋਗਨ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ ਦਾ ਜਿਹੜਾ ਸਲੋਗਨ ਦਿੱਤਾ ਉਹ ਕਿਹਨੇ ਦਿੱਤਾ? ਤਾਂ ਇਹ ਦਿੱਤਾ ਜੀ ਡੀ ਆਪਸ਼ਨ, ਹਸਰਤ ਮਹਾਣੀ, ਠੀਕ ਹੈ। ਹਸਰਤ ਮਹਾਣੀ ਨੇ ਜਿਹੜਾ ਇਨਕਲਾਬ ਜਿੰਦਾਬਾਦ ਦਾ ਸਲੋਗਨ ਮਤਲਬ ਨਾਰਾ, ਠੀਕ ਹੈ। ਹੁਣ ਕਈ ਬੱਚਿਆਂ ਨੂੰ ਕਨਫਿਊਜ਼ਨ ਹੋਊਗੀ ਵੀ ਇਹ ਤਾਂ ਕਿਹਨੇ ਦਿੱਤਾ ਹੈ? ਭਗਤ ਸਿੰਘ ਨੇ ਦਿੱਤਾ ਹੈ। ਬਟ ਐਕਚੁਅਲ ਦੇ ਵਿੱਚ ਕੀ ਹੈ ਜੀ, ਕਿਹਨੇ ਦਿੱਤਾ ਹੈ? ਹਸਰਤ ਮਹਾਣੀ ਨੇ ਦਿੱਤਾ ਹੈ। ਬਟ ਬਹੁਤੇ ਜਿਹੜੇ ਲੀਡਰ ਨੇ ਜਾਂ ਉਸ ਸਮੇਂ ਦੇ ਲੀਡਰ ਸੀਗੇ ਤੇ ਹੁਣ ਵੀ ਮਤਲਬ ਜਿਹੜੇ ਸਕਾਲਰਸ ਨੇ ਉਹ ਕੀ ਦੱਸਦੇ ਨੇ ਵੀ ਭਗਤ ਸਿੰਘ ਦਾ ਹੀ ਕੀ ਹੈ ਜੀ ਇਹ ਸਲੋਗਨ ਹੈ। ਪਰ ਐਕਚੁਅਲ ਦੇ ਵਿੱਚ ਕੀ ਹੈ ਜੀ, ਹਸਰਤ ਮਹਾਣੀ ਦਾ। ਜੇ ਆਪਸ਼ਨ ਦੇ ਵਿੱਚ ਹਸਰਤ ਮਹਾਣੀ ਨਹੀਂ ਹੈਗਾ ਫਿਰ ਤੁਸੀਂ ਭਗਤ ਸਿੰਘ ਲਗਾ ਸਕਦੇ ਹੋ, ਨੋ ਡਾਊਟ। ਪਰ ਜੇ ਭਗਤ ਸਿੰਘ ਵੀ ਪਿਆ ਹੈ ਤੇ ਹਸਰਤ ਮਹਾਣੀ ਵੀ ਪਿਆ ਹੈ ਤਾਂ ਤੁਸੀਂ ਕਿਹਦੇ ਲਾ ਕੇ ਆਉਣਾ? ਹਸਰਤ ਮਹਾਣੀ ਦੇ ਲਾ ਕੇ ਆਉਣਾ ਹੈ। ਤੁਹਾਡਾ ਗਲਤ ਨਹੀਂ ਹੋਊਗਾ ਕੁਐਸਚਨ, ਠੀਕ ਹੈ। ਸੁਭਾਸ਼ ਚੰਦਰ ਬੋਸ ਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਆਜ਼ਾਦ ਹਿੰਦ ਫੌਜ ਦੇ ਜਿਹੜੇ ਰੀਅਲ ਫਾਊਂਡਰ ਨੇ ਉਹ ਕੌਣ ਨੇ ਜੀ? ਤਾਂ ਉਹ ਹੈਗੇ ਨੇ ਜੀ ਤੁਹਾਡੇ ਸੁਭਾਸ਼ ਚੰਦਰ ਬੋਸ, ਠੀਕ ਹੈ। ਪਰ ਜੇ ਪੇਪਰ ਦੇ ਵਿੱਚ ਪੁੱਛ ਲੈਣ ਫਾਊਂਡਰ ਕੌਣ ਨੇ ਕਾਹਦੇ? ਆਜ਼ਾਦ ਹਿੰਦ ਫੌਜ ਦੇ, ਤਾਂ ਉਹ ਸੀਗੇ ਜੀ ਰਾਸ ਬਿਹਾਰੀ ਬੋਸ। ਦੇਖੋ ਜੀ ਇੱਥੇ ਘੁੰਡੀ ਹੈ ਕੁਐਸਚਨ ਦੇ ਵਿੱਚ। ਪੇਪਰ 'ਚ ਤੁਹਾਨੂੰ ਪੁੱਛੇ ਫਾਊਂਡਰ ਆਫ ਆਜ਼ਾਦ ਹਿੰਦ ਫੌਜ ਤਾਂ ਤੁਸੀਂ ਕਹੋਗੇ ਜੀ ਰਾਸ ਬਿਹਾਰੀ ਬੋਸ, ਠੀਕ ਹੈ। ਜੇ ਪੇਪਰ 'ਚ ਪੁੱਛੇ ਰੀਅਲ ਫਾਊਂਡਰ ਆਫ ਆਜ਼ਾਦ ਹਿੰਦ ਫੌਜ ਤਾਂ ਫਿਰ ਤੁਸੀਂ ਕਹੋਗੇ ਜੀ ਸੁਭਾਸ਼ ਚੰਦਰ ਬੋਸ। ਕਿਉਂਕਿ ਦੇਖੋ ਕੀ ਆ, ਜਿਹੜਾ ਰਾਸ ਬਿਹਾਰੀ ਬੋਸ ਸੀਗਾ ਇਹਨਾਂ ਨੇ ਹੈਂਡਓਵਰ ਕਰਤੀ ਸੀਗੀ ਆਜ਼ਾਦ ਹਿੰਦ ਫੌਜ ਕਿਹਨੂੰ? ਸੁਭਾਸ਼ ਚੰਦਰ ਬੋਸ ਨੂੰ, ਠੀਕ ਹੈ। ਸੁਭਾਸ਼ ਚੰਦਰ ਬੋਸ ਦਾ ਜਿਹੜਾ ਇੱਕ ਮੇਨ ਸਲੋਗਨ ਹੈ ਜਿਹੜਾ ਉਹ ਯਾਦ ਰੱਖਿਆ ਜਾਂਦਾ ਹੈ ਕਿ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਸੁਭਾਸ਼ ਚੰਦਰ ਬੋਸ ਨੇ 3 ਫਾਈਟਰ ਬ੍ਰਿਗੇਡਸ ਤਿਆਰ ਕੀਤੇ ਸੀਗੇ, ਠੀਕ ਹੈ। ਫਾਈਟਰ ਬ੍ਰਿਗੇਡਸ ਪੇਪਰ 'ਚ ਪੁੱਛ ਸਕਦੇ ਨੇ। ਉਹਨਾਂ ਦੇ ਨਾਂ, ਜਿਹਨਾਂ ਦਾ ਨਾਮ ਸੀਗਾ ਸੁਭਾਸ਼, ਗਾਂਧੀ ਤੇ ਨਹਿਰੂ, ਠੀਕ ਹੈ। 3 ਫਾਈਟਰ ਬ੍ਰਿਗੇਡਸ ਸੀਗੇ। ਪੇਪਰ 'ਚ ਪੁੱਛ ਸਕਦੇ ਆ ਕਿ ਕਿਹਦੇ ਸੀਗੇ? ਤਾਂ ਸੁਭਾਸ਼ ਚੰਦਰ ਬੋਸ ਦੇ ਸੀ। ਇੱਕ ਵੂਮੈਨ ਫਾਈਟਰ ਬ੍ਰਿਗੇਡ ਸੀਗੀ, ਠੀਕ ਹੈ, ਵੂਮੈਨ ਦੀ, ਤਾਂ ਉਹਦਾ ਕੀ ਨਾਮ ਰੱਖਿਆ ਸੀ ਜੀ? ਰਾਣੀ ਝਾਂਸੀ ਬ੍ਰਿਗੇਡ, ਠੀਕ ਹੈ। ਇਹ ਵੀ ਤੁਸੀਂ ਕੀ ਹੈ ਜੀ ਯਾਦ ਰੱਖਣਾ ਹੈ। ਭਗਤ ਸਿੰਘ ਦੀ ਇੱਕ ਕਿਤਾਬ ਹੈ ਜੀ, ਠੀਕ ਹੈ। ਉਹ ਕੀ ਹੈ ਜੀ? ਉਹਦਾ ਨਾਮ ਹੈਗਾ ਜੀ ਵਾਈ ਆਈ ਐਮ ਅਥੀਸਟ, ਠੀਕ ਹੈ। ਏ ਲੱਗੀ ਹੋਈ ਹੈ ਮੂਹਰੇ, ਅਥੀਸਟ। ਦੇਖੋ ਜੀ ਤੁਹਾਨੂੰ ਮੈਂ ਅਥੀਸਟ ਤੇ ਅਥੀਸਟ ਬਾਰੇ ਦੱਸ ਦਿੰਦਾ। ਜੇ ਏ ਨਾ ਲੱਗਿਆ ਹੁੰਦਾ, ਇਕੱਲਾ ਅਥੀਸਟ ਹੁੰਦਾ ਤਾਂ ਅਥੀਸਟ ਦਾ ਮਤਲਬ ਇੰਗਲਿਸ਼ ਦੇ ਵਿੱਚ ਕੀ ਹੁੰਦਾ ਜੀ? ਰੱਬ ਦੇ ਵਿੱਚ ਵਿਸ਼ਵਾਸ ਕਰਨ ਵਾਲਾ, ਠੀਕ ਹੈ। ਅਥੀਸਟ ਕੀ ਹੁੰਦਾ ਜੀ? ਰੱਬ ਦੇ ਵਿੱਚ ਵਿਸ਼ਵਾਸ ਨਾ ਕਰਨ ਵਾਲਾ। ਇੰਗਲਿਸ਼ ਦਾ ਕੁਐਸਚਨ ਹੈ ਜੀ। ਵਾਈ ਆਈ ਐਮ ਅਥੀਸਟ ਪੇਪਰ 'ਚ ਪੁੱਛ ਸਕਦੇ ਨੇ। ਕਿਹਦੀ ਬੁੱਕ ਹੈ ਜੀ? ਤਾਂ ਭਗਤ ਸਿੰਘ ਦੀ ਬੁੱਕ ਹੈ ਜੀ, ਠੀਕ ਹੈ। ਤੇ ਭਗਤ ਸਿੰਘ ਨੂੰ ਜਿਹੜੀ ਫਾਂਸੀ ਦਿੱਤੀ ਸੀ ਪੇਪਰ 'ਚ ਜੱਜ ਪੁੱਛ ਸਕਦੇ ਆ ਜੀ, ਕਿਹਨੇ, ਕਿਹੜੇ ਜੱਜ ਨੇ ਜਾਂ ਬੈਂਚ ਨੇ ਫਾਂਸੀ ਦਿੱਤੀ ਸੀ? C.G. ਹਿਲਟਨ, ਠੀਕ ਹੈ। C.G. ਹਿਲਟਨ, ਠੀਕ ਹੈ ਜੀ। ਹੋਰ ਤੁਹਾਨੂੰ ਮੈਂ ਦੱਸ ਸਕਦਾ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਐਲਫਰੈਡ ਪਾਰਕ ਇਲਾਹਾਬਾਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਕੀ ਕਰ ਲਿਆ ਸੀਗਾ ਜੀ? ਸੁਸਾਈਡ ਕਰ ਲਿਆ ਸੀ। ਪੇਪਰ 'ਚ ਪੁੱਛ ਸਕਦੇ ਨੇ ਚੰਦਰ ਸ਼ੇਖਰ ਆਜ਼ਾਦ। ਤੇ ਇੱਕ ਤੁਹਾਨੂੰ ਮੈਂ ਦੱਸ ਸਕਦਾ ਜਤਿਨ ਦਾਸ ਸੀਗੇ, ਜਿਹਨੇ 63 ਦਿਨ ਕੀ ਸੀ ਜੀ ਭੁੱਖ ਹੜਤਾਲ ਕੀਤੀ ਸੀ ਤੇ ਉਸ ਤੋਂ ਬਾਅਦ ਉਹਦੀ ਕੀ ਸੀਗੀ ਜੇਲ੍ਹ ਦੇ ਵਿੱਚ ਡੈਥ ਹੋ ਗਈ ਸੀ। ਪੇਪਰ 'ਚ ਪੁੱਛ ਸਕਦਾ ਭੁੱਖ ਹੜਤਾਲ ਵੇਲੇ ਕਿਹਦੀ ਡੈਥ ਹੋਈ? ਤਾਂ ਜਤਿਨ ਦਾਸ ਦੀ ਡੈਥ ਹੋਈ ਜੀ। ਤੇ ਹੋਰ ਮੈਂ ਤੁਹਾਨੂੰ ਦੱਸ ਸਕਦਾ ਜੀ, ਦੇਖੋ ਸਾਂਡਰਸ ਨੂੰ ਮਾਰਿਆ ਸੀ ਲਾਹੌਰ ਦੇ ਵਿੱਚ, ਤੁਹਾਡਾ ਲੰਡਨ ਦੇ ਵਿੱਚ ਜਾ ਕੇ, ਕਿਹਨੇ ਜੀ? ਊਧਮ ਸਿੰਘ ਨੇ, ਠੀਕ ਹੈ। ਤਾਂ ਪੇਪਰ 'ਚ ਪੁੱਛ ਸਕਦੇ ਨੇ ਕਿੱਥੇ ਮਾਰਿਆ ਜੀ? ਤਾਂ ਉਹ ਸੀਗਾ ਜੀ, ਉਹ ਹਾਲ ਦਾ ਕੀ ਨਾਮ ਸੀ, ਠੀਕ ਹੈ ਜੀ? ਤਾਂ ਉਹ ਸੀਗਾ ਜੀ ਕੌਕਸਟਨ ਹਾਲ, ਠੀਕ ਹੈ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ, ਧਿਆਨ ਰੱਖਿਓ। ਇਨ ਵਿੱਚ ਸਟੇਟ ਜਲਿਆਂਵਾਲਾ ਬਾਗ ਟ੍ਰੈਜਡੀ ਹੈਪਨਡ। ਜਲਿਆਂਵਾਲਾ ਬਾਗ ਦੀ ਜਿਹੜੀ ਦੁਰਘਟਨਾ ਇਹ ਕਦੋਂ ਹੋਈ ਹੈ? ਜਿਹੜੀ ਟ੍ਰੈਜਡੀ ਹੋਈ ਹੈ ਕਦੋਂ ਹੋਈ ਹੈ ਜੀ? 13 ਅਪ੍ਰੈਲ 1919 ਨੂੰ ਹੋਈ ਹੈ ਜੀ, ਠੀਕ ਹੈ। ਕੀ ਸੀਗਾ ਜੀ? ਬੇਸਿਕਲੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਆਪਣੇ ਪੇਪਰ ਪੁਆਇੰਟ ਆਫ ਵਿਊ ਦੇ ਨਾਲ। 2 ਅੰਗਰੇਜ਼ਾਂ ਨੇ ਐਕਟ ਪਾਸ ਕੀਤਾ ਸੀ ਜਿਹਦਾ ਨਾਮ ਸੀਗਾ ਜੀ ਰਿਵੋਲਟ ਐਕਟ। ਉਹਦੇ ਵਿੱਚ ਕੀ ਸੀਗਾ ਜੀ? ਹੈਬਸ ਕਾਰਪਸ, ਇੱਕ ਰਿਟ ਹੈ ਜੀ ਹੈਬਸ ਕਾਰਪਸ, ਤੁਸੀਂ ਪੜ੍ਹੀ ਹੋਊਗੀ ਪੋਲੀਟੀ ਦੇ ਵਿੱਚ। ਉਹਨੂੰ ਕੀ ਕਰਤਾ ਸੀਗਾ ਜੀ? ਅੰਗਰੇਜ਼ਾਂ ਨੇ ਸਸਪੈਂਡ ਕਰਤਾ ਸੀਗਾ। ਉਹਦਾ ਬੇਸਿਕਲੀ ਮਤਲਬ ਕੀ ਸੀਗਾ ਜੀ? ਮਤਲਬ ਨੋ ਟ੍ਰਾਇਲ, ਕੋਈ ਵੀ ਮਤਲਬ ਉਹਦੇ ਵਿੱਚ ਕੀ ਹੋਊਗਾ ਜੀ? ਨੋ
ਕੋਈ ਵੀ ਸੁਣਵਾਈ ਨਹੀਂ ਹੋਊਗੀ ਤੁਹਾਡੀ। ਮਤਲਬ ਜੇ ਇੱਕ ਵਾਰ ਕੋਈ ਬੰਦਾ ਅਰੈਸਟ ਹੋ ਗਿਆ ਤਾਂ ਆਪਾਂ ਕਹਿੰਦੇ ਵੀ ਅਪੀਲ ਪਾ ਦਿੰਦੇ ਹਾਂ, ਠੀਕ ਹੈ। ਬਟ ਨਹੀਂ, ਇਹਦੇ ਵਿੱਚ ਕੀ ਸੀਗਾ ਜੀ, ਅੰਗਰੇਜ਼ਾਂ ਨੇ ਕੀ ਕਰਤਾ ਸੀਗਾ, ਕੋਈ ਵੀ ਮਤਲਬ ਕੀ ਹੈ ਉਹਨਾਂ ਕੋਲੋਂ ਹੈਬਸ ਕਾਰਪਸ ਦਾ ਜਿਹੜਾ ਰਾਈਟ ਆ ਉਹ ਖੋਹ ਲਿਆ ਸੀ। ਮਤਲਬ 2 ਸਾਲ ਦੀ ਇੰਪ੍ਰਿਜ਼ਨਮੈਂਟ ਸੀਗੀ ਸਿੱਧੀ, ਠੀਕ ਹੈ। ਤਾਂ ਉਹਦੇ ਵਿਰੋਧ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਸ਼ਾਂਤੀਪੂਰਵਕ ਲੋਕ ਸੀਗੇ ਜਿਹੜੇ ਉਹ ਕੀ ਕਰ ਰਹੇ ਸੀਗੇ, ਬੈਠੇ ਹੋਏ ਸੀਗੇ। ਤੇ ਸੈਫੂਦੀਨ ਕਿਚਲੂ ਤੇ ਸਤਿਆਪਾਲ ਨੂੰ ਅਰੈਸਟ ਕਰ ਲਿਆ ਸੀਗਾ ਜੀ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਉੱਥੇ ਕੀ ਹੈ ਜੀ, ਅੰਗਰੇਜ਼ ਸਰਕਾਰ ਨੇ ਗੋਲੀਆਂ ਚਲਵਾਤੀਆਂ ਸੀਗੀਆਂ, ਠੀਕ ਹੈ। ਤੇ ਜਿਹਦੇ ਕਰਕੇ ਕੀ ਹੈ ਜੀ, ਬਹੁਤ ਸਾਰੇ ਲੋਕਾਂ ਦੀ ਕੀ ਹੈ ਡੈਥ ਹੋ ਗਈ ਸੀਗੀ, ਠੀਕ ਹੈ। ਤੇ ਤਾਂ ਫਿਰ ਪੇਪਰ 'ਚ ਪੁੱਛ ਸਕਦੇ ਨੇ, ਅੰਗਰੇਜ਼ਾਂ ਨੇ ਜਿਹੜੀ ਕਮੇਟੀ ਬਿਠਾਈ, ਕਮਿਸ਼ਨ ਬਿਠਾਇਆ, ਉਹ ਕਿਹੜਾ ਕਮਿਸ਼ਨ ਸੀ, ਤਾਂ ਹੰਟਰ ਕਮਿਸ਼ਨ ਬਿਠਾਇਆ, ਠੀਕ ਹੈ। ਹੰਟਰ ਕਮਿਸ਼ਨ ਬਿਠਾਇਆ, ਪੇਪਰ 'ਚ ਪੁੱਛ ਸਕਦੇ ਨੇ। ਕਦੋਂ ਬਿਠਾਇਆ ਜੀ, ਜਲਿਆਂਵਾਲਾ ਬਾਗ ਦੀ ਟ੍ਰੈਜਡੀ ਵੇਲੇ। ਤੇ ਉਦੋਂ ਜਿਹੜਾ ਵਾਇਸਰਾਏ ਸੀਗਾ ਉਹ ਕੌਣ ਸੀਗਾ ਜੀ, ਚੈਮਸਫੋਰਡ ਅਪੁਆਇੰਟਡ ਹੰਟਰ ਕਮਿਸ਼ਨ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇੱਕ ਹੰਟਰ ਕਮਿਸ਼ਨ ਦੇਖੋ ਜਲਿਆਂਵਾਲੇ ਬਾਗ ਟ੍ਰੈਜਡੀ ਦੇ ਨਾਲ ਸੰਬੰਧਿਤ ਹੈ। ਇੱਕ ਹੰਟਰ ਕਮਿਸ਼ਨ ਕਿਹਦੇ ਨਾਲ ਹੈ ਜੀ, ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ, ਜਿਹੜਾ ਰਿਪਨ ਲੈ ਕੇ ਆਇਆ ਸੀ, ਲਾਰਡ ਰਿਪਨ, ਠੀਕ ਹੈ। ਜਿਹਦੇ ਤਹਿਤ ਕੀ ਹੈ ਜੀ, ਆਪਣੀ ਯੂਨੀਵਰਸਿਟੀ ਬਣੀ ਹੈ ਪੰਜਾਬ ਯੂਨੀਵਰਸਿਟੀ। ਪਿੱਛੇ ਪਹਿਲਾਂ ਕਿੱਥੇ ਹੁੰਦੀ ਸੀ, ਲਾਹੌਰ ਦੇ ਵਿੱਚ ਹੁੰਦੀ ਸੀ, ਠੀਕ ਹੈ। ਤਾਂ ਉਦੋਂ ਕੀ ਸੀਗਾ ਜੀ, ਹੰਟਰ ਕਮਿਸ਼ਨ ਬਿਠਾਇਆ ਸੀਗਾ 1882 ਦੇ ਵੇਲੇ ਕੀ ਹੈ ਜੀ, ਪੰਜਾਬ ਯੂਨੀਵਰਸਿਟੀ ਬਣੀ ਹੈ ਲਾਹੌਰ ਦੇ ਵਿੱਚ ਇਹ ਸੀਗੀ, ਠੀਕ ਹੈ। ਤਾਂ 2 ਹੰਟਰ ਕਮਿਸ਼ਨ ਇਹ ਜਿਹੜੇ ਯਾਦ ਰੱਖਣੇ। 18th ਕੁਐਸਚਨ, ਆਫਟਰ ਲੈਫਟ ਦਾ ਕਾਂਗਰਸ ਸੁਭਾਸ਼ ਚੰਦਰ ਬੋਸ ਫਾਊਂਡਡ ਦਾ ਵਿਚ ਗਰੁੱਪ। ਤਾਂ ਸੁਭਾਸ਼ ਚੰਦਰ ਬੋਸ ਜੀ ਨੇ ਕਿਹੜਾ ਗਰੁੱਪ ਹੈ ਜਿਹੜਾ ਉਹ ਫਾਊਂਡ ਕੀਤਾ ਸੀ, ਤਾਂ ਉਹਨਾਂ ਨੇ ਉਦੋਂ ਬਾਅਦ ਕੀ ਜੀ, ਆਲ ਇੰਡੀਆ ਫਾਰਵਰਡ ਬਲਾਕ। ਪੇਪਰ 'ਚ ਪੁੱਛ ਸਕਦੇ ਨੇ, ਇਹਦੇ ਫਾਊਂਡਰ ਕੌਣ ਸੀ, ਸੁਭਾਸ਼ ਚੰਦਰ ਬੋਸ। ਜਾਂ ਇਹਨਾਂ ਨੇ ਜਿਹੜਾ ਕਾਂਗਰਸ ਦਾ ਜਿਹੜਾ ਸੈਸ਼ਨ ਛੱਡਿਆ, ਉਸ ਤੋਂ ਬਾਅਦ ਕਾਹਦੀ ਸਥਾਪਨਾ ਕੀਤੀ, ਆਲ ਇੰਡੀਆ ਫਾਰਵਰਡ ਬਲਾਕ। ਦੇਖੋ ਜੀ, INC ਇੰਡੀਅਨ ਨੈਸ਼ਨਲ ਕਾਂਗਰਸ ਦੇ 2 ਸੈਸ਼ਨ ਹੈ ਜਿਹੜੇ ਉਹ ਸੁਭਾਸ਼ ਚੰਦਰ ਬੋਸ ਆ ਜਿਹੜੇ ਉਹਨਾਂ ਨੇ ਮਤਲਬ ਲੀਡ ਕੀਤਾ, ਉਹਨਾਂ ਨੂੰ ਉਹਨਾਂ ਦੇ ਪ੍ਰੈਜ਼ੀਡੈਂਟ ਰਹੇ ਨੇ 1938 ਤੇ 1939। ਕਲੀਅਰ ਹੈ ਜੀ। 1938 ਦਾ ਜਿਹੜਾ ਸੈਸ਼ਨ ਹੈ ਉਹ ਕਿੱਥੇ ਹੋਇਆ ਜੀ, ਹਰੀਪੁਰਾ, ਠੀਕ ਹੈ ਜੀ। 1939 ਦਾ ਜਿਹੜਾ ਸੈਸ਼ਨ ਆ ਉਹ ਤ੍ਰਿਪੁਰੀ, ਠੀਕ ਹੈ। 1939 ਦੇ ਜਿਹੜਾ ਸੈਸ਼ਨ ਸੀ ਇਹਦੇ ਵਿੱਚ ਕਿ ਸੁਭਾਸ਼ ਚੰਦਰ ਬੋਸ ਨੇ ਕੀ ਹੈ ਜੀ, ਰਿਜ਼ਾਈਨ ਕਰਤਾ ਸੀ ਤੇ ਛੱਡ ਗਏ ਸੀ। ਉਹਨਾਂ ਨੇ ਆਲ ਇੰਡੀਆ ਫਾਰਵਰਡ ਬਲਾਕ ਦੀ ਸਥਾਪਨਾ ਕਰ ਲਈ ਸੀ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਸੁਭਾਸ਼ ਚੰਦਰ ਬੋਸ ਜੀ ਨੇ ਕੀ ਆ, ਉਦੋਂ ਬਾਅਦ ਥੋੜ੍ਹਾ ਜਿਹੀ ਮੈਂ ਤੁਹਾਨੂੰ ਹੋਰ ਗੱਲ ਦੱਸ ਸਕਦਾ। ਜਿਹੜਾ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਨੂੰ ਕਿਹਾ, ਉਹ ਕਿਹਨੇ ਕਿਹਾ ਜੀ, ਸੁਭਾਸ਼ ਚੰਦਰ ਬੋਸ ਨੇ, ਠੀਕ ਹੈ। ਸੁਭਾਸ਼ ਚੰਦਰ ਬੋਸ ਨੇ ਗਾਂਧੀ ਜੀ ਨੂੰ ਕੀ ਕਿਹਾ, ਫਾਦਰ ਆਫ ਨੇਸ਼ਨ। ਪੇਪਰ 'ਚ ਪੁੱਛ ਸਕਦੇ ਆ। ਮਹਾਤਮਾ ਦਾ ਜਿਹੜਾ ਟਾਈਟਲ ਹੈ ਇਹ ਗਾਂਧੀ ਨੂੰ ਕਿਹਨੇ ਦਿੱਤਾ ਜੀ, ਰਵਿੰਦਰਨਾਥ ਟੈਗੋਰ ਨੇ ਦਿੱਤਾ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਗਾਂਧੀ ਨੂੰ ਸੁਭਾਸ਼ ਚੰਦਰ ਬੋਸ ਨੇ ਰਾਸ਼ਟਰਪਿਤਾ ਕਿਹਾ, ਫਾਦਰ ਆਫ ਨੇਸ਼ਨ ਕਿਹਾ, ਤੇ ਗਾਂਧੀ ਨੇ ਸੁਭਾਸ਼ ਚੰਦਰ ਬੋਸ ਨੂੰ ਕੀ ਕਿਹਾ ਜੀ, ਦੇਸ਼ ਨਾਇਕ, ਠੀਕ ਹੈ। ਬਹੁਤ ਇੰਪੋਰਟੈਂਟ ਹੈ ਜੀ, ਪੇਪਰ 'ਚ ਪੁੱਛ ਸਕਦੇ ਆ। ਦੇਸ਼ ਨਾਇਕ ਕਿਹਨੂੰ ਕਿਹਾ ਜਾਂਦਾ, ਸੁਭਾਸ਼ ਚੰਦਰ ਬੋਸ ਨੂੰ ਕਿਹਾ ਜਾਂਦਾ ਜੀ। ਦਿੱਲੀ ਚਲੋ ਜਿਹੜਾ ਸਲੋਗਨ ਸੀਗਾ ਇਹ ਵੀ ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀਗਾ ਜੀ। ਰਾਣੀ ਲక్ష్ਮੀ ਰੈਜੀਮੈਂਟ ਸੀਗੀ ਜੀ ਕਿਹਦੀ, ਸੁਭਾਸ਼ ਚੰਦਰ ਬੋਸ ਦੀ, ਠੀਕ ਹੈ। ਇੱਕ ਮਿਲਟਰੀ ਬ੍ਰਿਗੇਡ ਸੀਗੀ ਜੋ ਵੂਮੈਨ ਦੀ ਇੱਕ ਰੈਜੀਮੈਂਟ ਦਾ ਨੇਮ ਸੀਗਾ। 3 ਮੈਨ ਰੈਜੀਮੈਂਟ ਸੀਗੀਆਂ ਜੀ, ਫਾਈਟਰ ਬ੍ਰਿਗੇਡ ਸੀਗੀਆਂ ਸੁਭਾਸ਼ ਚੰਦਰ ਬੋਸ ਦੀਆਂ, ਕਿਹੜੀਆਂ, ਸੁਭਾਸ਼, ਗਾਂਧੀ ਤੇ ਨਹਿਰੂ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਆਜ਼ਾਦ ਹਿੰਦ ਫੌਜ ਦੀ ਜਿਹੜੀ ਸਥਾਪਨਾ ਹੋਈ ਹੈ ਇਹ ਕਿੱਥੇ ਹੋਈ ਹੈ ਜੀ, ਸਿੰਗਾਪੁਰ ਦੇ ਵਿੱਚ। ਇਹ ਗੱਲ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸਿੰਗਾਪੁਰ ਦੇ ਵਿੱਚ 21 ਅਕਤੂਬਰ 1943 ਡੇਟ ਤੁਸੀਂ ਯਾਦ ਰੱਖਣੀ ਹੈ। 21 ਅਕਤੂਬਰ 1943 ਪ੍ਰੋਪਰ ਡੇਟ ਯਾਦ ਰੱਖਣੀ ਹੈ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਹੋਈ ਕਿੱਥੇ, ਸਿੰਗਾਪੁਰ ਦੇ ਵਿੱਚ, ਠੀਕ ਹੈ ਜੀ। ਹੂ ਇਜ਼ ਨੋਨ ਐਜ਼ ਪੰਜਾਬ ਕੇਸਰੀ। ਪੰਜਾਬ ਕੇਸਰੀ ਕਿਹਨੂੰ ਕਿਹਾ ਜਾਂਦਾ ਜੀ, ਸਾਰਿਆਂ ਨੂੰ ਪਤਾ ਹੈ ਜੀ, ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਹੈ। ਜਗਤ ਪ੍ਰਕਾਸ਼ ਨਾਰਾਇਣ ਨੂੰ ਕੀ ਕਿਹਾ ਜਾਂਦਾ ਜੀ, ਜੈ ਪ੍ਰਕਾਸ਼ ਨਾਰਾਇਣ ਨੂੰ ਕੀ ਕਿਹਾ ਜਾਂਦਾ ਜੀ, ਲੋਕ ਨਾਇਕ। ਪੇਪਰ ਦੇ ਵਿੱਚ ਪੁੱਛ ਸਕਦਾ ਲੋਕ ਨਾਇਕ ਕਿਹਨੂੰ ਕਹਿੰਦੇ ਨੇ ਜੀ, ਜੈ ਪ੍ਰਕਾਸ਼ ਨਾਰਾਇਣ ਨੂੰ ਕਹਿੰਦੇ ਨੇ ਜੀ। ਤੇ ਇੱਕ ਲੋਕ ਮਾਨਿਆ ਤੁਸੀਂ ਯਾਦ ਰੱਖਣਾ ਹੈ, ਲੋਕ ਮਾਨਿਆ ਕਿਹਨੂੰ ਕਹਿੰਦੇ ਨੇ ਜੀ, BG ਤਿਲਕ।
ਬਾਲ ਗੰਗਾਧਰ ਤਿਲਕ ਨੂੰ ਲੋਕਮਾਨਿਆ ਕਿਹਾ ਜਾਂਦਾ ਹੈ। ਫਾਦਰ ਆਫ ਇੰਡੀਅਨ ਅਨਰੈਸਟ, ਫਾਦਰ ਆਫ ਇੰਡੀਅਨ ਅਨਰੈਸਟ ਕਿਹਨੂੰ ਕਿਹਾ ਜਾਂਦੀ? ਬਾਲ ਗੰਗਾਧਰ ਤਿਲਕ ਨੂੰ। ਇਹਨਾਂ ਨੇ ਕੀ ਹੈ ਜੀ ਹੋਮ ਰੂਲ ਲੀਗ ਮੂਵਮੈਂਟ ਚਲਾਈ ਸੀਗੀ ਜੀ, ਕਦੋਂ? 1916 ਦੇ ਵਿੱਚ। ਠੀਕ ਹੈ, 1916 ਦੇ ਵਿੱਚ ਚਲਾਈ ਜੀ। ਅਤੇ ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਇਹਨਾਂ ਨੇ 2 ਅਖਬਾਰ ਹੈ ਜਿਹੜੇ ਉਹ ਪਬਲਿਸ਼ ਕੀਤੇ, ਕਿਹੜੇ ਕਿਹੜੇ? ਕੇਸਰੀ ਅਤੇ ਮਰਾਠਾ। ਠੀਕ ਹੈ, ਕੇਸਰੀ ਅਖਬਾਰ ਕੀਤਾ ਜੀ ਅਤੇ ਇੱਕ ਮਰਾਠਾ ਕੀਤਾ। ਪੇਪਰ 'ਚ ਪੁੱਛ ਸਕਦਾ ਕੇਸਰੀ ਜਿਹੜਾ ਅਖਬਾਰ ਸੀ ਉਹ ਕਿਹੜੀ ਲੈਂਗੁਏਜ 'ਚ ਸੀ? ਮਰਾਠਾ ਦੇ ਵਿੱਚ, ਮਰਾਠੀ ਲੈਂਗੁਏਜ ਸੀ ਇਹ 'ਚ। ਅਤੇ ਜਿਹੜਾ ਮਰਾਠਾ ਅਖਬਾਰ ਸੀ ਉਹ ਕੀ ਸੀ ਜੀ? ਇੰਗਲਿਸ਼ 'ਚ ਸੀ। ਠੀਕ ਹੈ, ਕਨਫਿਊਜ਼ ਨਾ ਹੋ ਜਾਓ, ਇੱਕ ਵਾਰ ਫੇਰ ਦੱਸਦਾ ਜੀ, ਕੇਸਰੀ ਅਖਬਾਰ ਸੀ ਅਤੇ ਮਰਾਠਾ ਸੀ। ਪੇਪਰ 'ਚ ਪੁੱਛ ਸਕਦਾ ਕੇਸਰੀ ਅਖਬਾਰ ਦੀ ਜਿਹੜੀ ਲੈਂਗੁਏਜ ਕਿਹੜੀ ਸੀ? ਮਰਾਠੀ ਦੇ ਵਿੱਚ। ਮਰਾਠਾ ਕਿਹੜੇ 'ਚ ਸੀਗਾ ਜੀ? ਇੰਗਲਿਸ਼। ਤਾਂ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ? ਤੁਸੀਂ ਸਿੱਧਾ ਯਾਦ ਰੱਖਿਓ, ਕੇਸਰੀ ਐਂਡ ਮਰਾਠਾ, ਮਰਾਠਾ ਇਨ ਇੰਗਲਿਸ਼। ਮਤਲਬ ਕੇਸਰੀ ਅਖਬਾਰ ਸੀ ਜਿਹੜਾ ਮਰਾਠਾ ਲੈਂਗੁਏਜ 'ਚ ਸੀਗਾ, ਮਰਾਠਾ ਸੀਗਾ ਜਿਹੜਾ ਉਹ ਇੰਗਲਿਸ਼ ਦੇ ਵਿੱਚ ਸੀ। ਇਹਨਾਂ ਦੀ ਜਿਹੜੀ ਸਪੋਰਟ ਕੀਤੀ ਉਹ ਕਿਹਨੇ ਕੀਤੀ ਜੀ? ਐਨੀ ਬੇਸੈਂਟ ਨੇ। ਠੀਕ ਹੈ, ਐਨੀ ਬੇਸੈਂਟ ਕੌਣ ਸੀ ਜੀ? ਆਇਰਿਸ਼ ਲੇਡੀ ਸੀਗੀ, ਮਤਲਬ ਆਇਰਲੈਂਡ ਤੋਂ ਬਿਲੋਂਗ ਕਰਦੀ ਸੀ। ਫਸਟ ਵੂਮੈਨ ਪ੍ਰੈਜ਼ੀਡੈਂਟ ਆਫ INC ਕੌਣ ਸੀ ਜੀ? ਐਨੀ ਬੇਸੈਂਟ। ਠੀਕ ਹੈ ਜੀ, ਇਹ ਯਾਦ ਤੁਸੀਂ ਰੱਖਣੀ ਗੱਲ। RN ਟੈਗੋਰ, ਰਵਿੰਦਰਨਾਥ ਟੈਗੋਰ, ਇਹਨਾਂ ਨੇ ਆਪਣਾ ਕੀ ਸੀਗਾ ਜੀ? ਨੈਸ਼ਨਲ ਐਂਥਮ ਹੈ ਜਿਹੜਾ ਰਵਿੰਦਰਨਾਥ ਟੈਗੋਰ ਨੇ ਲਿਖਿਆ ਜੀ। ਠੀਕ ਹੈ, ਅਤੇ ਜਿਹੜਾ ਆਪਣਾ ਨੈਸ਼ਨਲ ਐਂਥਮ ਹੈ ਇਹ ਆਪਾਂ ਅਡੋਪਟ ਕਦੋਂ ਕੀਤਾ ਜੀ? 24 ਜਨਵਰੀ 1950 ਦੇ ਵਿੱਚ। ਇਹ ਨਾਵਲ ਕਿਹੜੇ ਦੇ ਵਿੱਚ ਹੈ ਜੀ? ਕਿਹੜੇ ਨਾਵਲ 'ਚੋਂ ਲਿਆ ਗਿਆ? ਇਹ ਵੀ ਪੁੱਛ ਸਕਦਾ ਪੇਪਰ ਦੇ ਵਿੱਚ, ਟਾਟਾ ਬੋਧਨੀ। ਠੀਕ ਹੈ, ਟਾਟਾ ਬੋਧਨੀ। ਠੀਕ ਹੈ ਜੀ, ਅਤੇ ਭਗਤ ਸਿੰਘ ਦੀ ਤੁਸੀਂ ਕੀ ਹੈ ਜੀ ਬੁੱਕ ਯਾਦ ਰੱਖਣੀ ਹੈ? ਵਾਈ ਆਈ ਐਮ ਅ ਥੀਸਟ। ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ। 20th ਕੁਐਸਚਨ, ਹੂ ਸੈਕਰੀਫਾਈਡ ਹਿਜ਼ ਲਾਈਫ ਫਸਟਲੀ ਇਨ 1857 ਰਿਵੋਲਟ। 1857 ਦੇ ਵਿਦਰੋਹ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਆਪਦੀ ਲਾਈਫ ਹੈ ਜਿਹੜੀ ਸੈਕਰੀਫਾਈਸ ਕੀਤੀ ਉਹ ਕਿਹਨੇ ਕੀਤੀ? ਤਾਂ ਲਿਆਕਤ ਅਲੀ, ਬਹਾਦਰ ਸ਼ਾਹ ਜ਼ਫਰ, ਰਾਣੀ ਲక్ష్ਮੀ ਬਾਈ। ਨਹੀਂ ਜੀ, ਡੀ ਆਪਸ਼ਨ, ਨਨ ਆਫ ਦੀਜ਼, ਇਹਨਾਂ ਵਿੱਚੋਂ ਕਿਸੇ ਨੇ ਨਹੀਂ। ਸਾਰਿਆਂ ਨਾਲੋਂ ਪਹਿਲਾਂ ਕਿਹਨੇ ਕੀਤੀ ਜੀ? ਮੰਗਲ ਪਾਂਡੇ ਨੇ। ਠੀਕ ਹੈ, ਮੰਗਲ ਪਾਂਡੇ ਨੇ ਜਿਹੜੀ ਆਪਦੀ ਫਸਟ ਪਹਿਲਾਂ ਆਪਣੀ ਜਾਨ ਦਿੱਤੀ ਕਿਹਨੇ? ਮੰਗਲ ਪਾਂਡੇ ਨੇ। ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਠੀਕ ਹੈ ਜੀ, 1857 ਦਾ ਵਿਦਰੋਹ ਹੈ ਜਿਹੜਾ, ਉਹਦੇ ਵੇਲੇ ਜਿਹੜਾ ਆਪਣਾ ਵਾਇਸਰਾਏ ਸੀਗਾ ਉਹ ਕੌਣ ਸੀਗਾ ਜੀ? ਕੈਨਿੰਗ ਸੀਗਾ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਅਤੇ ਹੋਰ ਮੈਂ ਤੁਹਾਨੂੰ ਦੱਸ ਸਕਦਾ ਲਿਆਕਤ ਅਲੀ, ਲਿਆਕਤ ਅਲੀ ਜਿਹੜਾ ਵਿਦਰੋਹ ਕਰ ਰਿਹਾ ਸੀ ਉਹ ਕਿੱਥੋਂ ਕਰ ਰਿਹਾ ਸੀ? ਇਲਾਹਾਬਾਦ ਤੋਂ। ਇਲਾਹਾਬਾਦ ਤੋਂ ਲਿਆਕਤ ਅਲੀ ਹੈ ਜਿਹੜਾ ਉਹ ਵਿਦਰੋਹ ਕਰ ਰਿਹਾ ਸੀਗਾ। ਬਹਾਦਰ ਸ਼ਾਹ ਜ਼ਫਰ ਕਿੱਥੋਂ ਸੀਗਾ ਜੀ? ਦਿੱਲੀ ਤੋਂ। ਇਹਨਾਂ ਦੇ ਨਾਲ ਇੱਕ ਇਹਨਾਂ ਦਾ ਕਮਾਂਡਰ ਇਨ ਚੀਫ ਸੀਗਾ, ਉਹਦਾ ਨਾਮ ਸੀਗਾ ਜੀ ਜਨਰਲ ਬਖਤ ਖਾਨ। ਠੀਕ ਹੈ, ਜਨਰਲ ਬਖਤ ਖਾਨ। ਮੁਗਲਾਂ ਦਾ ਲਾਸਟ ਰੂਲਰ ਕੌਣ ਸੀਗਾ ਜੀ? ਬਹਾਦਰ ਸ਼ਾਹ ਜ਼ਫਰ। 1857 ਵੇਲੇ ਮੁਗਲਾਂ ਦਾ ਰੂਲ ਹੈ ਜਿਹੜਾ ਉਹ ਖਤਮ ਹੋ ਗਿਆ। ਅੰਗਰੇਜ਼ਾਂ ਨੇ ਦੇਖੋ ਦਿੱਲੀ ਦੇ ਵਿੱਚ ਕੌਣ ਸੀਗਾ ਜੀ? ਹੁਣ ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਐਲੈਬਰੇਟ ਕਰਕੇ। ਦੇਖੋ ਬਹਾਦਰ ਸ਼ਾਹ ਜ਼ਫਰ ਸੀਗਾ ਦਿੱਲੀ ਦੇ ਵਿੱਚ, ਉਹਦੇ ਨਾਲ ਦਾ ਕਮਾਂਡਰ ਇਨ ਚੀਫ ਸੀਗਾ ਬਖਤ ਖਾਨ। ਠੀਕ ਹੈ, ਅਤੇ ਅੰਗਰੇਜ਼ਾਂ ਵੱਲੋਂ ਜਿਹੜਾ ਬਹਾਦਰ ਸ਼ਾਹ ਜ਼ਫਰ ਦੇ ਨਾਲ ਲੜ ਰਿਹਾ ਸੀ, ਪੇਪਰ 'ਚ ਪੁੱਛ ਸਕਦੇ ਕੌਣ ਸੀਗਾ ਜੀ? ਜੌਹਨ ਨਿਕਲਸਨ। ਇਕੱਲਾ ਨਿਕਲਸਨ ਯਾਦ ਰੱਖ ਲਿਓ ਤੁਸੀਂ ਪੇਪਰ ਦੇ ਵਿੱਚ, ਬਸ ਤੁਹਾਨੂੰ ਆਪੇ ਯਾਦ ਆ ਜੂ। ਨਿਕਲਸਨ ਸੀਗਾ ਜਿਹੜਾ ਉਹ ਕਿਹਦੇ ਖਿਲਾਫ ਲੜ ਰਿਹਾ ਸੀ? ਬਹਾਦਰ ਸ਼ਾਹ ਜ਼ਫਰ ਦੇ ਖਿਲਾਫ ਲੜ ਰਿਹਾ ਸੀ। ਤਾਂ ਇਹਨਾਂ ਨੂੰ ਹਰਾ ਕੇ ਬਹਾਦਰ ਸ਼ਾਹ ਜ਼ਫਰ ਨੂੰ ਅੰਗਰੇਜ਼ਾਂ ਨੇ ਦਿੱਲੀ ਦੇ ਵਿੱਚ ਕਬਜ਼ਾ ਕਰ ਲਿਆ, ਅਤੇ ਬਹਾਦਰ ਸ਼ਾਹ ਜ਼ਫਰ ਨੂੰ ਕਿੱਥੇ ਭੇਜਤਾ ਜੀ? ਰੰਗੂਨ, ਮਤਲਬ ਬਰਮਾ, ਬਰਮਾ ਲਿਖ ਲਓ ਜੀ। ਠੀਕ ਹੈ, ਬਰਮਾ ਦੇ ਵਿੱਚ, ਮਾਇਆਮਾਰ ਕਹਿੰਦੇ ਜਿਹਨੂੰ ਅੱਜ ਕੱਲ੍ਹ। ਠੀਕ ਹੈ, ਉੱਥੇ ਭੇਜਤਾ ਸੀਗਾ। ਰਾਣੀ ਲక్ష్ਮੀ ਬਾਈ ਝਾਂਸੀ ਦੇ ਵਿੱਚ ਸੀਗੇ ਜੀ। ਠੀਕ ਹੈ, ਇਹਨਾਂ ਦੇ ਖਿਲਾਫ ਜਿਹੜਾ ਬ੍ਰਿਟਿਸ਼ਰ ਸੀਗਾ ਉਹ ਸੀਗਾ ਹਿਊਜ ਰੋਸ। ਠੀਕ ਹੈ, ਸੁਪਰ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਪੁੱਛਦੇ ਨੇ। ਅਤੇ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ, 1857 ਦਾ ਜਿਹੜਾ ਵਿਦਰੋਹ ਸੀ ਇਹ ਚੱਲਿਆ ਕਦੋਂ ਜੀ? 10 ਮਈ 1857 ਨੂੰ ਚੱਲਿਆ। ਕਿੱਥੋਂ ਜੀ? ਮੇਰਠ ਤੋਂ। ਠੀਕ ਹੈ, ਮੰਗਲ ਪਾਂਡੇ ਨੇ 2 ਅੰਗਰੇਜ਼ ਆਫੀਸਰ ਸੀਗੇ ਜਿਹੜੇ ਉਹ ਮਾਰਤੇ ਸੀਗੇ ਜੀ, ਹਿਊਸਨ ਅਤੇ ਬੌਬ। ਠੀਕ ਹੈ ਜੀ, ਇੱਕ ਕੁਐਸਚਨ ਮੈਂ ਤੁਹਾਨੂੰ ਇੰਟਰਸਟਿੰਗ ਦੱਸਦਾ ਇੱਥੇ ਕੀ ਹੈ ਜੀ। ਦੇਖੋ 1857 ਦੇ ਵਿਦਰੋਹ ਦੇ ਵਿੱਚ ਕੀ ਹੈ ਜੀ, ਮਤਲਬ ਅੰਗਰੇਜ਼ ਜਿਹੜੇ ਸੀਗੇ ਉਹ ਸਾਰੇ ਹੀ ਕੀ ਸੀਗੇ? ਇੰਡੀਅਨਸ ਦਾ ਵਿਦਰੋਹ ਕਰਦੇ ਸੀ। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਬਟ
ਇਤਿਹਾਸ ਦੇ ਵਿੱਚ ਇੱਕ ਇਹੋ ਜਿਹਾ ਬੰਦਾ, ਇੱਕ ਅਜਿਹਾ ਇੰਗਲਿਸ਼ ਆਫਿਸਰ ਵੀ ਆਉਂਦਾ ਜਿਹੜਾ ਕਿ ਇੰਡੀਅਨਸ ਦਾ ਸਾਥ ਦਿੰਦਾ ਸੀਗਾ, ਠੀਕ ਹੈ। ਅੰਗਰੇਜ਼ਾਂ ਦਾ ਸਾਥ ਨਹੀਂ ਦਿੰਦਾ ਸੀਗਾ, ਕਿਹਦਾ ਦਿੰਦਾ ਸੀਗਾ? ਇੰਡੀਅਨਸ ਦਾ ਸਾਥ ਦਿੰਦਾ ਸੀ। ਤਾਂ ਉਹਦਾ ਨਾਮ ਕੀ ਹੈ, ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ? ਵਿਲੀਅਮ ਗੋਰਨਾਡ। ਵਿਲੀਅਮ ਗੋਰਨਾਡ, ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ, ਠੀਕ ਹੈ। ਤਾਂ ਕਿ ਕਿਹੜਾ ਇੱਕ ਅਜਿਹਾ ਇੰਗਲਿਸ਼ ਆਫਿਸਰ ਦੱਸੋ ਜਿਹੜਾ ਇੰਡੀਅਨਸ ਨੂੰ ਸਪੋਰਟ ਕਰਦਾ ਸੀ? ਉਹ ਸੀਗਾ ਵਿਲੀਅਮ ਗੋਰਨਾਡ, ਠੀਕ ਹੈ, ਇੰਪੋਰਟੈਂਟ ਹੈ ਜੀ। ਤਾਂ ਇੱਥੇ ਆਪਾਂ ਆਪਦੇ ਸੈਸ਼ਨ ਦਾ ਕੀ ਹੈ ਜੀ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ, ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਿਓ। ਤੁਹਾਡਾ ਜਿਹੜਾ ਲਾਈਕ ਅਤੇ ਕਮੈਂਟ ਆ ਉਹ ਮੇਰੇ ਲਈ ਐਪਰੀਸ਼ੀਏਸ਼ਨ ਦਾ ਕੰਮ ਕਰਦਾ ਹੈ। ਅਤੇ ਆਪਣੀ ਜਿਹੜੀ ਅਕੈਡਮੀ ਆ ਉਹ ਮਾਨਸਾ ਦੇ ਵਿੱਚ ਆਫਲਾਈਨ ਤਿਆਰੀ ਵੀ ਕਰਵਾਉਂਦੇ ਆ, ਅਤੇ ਜੇਕਰ ਕਿਸੇ ਬੱਚੇ ਨੇ ਆਫਲਾਈਨ ਤਿਆਰੀ ਕਰਨੀ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ। ਪ੍ਰੋਪਰ ਐਨਵਾਇਰਨਮੈਂਟ ਦੇ ਨਾਲ ਆਪਾਂ ਤਿਆਰੀ ਕਰਵਾਈ ਜਾਂਦੀ ਹੈ। ਤਾਂ ਤੁਹਾਡਾ ਜਿਹੜਾ ਸੈਸ਼ਨ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।